ਦੇ ਵਿੱਚ ਅੱਜ ਹੈ ਬੁੱਧਵਾਰ। ਬੁੱਧਵਾਰ ਤੁਸੀਂ ਸਾਰੇ ਜਾਣਦੇ ਹੋ ਕਿ ਇਸ ਸ਼ੋਅ ਦੇ ਵਿੱਚ ਖਾਸ ਤੌਰ ਤੇ ਇੱਕ ਸਿਲਸਿਲਾ ਅਸੀਂ ਸ਼ੁਰੂ ਕੀਤਾ ਹੋਇਆ ਹੈ ਵੰਡਰਫੁਲ ਵੂਮਨਸ ਵੈਂਸਡੇਜ਼। ਬਿਲਕੁਲ ਜਿਸ ਦਿਨ ਬੁੱਧਵਾਰ ਹੁੰਦਾ ਹੈ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਤੁਹਾਡੇ ਨਾਲ ਕਿਸੇ ਨਾ ਕਿਸੇ ਐਸੀ ਸ਼ਖਸੀਅਤ, ਐਸੀ ਔਰਤ ਦੀ ਅਸੀਂ ਗੱਲਬਾਤ ਕਰਵਾਈਏ ਜਿਹੜੀ ਕੁਝ ਨਾ ਕੁਝ ਖਾਸ ਕਰ ਰਹੀ ਹੈ, ਦੂਸਰਿਆਂ ਨਾਲੋਂ ਕੁਝ ਵੱਖਰਾ ਕਰ ਰਹੀ ਹੈ। ਸੁਸਾਇਟੀ ਦੇ ਵਿੱਚ ਉਹਦੇ ਕੰਮ ਜਿਹੜੇ ਨੇ ਉਹ ਬਹੁਤ ਮਾਇਨੇ ਰੱਖਦੇ ਨੇ, ਉਹ ਦੂਸਰਿਆਂ ਨੂੰ ਪ੍ਰੇਰਿਤ ਵੀ ਕਰ ਰਹੀ ਹੈ। ਇਸੇ ਕਰਕੇ ਅਸੀਂ ਵੰਡਰਫੁਲ ਵੂਮਨਸ ਵੈਂਸਡੇਜ਼ ਦਾ ਇਹ ਸਿਲਸਿਲਾ ਖਾਸ ਤੌਰ 'ਤੇ ਸ਼ੇਰੇ ਪੰਜਾਬ AM 600 ਦੇ ਲਿਸਨਰਸ ਦੇ ਲਈ ਲੈ ਕੇ ਆਉਂਦੇ ਹਾਂ। ਅੱਜ ਮੈਂ ਜਿਸ ਸ਼ਖਸੀਅਤ ਨੂੰ ਤੁਹਾਡੇ ਰੂਬਰੂ ਕਰਨ ਲੱਗੀ ਹਾਂ, ਮੈਂ ਦੱਸਦੀ ਹਾਂ ਕਿ ਉਹ ਇਸ ਵੇਲੇ ਇੰਡੀਆ ਦੇ ਵਿੱਚ ਤੋਂ ਸਾਡੇ ਨਾਲ ਟੈਲੀਫੋਨ ਲਾਈਨ 'ਤੇ ਮੌਜੂਦ ਹੋਣਗੇ। ਸੋ ਖਾਸ ਤੌਰ 'ਤੇ ਸਾਡੇ ਲਈ ਉਹਨਾਂ ਨੇ ਇੰਡੀਆ ਦੇ ਤੜਕੇ ਦੇ ਹਿਸਾਬ ਦੇ ਨਾਲ ਸਮਾਂ ਕੱਢਿਆ। ਪਹਿਲਾਂ ਤਾਂ ਮੈਂ ਇਸ ਗੱਲ ਦੇ ਲਈ ਸ਼ੁਕਰਗੁਜ਼ਾਰ ਹਾਂ ਕਿਉਂਕਿ ਮੇਰੇ ਪ੍ਰੋਗਰਾਮ ਦਾ ਜਿਹੜਾ ਸਮਾਂ ਹੈ ਉਹ ਕੁਝ ਇਸ ਹਿਸਾਬ ਦੇ ਨਾਲ ਹੈ ਕਿ ਇੰਡੀਆ ਦਾ ਉਦੋਂ ਦਿਨ ਨਹੀਂ ਹੁੰਦਾ, ਪਰ ਮੇਰਾ ਦਿਲ ਕਰਦਾ ਹੁੰਦਾ ਹੈ ਕਿ ਇੰਡੀਆ ਦੇ ਵਿੱਚ ਜਾਂ ਦੁਨੀਆ ਦੇ ਜਿਸ ਵੀ ਕਿਸੇ ਕੋਨੇ ਦੇ ਵਿੱਚ ਕੋਈ ਔਰਤ ਕੋਈ ਵਧੀਆ ਕੰਮ ਕਰ ਰਹੀ ਹੈ, ਕੋਈ ਚੰਗਾ ਕੰਮ ਕਰ ਰਹੀ ਹੈ, ਉਹਨੂੰ ਜ਼ਰੂਰੀ ਤੌਰ 'ਤੇ ਇਸ ਪ੍ਰੋਗਰਾਮ ਦਾ ਹਿੱਸਾ ਬਣਾਇਆ ਜਾਵੇ। ਅਤੇ ਅੱਜ ਮੈਂ ਇਸ ਤੋਂ ਪਹਿਲਾਂ ਕਿ ਡੀਟੇਲ ਦੇ ਵਿੱਚ ਇਹ ਦੱਸਾਂ ਕਿ ਕੌਣ ਨੇ ਜਿਹੜੇ ਮੇਰੇ ਸ਼ੋਅ ਦਾ ਹਿੱਸਾ ਬਣ ਜਾ ਰਹੇ ਨੇ, ਉਹਨਾਂ ਵੱਲੋਂ ਇੱਕ ਕਵਿਤਾ ਲਿਖੀ ਗਈ ਸੀ ਬਹੁਤ ਸਾਲ ਪਹਿਲਾਂ ਦੀ ਗੱਲ ਹੈ। ਉਹਨਾਂ ਦੀ ਇੱਕ ਕਿਤਾਬ ਆਈ ਸੀ ਜਿਹਦਾ ਟਾਈਟਲ ਸੀ ਕੁਝ ਕੁ ਮੈਂ। ਉਹ ਕਿਤਾਬ ਦੇ ਵਿੱਚ ਕੁਝ ਕੁ ਮੈਂ ਟਾਈਟਲ ਦੀ ਜਿਹੜੀ ਕਵਿਤਾ ਸੀ ਮੈਂ ਉਹੀ ਤੁਹਾਡੇ ਨਾਲ ਸਾਂਝੀ ਕਰਦੀ ਹਾਂ। ਥੋੜ੍ਹਾ ਜਿਹਾ ਅੰਦਾਜ਼ਾ ਹੋ ਜਾਏਗਾ ਕਿ ਇਹ 20-25 ਸਾਲ ਪੁਰਾਣੀ ਇਹਨਾਂ ਦੀ ਕਵਿਤਾ ਹੈ। ਉਹ ਕੀ ਕਰਦੇ ਰਹੇ ਨੇ ਅਤੇ ਇਸ ਵੇਲੇ ਕੀ ਕਰ ਰਹੇ ਨੇ, ਉਹ ਆਪਾਂ ਡੀਟੇਲ 'ਚ ਉਹਨਾਂ ਕੋਲੋਂ ਪੁੱਛਾਂਗੇ। ਸ਼ੁਰੂਆਤ ਉਹਨਾਂ ਦੀ ਕਿਤਾਬ ਕੁਝ ਕੁ ਮੈਂ ਦੇ ਵਿੱਚੋਂ ਕੁਝ ਕੁ ਮੈਂ ਨਾਂ ਦੀ ਕਵਿਤਾ ਦੇ ਨਾਲ ਮੈਂ ਕਰ ਰਹੀ ਹਾਂ। ਉਹਨਾਂ ਨੇ ਲਿਖਿਆ, ਮੇਰੇ ਵਜੂਦ ਨੂੰ ਹੁਣ ਹੋਰ ਨਾ ਕੁਰੇਦੋ, ਮੇਰੇ ਵਜੂਦ ਨੂੰ ਹੁਣ ਹੋਰ ਨਾ ਕੁਰੇਦੋ, ਮੇਰੀ ਜ਼ੁਬਾਨ ਨੂੰ ਹੁਣ ਹੋਰ ਨਾ ਲਲਕਾਰੋ, ਤੁਸੀਂ ਮੇਰੀ ਉੱਪਰਲੀ ਸਤ੍ਹਾ ਤੱਕ ਹੀ ਰਹੋ, ਤੁਸੀਂ ਮੇਰੀ ਉੱਪਰਲੀ ਸਤ੍ਹਾ ਤੱਕ ਹੀ ਰਹੋ ਤਾਂ ਚੰਗਾ ਹੈ। ਪਰਤ ਦਰ ਪਰਤ ਮੇਰੇ ਅੰਦਰ ਜੋ ਤੇਜ਼ਾਬ ਹੈ, ਤੁਸਾਂ ਤੋਂ ਉਸ ਦੀ ਛਿੱਟ ਤੱਕ ਵੀ ਬਰਦਾਸ਼ਤ ਨਹੀਂ ਹੋਣੀ, ਅਤੇ ਮੈਂ ਉਸ ਨੂੰ ਇੱਕ ਲੰਬੇ ਅਰਸੇ ਤੋਂ ਚੁੱਪ ਨਾਲ ਵਰਚਾਉਣ ਦੀ ਕੋਸ਼ਿਸ਼ 'ਚ ਹਾਂ, ਅਤੇ ਉਹ ਅਕਸਰ ਹੀ ਮੇਰੇ 'ਤੇ ਨਾਰਾਜ਼ ਹੁੰਦਾ ਹੈ, ਅਤੇ ਉਸ ਦੀ ਹਰ ਨਾਰਾਜ਼ਗੀ ਮੇਰੇ ਚਿਹਰੇ 'ਤੇ ਦਾਗ ਛੱਡ ਜਾਂਦੀ ਹੈ। ਕੀ ਤੁਸੀਂ ਚਿਹਰਿਆਂ ਦੀ ਭਾਸ਼ਾ ਨਹੀਂ ਜਾਣਦੇ? ਕੀ ਤੁਹਾਨੂੰ ਦਾਗਾਂ ਦੇ ਅਰਥ ਨਹੀਂ ਆਉਂਦੇ? ਜੋ ਮੇਰੀ ਜ਼ੁਬਾਨ ਨੂੰ, ਇੱਥੇ ਆ ਕੇ ਇਹ ਕਵਿਤਾ ਖ਼ਤਮ ਹੋ ਜਾਂਦੀ ਹੈ। ਸੋ ਇਹ ਜਿਹੜਾ ਉਸ ਦਾ ਜ਼ਿਕਰ ਹੋਇਆ ਹੈ, ਇਹਦੇ ਵਿੱਚ ਉਹ ਤੇਜ਼ਾਬ ਦਾ ਜ਼ਿਕਰ ਹੋਇਆ ਹੈ, ਜਿੱਥੇ ਇਹਨਾਂ ਨੇ ਇਹ ਗੱਲ ਮੈਂਸ਼ਨ ਕੀਤੀ ਹੈ, ਮੇਰੇ ਅੰਦਰ ਜੋ ਤੇਜ਼ਾਬ ਹੈ, ਤੁਸਾਂ ਤੋਂ ਉਸ ਦੀ ਛਿੱਟ ਤੱਕ ਵੀ ਬਰਦਾਸ਼ਤ ਨਹੀਂ ਹੋਣੀ, ਅਤੇ ਮੈਂ ਉਸ ਨੂੰ ਇੱਕ ਲੰਬੇ ਅਰਸੇ ਤੋਂ ਚੁੱਪ ਨਾਲ ਵਰਚਾਉਣ ਦੀ ਕੋਸ਼ਿਸ਼ 'ਚ ਹਾਂ, ਅਤੇ ਉਹ ਅਕਸਰ ਹੀ ਮੇਰੇ 'ਤੇ ਨਾਰਾਜ਼ ਹੁੰਦਾ ਹੈ, ਅਤੇ ਉਸ ਦੀ ਹਰ ਨਾਰਾਜ਼ਗੀ ਮੇਰੇ ਚਿਹਰੇ 'ਤੇ ਦਾਗ ਛੱਡ ਜਾਂਦੀ ਹੈ। ਕੀ ਤੁਸੀਂ ਚਿਹਰਿਆਂ ਦੀ ਭਾਸ਼ਾ ਨਹੀਂ ਜਾਣਦੇ? ਕੀ ਤੁਹਾਨੂੰ ਦਾਗਾਂ ਦੇ ਅਰਥ ਨਹੀਂ ਆਉਂਦੇ ਜੋ ਮੇਰੀ ਜ਼ੁਬਾਨ ਨੂੰ ਹੋਰ। ਇੱਥੇ ਇਹ ਕਵਿਤਾ ਖ਼ਤਮ ਹੋ ਗਈ। ਜਿਨ੍ਹਾਂ ਨਾਲ ਮੇਰੀ ਗੱਲ ਹੋਣੀ ਹੈ ਉਹ ਇੱਕ ਕਵਿੱਤਰੀ ਨੇ। ਪੰਜਾਬੀ ਭਾਸ਼ਾ ਦੇ ਉੱਤੇ, ਪੰਜਾਬੀ ਬੋਲੀ ਦੇ ਉੱਤੇ ਉਹਨਾਂ ਦੀ ਖਾਸ ਤਰ੍ਹਾਂ ਦੀ ਕਮਾਂਡ ਹੈ। ਇਸ ਤੋਂ ਇਲਾਵਾ ਉਹਨਾਂ ਨੇ ਲੰਬਾ ਅਰਸਾ ਮੀਡੀਆ ਦੇ ਵਿੱਚ ਕੰਮ ਕੀਤਾ। ਜੇ ਮੈਂ ਇੰਡੀਆ ਦੇ ਮੀਡੀਆ ਦੀ ਗੱਲ ਕਰਾਂ, ਜਿਹਦੇ ਵਿੱਚ ਦੂਰਦਰਸ਼ਨ, ਆਲ ਇੰਡੀਆ ਰੇਡੀਓ, ਉਸ ਤੋਂ ਬਾਅਦ ਇੰਗਲੈਂਡ ਦੇ ਵਿੱਚ ਕੁਝ ਸਮਾਂ ਕੰਮ ਕੀਤਾ ਉਹਨਾਂ ਨੇ ਪੰਜਾਬ ਰੇਡੀਓ ਲੰਡਨ ਦੇ ਵਿੱਚ, ਅਤੇ ਵਾਪਸ ਇੰਡੀਆ ਆਉਣ ਤੋਂ ਬਾਅਦ ਕਈ ਰੇਡੀਓ ਸਟੇਸ਼ਨਸ 'ਤੇ ਉਹ ਹੈੱਡ ਦੇ ਤੌਰ 'ਤੇ, ਪ੍ਰੋਗਰਾਮਿੰਗ ਹੈੱਡ ਦੇ ਤੌਰ 'ਤੇ, ਡਾਇਰੈਕਟਰ ਦੇ ਤੌਰ 'ਤੇ ਵੀ ਕੰਮ ਕਰਦੇ ਰਹੇ। ਇਹ ਕਰਦਿਆਂ ਦੇਖੋ, ਪ੍ਰੈਜ਼ੈਂਟਰ ਤੋਂ, ਸਕ੍ਰਿਪਟ ਰਾਈਟਰ ਤੋਂ, ਉਸ ਤੋਂ ਬਾਅਦ ਵੱਖ-ਵੱਖ ਤਰ੍ਹਾਂ ਦੇ ਪ੍ਰੋਗਰਾਮ ਕਰਦੇ, ਬਹੁਤ ਸਾਰੇ ਪ੍ਰੋਗਰਾਮਾਂ ਦੇ ਸੰਚਾਲਕ ਦੇ ਤੌਰ 'ਤੇ, ਅਤੇ ਉਸ ਤੋਂ ਬਾਅਦ ਡਾਇਰੈਕਟਰ ਦੇ ਤੌਰ 'ਤੇ, ਪ੍ਰੋਡਿਊਸਰ ਦੇ ਤੌਰ ਦੇ ਉੱਤੇ, ਕਦੋਂ ਉਹ ਫੁੱਲ ਟਾਈਮ ਮੀਡੀਆ ਕੰਸਲਟੈਂਟ ਦੇ ਤੌਰ 'ਤੇ ਕੰਮ ਕਰਨ ਲੱਗੇ, ਸ਼ਾਇਦ ਉਹੀ ਆ ਕੇ ਦੱਸ ਸਕਦੇ ਨੇ। ਪਰ ਇਹਦੇ ਨਾਲ
ਜਿਹੜਾ ਇੱਕ ਖਾਸ ਕਿਸਮ ਦਾ ਉਹਨਾਂ ਨੇ ਕੰਮ ਸ਼ੁਰੂ ਕੀਤਾ ਮੀਡੀਆ ਕੰਸਲਟੈਂਸੀ ਦੇ ਨਾਲ ਸੋਸ਼ਲ ਐਕਟਿਵਿਜ਼ਮ ਉਹਨਾਂ ਦਾ ਇੱਕ ਪੈਸ਼ਨ ਹੈ, ਉਹਨਾਂ ਦਾ ਇੱਕ ਸ਼ੌਕ ਹੈ। ਇਸ ਕਰਕੇ ਬਹੁਤ ਸਾਰੇ ਇਹੋ ਜਿਹੇ ਪ੍ਰੋਜੈਕਟਸ ਜਿਹੜੇ ਪਿਛਲੇ ਦਿਨੀਂ ਖਾਸ ਤੌਰ 'ਤੇ ਮੈਂ ਸੋਸ਼ਲ ਮੀਡੀਆ 'ਤੇ ਉਹਨਾਂ ਦੇ ਦੇਖੇ, ਜਲੰਧਰ ਦੇ ਵਿੱਚ ਉਹ ਕੰਮ ਕਰ ਰਹੇ ਨੇ ਵੱਡੇ ਪੱਧਰ ਦੇ ਉੱਤੇ। ਕਰੋਨਾ ਦੇ ਖਿਲਾਫ ਜਾਂ ਕਰੋਨਾ ਬਾਰੇ ਇੱਕ ਮੁਹਿੰਮ ਸ਼ੁਰੂ ਕੀਤੀ ਸੀ। ਸਵੱਛ ਇੰਡੀਆ ਜਾਂ ਸਵੱਛ ਭਾਰਤ ਨਾਂ ਦੀ ਇੱਕ ਜਿਹੜੀ ਕੈਂਪੇਨ ਹੈ ਭਾਰਤ ਦੇ ਵਿੱਚ ਚੱਲਦੀ, ਉਹਦੇ ਲਈ ਵੀ ਉਹਨਾਂ ਨੇ ਕਾਫੀ ਜ਼ਿਆਦਾ ਕੰਮ ਕੀਤਾ ਹੈ। ਅੱਜ ਕੱਲ੍ਹ ਆਪਣੀ ਇੱਕ ਵਧੀਆ ਪ੍ਰੋਡਕਸ਼ਨ ਕੰਪਨੀ ਵੀ ਚਲਾ ਰਹੇ ਨੇ, ਜਿਹਦੇ ਤਹਿਤ ਬਹੁਤ ਸਾਰੀਆਂ ਉਹ ਕਹਿ ਲਓ ਕਿ ਕਾਰਪੋਰੇਟ ਕੰਪਨੀਜ਼, ਗਵਰਨਮੈਂਟ ਜਾਂ ਹੋਰ ਇੰਡੀਵਿਜੂਅਲਸ ਨੇ, ਉਹਨਾਂ ਦੇ ਲਈ ਐਜ਼ ਮੀਡੀਆ ਕੰਸਲਟੈਂਟ ਕੰਮ ਕਰ ਰਹੇ ਨੇ। ਮੇਰੀ ਮੁਰਾਦ ਹੈ ਰਮਨਪ੍ਰੀਤ ਕੌਰ ਹੋਣਾ ਤੋਂ। ਰਮਨਪ੍ਰੀਤ ਹੋਣਾ ਦੇ ਨਾਲ ਅਸੀਂ ਜਲੰਧਰ ਤੋਂ ਕੁਝ ਹੀ ਮਿੰਟਾਂ ਦੇ ਵਿੱਚ ਗੱਲ ਕਰਨੀ ਹੈ। ਸੋ ਇੱਕ ਕਮਰਸ਼ੀਅਲ ਬ੍ਰੇਕ ਮੈਂ ਇਸ ਵੇਲੇ ਲੈ ਰਹੀ ਹਾਂ, ਉਸ ਤੋਂ ਬਾਅਦ ਤੁਹਾਡੇ ਰੂਬਰੂ ਹੋਣਗੇ ਰਮਨਪ੍ਰੀਤ, ਉਹਨਾਂ ਦੀ ਇਸ ਯਾਤਰਾ ਬਾਰੇ ਉਹਨਾਂ ਦੇ ਨਾਲ ਕੁਝ ਗੱਲਾਂ। ਚਲੋ ਜੀ, ਰਮਨਪ੍ਰੀਤ ਹੁਣੀ ਜਲੰਧਰ ਤੋਂ ਸਾਡੇ ਨਾਲ ਇਸ ਵੇਲੇ ਸ਼ਾਮਿਲ ਹੋ ਗਏ ਨੇ। ਮੈਂ ਥੋੜ੍ਹੀ ਦੇਰ ਪਹਿਲਾਂ ਉਹਨਾਂ ਬਾਰੇ ਕੁਝ ਤੁਹਾਨੂੰ ਇਨਫੋਰਮੇਸ਼ਨ ਦਿੱਤੀ ਹੈ, ਪਰ ਜ਼ਿਆਦਾ ਗੱਲਾਂ ਬਾਤਾਂ ਅੱਜ ਰਮਨਪ੍ਰੀਤ ਕੌਰ ਉਹਨਾਂ ਦੇ ਨਾਲ ਹੀ ਅਸੀਂ ਕਰਨੀਆਂ ਨੇ। ਰਮਨਪ੍ਰੀਤ, ਬਹੁਤ ਬਹੁਤ ਜੀ ਆਇਆਂ ਨੂੰ, ਸਵਾਗਤ ਹੈ। ਰਮਨਪ੍ਰੀਤ, ਮੈਂ ਸਾਡੇ ਸੁਣਨ ਵਾਲਿਆਂ ਨੂੰ ਥੋੜ੍ਹਾ ਜਿਹਾ ਦੱਸ ਕੇ ਹਟੀ ਹਾਂ, ਕਿਉਂਕਿ ਆਪਣੀ ਫੋਨ ਲਾਈਨ ਉਸ ਵੇਲੇ ਕਨੈਕਟ ਨਹੀਂ ਹੋਈ ਸੀ, ਕਿ ਮੀਡੀਆ ਦੇ ਵਿੱਚ ਕੰਮ ਕਰਦੇ ਕਰਦੇ ਜਾਂ ਮੀਡੀਆ ਦੇ ਵਿੱਚ ਸੰਚਾਲਕ ਦੇ ਤੌਰ 'ਤੇ ਕੰਮ ਕੀਤਾ ਜਾਂ ਤੁਸੀਂ ਸਕ੍ਰਿਪਟ ਰਾਈਟਰ ਦੇ ਤੌਰ 'ਤੇ ਕੰਮ ਕੀਤਾ। ਉਸ ਤੋਂ ਬਾਅਦ ਜਿਵੇਂ ਅੱਗੇ ਵੱਧਦੇ ਗਏ, ਕਈ ਰੇਡੀਓ ਸਟੇਸ਼ਨਸ ਦੇ ਪ੍ਰੋਗਰਾਮਿੰਗ ਹੈਡ ਵੀ ਤੁਸੀਂ ਰਹੇ, ਤੁਸੀਂ ਬਹੁਤ ਸਾਰੇ ਲੋਕਾਂ ਨੂੰ ਡਾਇਰੈਕਟ ਵੀ ਕੀਤਾ, ਤੁਸੀਂ ਗਾਈਡ ਵੀ ਕੀਤਾ। ਇਸ ਵੇਲੇ ਫੁੱਲ ਫਲੈਜ ਇੱਕ ਮੀਡੀਆ ਕੰਸਲਟੈਂਟ ਦੇ ਤੌਰ 'ਤੇ ਤੁਸੀਂ ਐਸਟੈਬਲਿਸ਼ ਹੋ ਚੁੱਕੇ ਹੋ, ਤੁਸੀਂ ਕੰਮ ਕਰ ਰਹੇ ਹੋ। ਪਹਿਲਾਂ ਤਾਂ ਮੈਂ ਇਸ ਗੱਲ ਦੀ ਤੁਹਾਨੂੰ ਵਧਾਈ ਦਿੰਦੀ ਹਾਂ। ਬਾਕੀ ਤੁਹਾਡੀ ਐਜ਼ ਅ ਰਾਈਟਰ, ਐਜ਼ ਅ ਪੋਇਟਸ ਵੀ ਕੁਝ ਗੱਲਾਂ ਮੈਂ ਆਪਣੇ ਸੁਣਨ ਵਾਲਿਆਂ ਨੂੰ ਦੱਸ ਕੇ ਹਟੀ ਹਾਂ। ਇੱਕ ਤੁਹਾਡੀ ਕਵਿਤਾ ਵੀ ਸਾਂਝੀ ਕਰਕੇ ਹਟੀ ਹਾਂ। ਇਸ ਤੋਂ ਇਲਾਵਾ ਤੁਹਾਡਾ ਜਿਹੜਾ ਉਹ ਸੀ ਕੁਝ ਕੁ ਮੈਂ। ਓਕੇ ਜੀ। ਹਾਂ, ਇਸ ਤੋਂ ਇਲਾਵਾ ਮੈਂ ਆਪਣੇ ਸੁਣਨ ਵਾਲਿਆਂ ਨੂੰ ਆਲਰੇਡੀ ਦੱਸ ਚੁੱਕੀ ਹਾਂ ਕਿ ਤੁਸੀਂ ਸੋਸ਼ਲ ਐਕਟਿਵਿਜ਼ਮ ਜਿਹੜਾ ਉਹ ਵੀ ਕਰਦੇ ਹੋ। ਮੈਂ ਸਭ ਤੋਂ ਪਹਿਲਾਂ ਇਹ ਜਾਣਨਾ ਚਾਹੁੰਦੀ ਤੁਹਾਡੇ ਕੋਲੋਂ ਕਿ ਰਮਨਪ੍ਰੀਤ ਦੀ ਨਜ਼ਰ ਦੇ ਵਿੱਚ ਇਸ ਵੇਲੇ ਰਮਨਪ੍ਰੀਤ ਦੀ ਕੀ ਪਛਾਣ ਹੈ? ਰਮਨਪ੍ਰੀਤ ਕਿਵੇਂ ਪਛਾਣੀ ਜਾਣ ਦੀ ਪਸੰਦ ਕਰਦੀ ਹੈ? ਹਾਂ, ਦੇਖੋ ਜੀ, ਜੇ ਪੁੱਛਿਆ ਜਾਵੇ ਤੁਹਾਡੀ ਪਛਾਣ ਕਿਵੇਂ ਹੈ, ਇਹ ਤਾਂ ਵੈਸੇ ਬੈਟਰ ਲੋਕ ਜਾਣ ਸਕਦੇ ਨੇ, ਕਿਉਂਕਿ ਤੁਸੀਂ ਜੋ ਹੁੰਦੇ ਹੋ ਉਹ ਆਪਣੇ ਆਪ 'ਚ ਜੋ ਵੀ ਹੈਗੇ ਹੋ, ਲੇਕਿਨ ਹਰ ਵਿਅਕਤੀ ਲਈ ਤੁਸੀਂ ਅਲੱਗ ਹੋ। ਕਿਸੇ ਲਈ ਚੰਗੇ ਹੋ ਸਕਦੇ ਹੋ, ਕਿਸੇ ਲਈ ਬੁਰੇ ਹੋ ਸਕਦੇ ਹੋ, ਕਿਸੇ ਲਈ ਤੁਹਾਡਾ ਕੋਈ ਕੰਮ ਮਾਇਨੇ ਰੱਖਦਾ ਹੈ, ਕੋਈ ਤੁਹਾਨੂੰ ਐਜ਼ ਏ ਬਹੁਤ ਅੱਛੇ ਐਂਕਰ ਦੇ ਤੌਰ 'ਤੇ ਜਾਣਦਾ ਹੋਏਗਾ, ਕੋਈ ਤੁਹਾਨੂੰ ਬਹੁਤ ਅੱਛੇ ਰਾਈਟਰ ਦੇ ਤੌਰ 'ਤੇ ਜਾਣਦਾ ਹੈ। ਪਰ ਹਾਂ, ਜੇ ਮੈਂ ਆਪਣੀ ਨਜ਼ਰ 'ਚ ਕਹਾਂ ਤਾਂ ਮੈਂ ਇਸ ਲਈ ਕਹਿ ਸਕਦੀ ਹਾਂ ਕਿ ਜਿੰਨੇ ਵੀ ਮੈਂ ਕੰਮ ਕਰਦੀ ਹਾਂ ਉਹਨਾਂ ਦੇ ਵਿੱਚੋਂ ਜਿਹੜੀ ਮੇਰੀ ਪਛਾਣ ਹੈਗੀ ਹੈ, ਇੱਕ ਰਾਈਟਰ ਕਹਿ ਸਕਦੇ ਹੋ, ਕੰਟੈਂਟ ਰਾਈਟਰ ਕਹਿ ਸਕਦੇ ਹੋ, ਔਰ ਦੂਸਰਾ ਸੋਸ਼ਲ ਐਕਟਿਵਿਸਟ ਦੇ ਵਿੱਚ ਤੁਸੀਂ ਕਹਿ ਸਕਦੇ ਹੋ ਕਿ ਅਵੇਅਰਨੈਸ। ਜਦੋਂ ਅਸੀਂ ਸੋਸ਼ਲ ਐਕਟਿਵਿਸਟ ਦੀ ਗੱਲ ਕਰਦੇ ਹਾਂ ਤਾਂ ਲੋਕੀ ਉਸ 'ਚ ਕੰਮ ਕਰਦੇ ਨੇ, ਜਾਂ ਤਾਂ ਜੀ ਉਹ ਬਲੱਡ ਡੋਨੇਸ਼ਨ ਕੈਂਪਸ ਲਗਾਉਣਗੇ ਜਾਂ ਹੋਰ ਇੱਦਾਂ ਦੀਆਂ ਐਕਟੀਵਿਟੀਜ਼। ਪਰ ਜਿਹੜੀ ਮੇਰੀ ਐਕਟੀਵਿਟੀਜ਼ ਹੈਗੀਆਂ ਨੇ ਉਹ ਫੋਕਸ ਨੇ ਅਵੇਅਰਨੈਸ ਦੇ ਉੱਪਰ ਔਰ ਐਜੂਕੇਸ਼ਨ ਦੇ ਉੱਪਰ, ਕਿ ਲੋਕਾਂ ਨੂੰ ਜਾਗਰੂਕ ਕੀਤਾ ਜਾਏ। ਅਤੇ ਉਹਦੇ ਲਈ ਮੈਂ ਥੋੜ੍ਹੀਆਂ ਜਿਹੀਆਂ ਇਨੋਵੇਟਿਵ ਐਕਟੀਵਿਟੀਜ਼, ਇਨੋਵੇਟਿਵ ਤਰੀਕੇ ਵਰਤਦੀ ਹਾਂ, ਥੋੜ੍ਹੇ ਕਹਿ ਲਓ ਕ੍ਰੀਏਟਿਵ ਤਰੀਕੇ ਵਰਤਦੀ ਹਾਂ, ਥੋੜ੍ਹੇ ਅਨੋਖੇ ਜਿਹੇ ਤਰੀਕੇ ਵਰਤਦੀ ਹਾਂ, ਤਾਂ ਕਿ ਲੋਕਾਂ ਦੀ ਸੋਚ ਦੇ ਵਿੱਚ, ਲੋਕਾਂ ਦੀ ਨਜ਼ਰ ਦੇ ਵਿੱਚ ਉਹ ਜ਼ਿਆਦਾ ਦੇਰ ਤੱਕ ਰਹਿਣ ਅਤੇ ਲੋਕਾਂ 'ਤੇ ਅਸਰ ਕਰਨ। ਉਹਦੇ ਬਾਰੇ ਵੀ ਮੈਂ ਡਿਟੇਲ 'ਚ ਤੁਹਾਡੇ ਕੋਲੋਂ ਜਾਣਕਾਰੀ ਲਊਂਗੀ ਕਿ ਉਹ ਐਕਟੀਵਿਟੀਜ਼ ਇਨੋਵੇਟਿਵ ਅਤੇ ਕ੍ਰੀਏਟਿਵ ਤਰੀਕੇ ਦੇ ਨਾਲ ਜਦੋਂ ਤੁਸੀਂ ਪਲਾਨ ਕਰਦੇ ਹੋ, ਤੁਸੀਂ ਆਪਣੇ ਮਾਈਂਡ ਦੇ ਵਿੱਚ ਕੀ ਰੱਖਦੇ ਹੋ? ਕੋਈ ਖਾਸ ਕਿਸਮ ਦੇ ਲੋਕ ਹੁੰਦੇ ਨੇ ਜਾਂ ਜਿਹੜਾ ਮੈਸੇਜ ਹੈ ਉਹਦੇ 'ਤੇ ਫੋਕਸ ਕਰਦੇ ਹੋ? ਉਹ ਮੈਂ ਜ਼ਰੂਰ ਜਾਣਨਾ ਚਾਹੂੰਗੀ। ਪਰ ਮੇਰਾ ਜਿਹੜਾ ਸਵਾਲ ਸੀ ਕਿ ਤੁਹਾਨੂੰ ਕੀ ਚੰਗਾ ਲੱਗਦਾ, ਕਿ ਤੁਹਾਨੂੰ ਕਿਵੇਂ ਪਛਾਣਿਆ ਜਾਵੇ? ਇਹ ਤਾਂ ਹਰ ਕਿਸੇ ਦੀ ਪਰਸੈਪਸ਼ਨ ਤਾਂ ਆਪੋ ਆਪਣੀ ਹੋਣੀ ਹੈ, ਪਰ ਜਦੋਂ ਤੁਸੀਂ ਸੋਚਦੇ ਹੋ ਕਿ ਵੀ ਰਮਨਪ੍ਰੀਤ ਕਿਵੇਂ ਪਛਾਣੀ ਜਾਵੇ? ਹਾਂ, ਜੇ ਮੈਂ ਇੱਦਾਂ ਗੱਲ ਕਰਾਂ ਤਾਂ ਮੇਰੀ ਪਹਿਚਾਣ ਜੋ ਮੈਨੂੰ ਅੱਛੀ ਲੱਗਦੀ ਹੈ, ਜਾਂ ਬਹੁਤ ਸਾਰੇ ਲੋਕ ਜਾਣਦੇ ਵੀ ਹੈ, ਕਿ ਇੱਕ ਉਹ ਲੜਕੀ ਜਾਂ ਇੱਕ ਉਹ ਮਹਿਲਾ ਜਾਂ ਇੱਕ ਉਹ ਔਰਤ ਜੋ ਆਪਣੇ ਦਮ 'ਤੇ, ਆਪਣੀ ਸ਼ਰਤਾਂ 'ਤੇ ਆਪਣੀ ਜ਼ਿੰਦਗੀ ਜੀ ਸਕਦੀ ਹੈ, ਆਪਣੀ ਰੋਜ਼ੀ ਰੋਟੀ ਕਮਾ ਸਕਦੀ ਹੈ, ਅਤੇ 4 ਲੋਕਾਂ ਨੂੰ ਆਪਣੀ ਗੱਲ ਸੁਣਾ ਕੇ ਸਮਝਾ ਵੀ ਸਕਦੀ ਹੈ, ਅਤੇ ਉਹਨਾਂ ਦੇ ਉੱਪਰ ਅਮਲ ਵੀ ਕਰਵਾ ਸਕਦੀ ਹੈ।
ਰਮਨਪ੍ਰੀਤ ਕਿੰਨਾ ਸੌਖਾ ਹੈ ਰਮਨਪ੍ਰੀਤ ਬਣਨਾ? ਉਸ ਰਮਨਪ੍ਰੀਤ ਨੂੰ ਮੈਂ ਇਹ ਸਵਾਲ ਕਰ ਰਹੀ ਹਾਂ ਜਿਹੜੀ ਇਹ ਕਹਿ ਰਹੀ ਹੈ ਆਪਣੀਆਂ ਸ਼ਰਤਾਂ ਤੇ ਜੀ ਸਕਦੀ ਹਾਂ, ਆਪਣੀਆਂ ਸ਼ਰਤਾਂ ਤੇ ਮੈਂ ਕੰਮ ਕਰ ਸਕਦੀ ਹਾਂ, ਮੈਂ ਕਨਵਿੰਸ ਕਰ ਸਕਦੀ ਹਾਂ, ਤੇ ਇਹ ਕਿੰਨਾ ਕੁ ਔਖਾ, ਕਿੰਨਾ ਕੁ ਚੈਲੰਜਿੰਗ ਹੈ ਤੇ ਕਿੰਨਾ ਕੁ ਸੌਖਾ ਹੈ? ਦੇਖੋ ਜੀ, ਜੇ ਤਾਂ ਤੁਸੀਂ ਕੰਨਾਂ ਦੇ ਵਿੱਚ ਕਹਿੰਦੇ ਨੇ ਪਿੱਤਲ ਦੀਆਂ ਬਾਲੀਆਂ ਪਾਉਣੀਆਂ ਹੋਣ ਤੇ ਤੁਹਾਨੂੰ ਕੁਛ ਰੁਪਇਆਂ ਦੀਆਂ ਜਾਂ ਤੁਹਾਡੀ ਭਾਸ਼ਾ 'ਚ ਕੁਛ ਡਾਲਰ ਦੀ ਆ ਜਾਂਦੀਆਂ, $1 ਦੀ, $2 ਦੀਆਂ। ਪਰ ਜੇ ਸੋਨੇ ਦੀਆਂ ਬਾਲੀਆਂ ਪਾਉਣੀਆਂ ਹੋਣ ਤੇ ਉਹਦੇ ਲਈ ਤਾਂ ਫਿਰ ਕੀਮਤ ਜ਼ਿਆਦਾ ਕਰਨੀ ਪੈਂਦੀ ਹੈ ਨਾ। ਤੇ ਜੇ ਤੁਸੀਂ ਸੋਨੇ ਦੇ ਵਿੱਚ ਜਾਂ ਫਿਰ ਤੁਸੀਂ ਸੋਨੇ ਤੋਂ ਵੀ ਉੱਪਰ ਜਾਣਾ ਚਾਹੁੰਦੇ ਹੋ, ਪਲੈਟੀਨਮ ਪਾਉਣਾ ਚਾਹੁੰਦੇ ਹੋ, ਡਾਇਮੰਡ ਲਗਵਾਉਣਾ ਚਾਹੁੰਦੇ ਹੋ ਤੇ ਆਪਣੀ ਵੱਖਰੀ ਕੀ ਕਹਿੰਦੇ ਆ ਨਾ ਟੌਰ ਜਿਹੜੀ ਹੈ ਦਿਖਾਉਣਾ ਚਾਹੁੰਦੇ ਹੋ ਤੇ ਉਹਦੇ ਲਈ ਕੀਮਤ ਜ਼ਿਆਦਾ ਉਤਾਰਨੀ ਪੈਂਦੀ। ਇਸੇ ਤਰ੍ਹਾਂ ਹੀ ਜਦੋਂ ਅਸੀਂ ਆਮ ਜ਼ਿੰਦਗੀ ਜੀਣੀ ਹੋਵੇ, ਜੋ ਆਮ ਸ਼ਰਤਾਂ ਨੇ ਉਹ ਆਸਾਨ ਹੈ ਕਿ ਪਾਣੀ ਦੇ ਵਹਿਣ ਨਾਲ ਤੁਸੀਂ ਬਹਿ ਗਏ, ਪਰ ਜੋ ਅਸੀਂ ਆਪਣੀਆਂ ਸ਼ਰਤਾਂ ਤੇ ਜ਼ਿੰਦਗੀ ਜੀਂਦੇ ਹੋ, ਆਪਣੀਆਂ ਸ਼ਰਤਾਂ ਜਿਹੜੀਆਂ ਨੇ ਖੁਦ ਨਿਰਧਾਰਿਤ ਕਰਦੇ ਹੋ, ਉਹ ਸ਼ਰਤਾਂ ਘੜਦੇ ਹੋ, ਉਹਨਾਂ ਸ਼ਰਤਾਂ ਨੂੰ ਪਹਿਲਾਂ ਖੁਦ ਸਮਝਦੇ ਹੋ ਤੇ ਫਿਰ ਤੁਸੀਂ ਲੇਖਾ ਜੋਖਾ ਵੀ ਕਰਦੇ ਹੋ ਕਿ ਜਿਹੜੇ ਮੈਂ ਸ਼ਰਤਾਂ ਆਪਣੇ ਲਈ ਬਣਾਉਣੀਆਂ ਇਹਦੇ ਲਈ ਮੈਨੂੰ ਕਿਹੜੀ ਕਿਹੜੀ ਕੀਮਤ ਉਤਾਰਨੀ ਪਏਗੀ। ਅਗਰ ਤੁਸੀਂ ਉਸ ਕੀਮਤ ਨੂੰ ਉਤਾਰਨ ਲਈ ਤਿਆਰ ਹੋ ਜਾਂਦੇ ਹੋ, ਤੁਹਾਡੇ ਬੋਝੇ ਵਿੱਚ ਉਹਨਾਂ ਸ਼ਰਤਾਂ ਨੂੰ ਪੁਗਾਉਣ ਵਾਸਤੇ, ਗਵਾਉਣ ਦੇ ਵਾਸਤੇ ਜਾਂ ਕੀਮਤ ਉਤਾਰਨ ਵਾਸਤੇ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਨੇ। ਚਾਹੇ ਤੁਹਾਡਾ ਸੁੱਖ ਆਰਾਮ ਹੈ, ਚਾਹੇ ਤੁਹਾਡਾ ਕੰਫਰਟ ਲੈਵਲ ਹੈ, ਜਾਂ ਸੁਸਾਇਟੀ ਨੂੰ ਚੈਲੰਜ ਕਰਨ ਦੀ ਹਿੰਮਤ ਹੈ। ਅਗਰ ਉਹ ਤੁਹਾਡੇ ਬੋਝੇ 'ਚ ਹੈਗਾ ਤੁਸੀਂ ਫਿਰ ਉਹ ਆਪਣੀ ਮਨਪਸੰਦ ਜ਼ਿੰਦਗੀ ਦੀਆਂ ਸੋਨੇ ਚਾਂਦੀ ਤੋਂ ਵੀ ਉੱਪਰ ਪਲੈਟੀਨਮ ਹੀਰੇ ਜਿਹੜੀਆਂ ਬਾਲੀਆਂ ਨੇ ਕੰਨਾਂ 'ਚ ਪਾ ਸਕਦੇ ਹੋ, ਜਿਹਨੂੰ ਤੁਸੀਂ ਪੂਰਨ ਆਜ਼ਾਦੀ ਕਹਿ ਸਕਦੇ ਹੋ, ਜਿਹਨੂੰ ਤੁਸੀਂ ਮਨ ਚਾਹੀ ਜ਼ਿੰਦਗੀ ਕਹਿ ਸਕਦੇ ਹੋ। ਪਰ ਹਾਂ, ਉਹਦੇ ਲਈ ਤੁਹਾਨੂੰ ਕੀਮਤ ਜ਼ਰੂਰ ਉਤਾਰਨੀ ਪੈਂਦੀ ਹੈ। ਰਮਨਪ੍ਰੀਤ, ਬਹੁਤ ਸਾਰੀਆਂ ਐਕਟੀਵਿਟੀਜ਼ ਤੁਸੀਂ ਕਰਦੇ ਹੋ ਐਜ਼ ਅ ਸੋਸ਼ਲ ਐਕਟਿਵਿਸਟ, ਮੀਡੀਆ ਦੇ ਵਿੱਚ ਲੰਬਾ ਸਮਾਂ ਰਹੇ ਹੋ, ਵੱਖ-ਵੱਖ ਰੋਲਸ ਦੇ ਵਿੱਚ ਰਹੇ ਹੋ ਅਤੇ ਤੁਸੀਂ ਲਿਖਦੇ ਵੀ ਰਹੇ ਹੋ। ਆਮ ਕਰਕੇ ਜਦੋਂ ਕਿਸੇ ਨੂੰ ਇਹ ਪੁੱਛਿਆ ਜਾਂਦਾ ਕਿ ਇੰਨਾ ਕੁਝ ਤੁਸੀਂ ਇਕੱਠਾ ਕਿਵੇਂ ਕਰ ਲੈਂਦੇ ਹੋ, ਕਿਵੇਂ ਬੈਲੈਂਸ ਕਰਦੇ ਹੋ, ਉਸ ਤੋਂ ਵੀ ਪਿਛਲਾ ਜਿਹੜਾ ਸਵਾਲ ਇਹ ਬਣਦਾ ਹੁੰਦਾ ਕਿ ਇਹ ਸਾਰਾ ਕੁਝ ਕਰਨ ਦੀ ਇੰਸਪੀਰੇਸ਼ਨ ਜਾਂ ਮੋਟੀਵੇਸ਼ਨ ਕਿੱਥੋਂ ਮਿਲੀ? ਕੋਈ ਘਰ ਦੇ ਵਿੱਚ ਇਹੋ ਜਿਹਾ ਮਾਹੌਲ ਸੀ ਕਿ ਇਹਨਾਂ ਐਕਟੀਵਿਟੀਜ਼ ਦੇ ਨਾਲ ਕੋਈ ਫੈਮਿਲੀ ਮੈਂਬਰ ਜਾਂ ਪੇਰੈਂਟਸ ਇਨਵੋਲਵ ਸਨ? ਜੇ ਮੈਂ ਗੱਲ ਕਰਾਂ ਕਿ ਜਿਹੜੇ ਫੀਲਡ ਵਿੱਚ ਮੈਂ ਕੰਮ ਕਰ ਰਹੀ ਹਾਂ ਜਾਂ ਜੋ ਚੀਜ਼ਾਂ ਕਰ ਰਹੀ ਹਾਂ ਉਹਦੀ ਮੇਰੇ ਕੋਲ ਵਿਰਾਸਤ ਐਸਾ ਕੋਈ ਵੀ ਨਹੀਂ ਹੈ। ਮੇਰੇ ਘਰ 'ਚ ਤੇ ਜਿੰਨਾ ਕੁ ਮੈਨੂੰ ਯਾਦ ਹੈ, ਮੇਰੇ ਸ਼ਾਇਦ ਖਾਨਦਾਨ ਵਿੱਚ ਵੀ ਕਿਤੇ ਕੋਈ ਮੀਡੀਆ ਨਾਲ ਜੁੜਿਆ ਹੈ ਬੰਦਾ, ਜਾਂ ਫਿਰ ਮੇਰੇ ਖਿਆਲ ਮੇਰੀ ਫੈਮਿਲੀ ਜੇ ਮੈਂ ਯਾਦ ਕਰਾਂ ਤਾਂ ਸ਼ਾਇਦ ਕੋਈ ਨੌਕਰੀ ਪੇਸ਼ਾ ਤੋਂ ਇਲਾਵਾ ਕੁਛ ਵੀ ਨਹੀਂ ਹੈਗਾ। ਜਿਹੜੇ ਆਪਾਂ ਕਾਰੋਬਾਰ ਦੀ ਗੱਲ ਕਰੀਏ, ਫੀਮੇਲ ਦੀ ਗੱਲ ਕਰੀਏ, ਹਾਊਸ ਵਾਈਫ ਹੋਣਗੀਆਂ, ਟੀਚਰਸ ਹੋਣਗੀਆਂ ਜਾਂ ਕੋਈ ਹੋਰ ਪ੍ਰੋਫੈਸ਼ਨਲਸ ਹੋਣਗੀਆਂ, ਪਰ ਮੀਡੀਆ ਦੀ ਕੋਈ ਵੀ ਨਹੀਂ ਹੈ ਮੇਰੇ ਖਾਨਦਾਨ 'ਚ, ਨਾ ਦਾਦਕਿਆਂ 'ਚ ਨਾ ਨਾਨਕਿਆਂ 'ਚ, ਤੇ ਰਾਈਟਰ ਵੀ ਐਸੇ 'ਚ ਕੋਈ ਨਹੀਂ ਹੈ। ਤੇ ਨੰਬਰ 3 ਫਿਰ ਜਿਹੜੀ ਬਿਲਕੁਲ ਇੱਕ ਲਾਈਫ ਅਲੱਗ ਹੈਗੀ ਆ ਇੱਕ ਬਿਲਕੁਲ ਆਮ ਲੜਕੀ ਨਾਲੋਂ, ਕਿ ਮੇਰੇ ਆਪਣੇ ਤਰੀਕੇ ਨਾਲ ਜੀਣ ਦੇ, ਮੈਂ ਆਪਣੇ ਤਰੀਕੇ ਨਾਲ ਜ਼ਿੰਦਗੀ ਨੂੰ ਡਿਜ਼ਾਈਨ ਕੀਤਾ ਜਾਂ ਕਹਿ ਲਓ ਕੁਦਰਤ ਨੇ ਡਿਜ਼ਾਈਨ ਕਰਤਾ। ਉਹਦੀ ਐਗਜ਼ਾਮਪਲ ਮੇਰੇ ਘਰ 'ਚ ਕੋਈ ਨਹੀਂ, ਪਰ ਹਾਂ ਮੇਰੇ ਜਿਹੜੇ ਫਾਦਰ ਸੀਗੇ ਉਹ ਮੇਰੀਆਂ ਚੀਜ਼ਾਂ ਤੋਂ ਬੜੇ ਖੁਸ਼ ਹੁੰਦੇ ਸੀ। ਜਿਵੇਂ ਪਤਾ ਹੀ ਹੈ ਤੁਹਾਨੂੰ ਕਿ ਜਦੋਂ ਪਿਤਾ ਦੇ ਸਾਹਮਣੇ ਉਹਦਾ ਬੱਚਾ ਮੰਨ ਲਓ ਕੋਈ ਛੋਟੀ ਜਿਹੀ ਚੰਗੀ ਚੀਜ਼ ਕਰਦਾ, ਕੋਈ ਵੀ ਸਮਾਨ ਦਾ, ਤਾਂ ਉਹਨਾਂ ਫੁੱਲਿਆ ਨਹੀਂ ਸਮਾਉਂਦੇ। ਬਿਲਕੁਲ। ਤੇ ਉਹਨਾਂ ਨੇ ਮੈਨੂੰ ਐਸਾ ਕੋਈ, ਕਿਉਂਕਿ ਉਹਨਾਂ ਕੋਲ ਵੀ ਇਹਨਾਂ ਚੀਜ਼ਾਂ ਦਾ ਤਜਰਬਾ ਨਹੀਂ ਸੀ, ਪਰ ਹਾਂ ਉਹਨਾਂ ਨੇ ਮੈਨੂੰ ਗਾਈਡ ਵੀ ਐਸਾ ਨਹੀਂ ਕੀਤਾ, ਪਰ ਹਾਂ ਕਦੇ ਰੋਕਿਆ ਨਹੀਂ। ਤੇ ਉਹਨਾਂ ਨੇ ਮੈਨੂੰ ਕਈ ਵਾਰ ਖੁਸ਼ ਹੋਣਾ ਇਹਨਾਂ ਚੀਜ਼ਾਂ ਜਦੋਂ ਉਸ ਟਾਈਮ ਤੇ ਕਰਦੇ ਹੁੰਦੇ ਸੀਗੇ। ਪਰ ਐਸ ਸੱਚ ਜੋ ਕੰਮ ਮੈਂ ਕਰ ਰਹੀ ਹਾਂ ਉਹਦੇ ਲਈ ਮੇਰੇ ਕੋਲ ਵਿਰਾਸਤ ਵਿੱਚ ਮੇਰੇ ਜਿੰਨਾ ਕੁ ਮੈਨੂੰ ਯਾਦ ਆਉਂਦਾ ਕੁਛ ਵੀ ਨਹੀਂ ਹੈਗਾ। ਪਰ ਹਾਂ ਮੇਰੇ ਫਾਦਰ ਦੀ ਹੱਲਾਸ਼ੇਰੀ ਕਹਿ ਸਕਦੇ ਹੋ ਤੇ ਉਹਨਾਂ ਦੀ ਖੁਸ਼ੀ, ਕਿ ਉਹ ਖੁਸ਼ ਹੁੰਦੇ ਸੀ ਕਿ ਅੱਛਾ ਮੇਰੀ ਕੁੜੀ ਲਿਖ ਲੈਂਦੀ ਹੈ, ਅੱਛਾ ਮੇਰੀ ਕੁੜੀ ਬੋਲਦੀ ਹੈ ਜਾ ਕੇ ਕਾਲਜ ਟਾਈਮ ਦੇ ਵਿੱਚ। ਤੇ ਉਹ ਬਸ ਇੱਕ ਮੇਰੇ ਖਿਆਲ ਨਾਲ ਤੁਸੀਂ ਕਹਿ ਸਕਦੇ ਹੋ, ਕਿਉਂਕਿ ਬੱਚੇ ਲਈ ਜਦੋਂ ਬੱਚਾ ਕੋਈ ਵੀ ਕੰਮ ਕਰਦਾ ਔਰ ਮਾਂ ਬਾਪ ਅਗਰ ਖੁਸ਼ ਹੁੰਦੇ ਨੇ ਜਾਂ ਤਾੜੀਆਂ ਮਾਰਦੇ ਆ ਤਾਂ ਉਹਦਾ ਹੌਸਲਾ ਵੱਧ ਜਾਂਦਾ। ਤੇ ਜਿੰਨਾ ਕੁ ਮੈਨੂੰ ਯਾਦ ਹੈ ਸਿਰਫ ਇੱਕ ਇਹ ਚੀਜ਼ ਕਹਿ ਸਕਦੇ ਹੋ, ਬਾਕੀ ਹੋਰ ਐ ਸੱਚ ਕਹੂੰ ਕਿ ਵਿਰਾਸਤ ਵਿੱਚ ਮੈਨੂੰ ਇਹਨਾਂ ਚੀਜ਼ਾਂ ਦੀ ਕੋਈ ਮਿਲੀ ਹੈ, ਉਹ ਇੱਦਾਂ ਦਾ ਕੁਛ ਨਹੀਂ ਹੈ। ਰਮਨਪ੍ਰੀਤ, ਲਿਖਣਾ ਤੁਸੀਂ ਬਹੁਤ ਦੇਰ ਪਹਿਲਾਂ ਸ਼ੁਰੂ ਕਰ ਦਿੱਤਾ ਸੀ, ਮੈਂ ਜਾਣਦੀ ਹਾਂ ਇਹ ਚੀਜ਼, ਕਿ ਕਾਲਜ ਦੇ ਜ਼ਮਾਨੇ ਤੋਂ ਸ਼ਾਇਦ ਸਕੂਲ ਦੇ ਟਾਈਮ ਤੋਂ ਵੀ ਤੁਸੀਂ ਲਿਖਦੇ ਸੀ। ਤੁਸੀਂ ਇਹ ਵੀ ਬਹੁਤ ਗੱਲ ਸਪਸ਼ਟ ਕਰ ਦਿੱਤੀ ਹੈ ਕਿ ਘਰ ਦੇ ਵਿੱਚ ਕੋਈ ਜਾਂ ਐਕਸਟੈਂਡਡ ਫੈਮਿਲੀ ਦੇ ਵਿੱਚ ਵੀ ਕੋਈ ਇਹੋ ਜਿਹਾ ਫੈਮਿਲੀ ਮੈਂਬਰ ਨਹੀਂ ਸੀ ਜਿਹੜਾ ਲਿਖਦਾ ਸੀ। ਤੁਹਾਨੂੰ ਯਾਦ ਹੈ ਕਿ ਪਹਿਲੀ ਵਾਰੀ ਜਦੋਂ ਤੁਸੀਂ ਕੁਝ ਲਿਖਿਆ ਤੇ ਕਿਸ ਮਾਹੌਲ ਦੇ ਵਿੱਚ ਲਿਖਿਆ ਸੀ? ਉਹ ਲਿਖਣ ਦੀ ਲੋੜ ਕਿਉਂ ਪਈ ਸੀ?
ਏਦਾਂ ਹੀ ਤੁਹਾਨੂੰ ਦੱਸਾਂ ਕਿ ਜਿਸ ਤਰ੍ਹਾਂ ਕੋਈ ਬੱਚਾ ਥੋੜੀ ਚੰਗੀ ਚੀਜ਼ ਕਰਦਾ ਹੈਗਾ ਹੈ ਨਾ, ਤੇ ਮਾਂ ਬਾਪ ਅਗਰ ਉਹਨੂੰ ਐਪਰੀਸ਼ੀਏਟ ਕਰਨ ਤੇ ਉਹ ਅਗਲੀ ਵਾਰ ਉਹ ਪਰਫੋਰਮੈਂਸ ਹੋਰ ਵਧੀਆ ਤਰੀਕੇ ਨਾਲ ਕਰੂਗਾ। ਹੂੰ ਤੇ ਮੈਨੂੰ ਇੰਨਾ ਤਾਂ ਨਹੀਂ ਯਾਦ ਆ ਰਿਹਾ ਕਿ ਕਿਸ ਮਾਹੌਲ 'ਚ ਲਿਖਿਆ ਸੀ, ਪਰ ਹਾਂ ਕਾਲਜ ਦੇ ਦਿਨਾਂ ਸ਼ਾਇਦ, ਹਾਂ ਕਾਲਜ ਜਦੋਂ +2 ਦੇ ਵਿੱਚ ਗਏ ਸੀ। ਹੂੰ ਤੇ ਕਿਉਂਕਿ ਜਦੋਂ 10th ਕਰਨ ਤੋਂ ਬਾਅਦ +2 'ਚ ਜਾਣਾ ਸੀਗਾ, +1 'ਚ ਜਾਣਾ ਸੀ, ਤੇ ਮੈਂ ਮੇਰਾ ਇਹੀ ਸੀਗਾ ਜ਼ਹਿਨ ਦੇ ਵਿੱਚ ਕਿ ਅਸੀਂ ਕਾਲਜ ਜਾਣਾ ਹੈਗਾ। ਹੂੰ ਔਰ ਜਿਵੇਂ ਸਾਰੇ ਫੈਮਿਲੀ ਮੈਂਬਰ ਸੀਗੇ ਕਿ ਨਹੀਂ ਸਕੂਲ ਭੇਜੋ, ਕੁੜੀਆਂ ਨੂੰ ਕਾਲਜ ਨਾ ਭੇਜੋ, 2 ਸਾਲ ਹੋਰ ਅਕਲ ਲੈ ਲੈਣ ਦਿਓ, ਸਮਝ ਲੈ ਲੈਣ ਦਿਓ। ਹੂੰ ਨੰਬਰ 1। ਨੰਬਰ 2 ਸੀ ਉਸ ਵੇਲੇ ਪ੍ਰੈਸ਼ਰ ਸੀਗਾ ਕਿ ਮੇਰੇ ਫਾਦਰ ਅਸੀਂ ਹੋਮੋਪੈਥਿਕ ਦੇ ਡਾਕਟਰ ਸੀਗੇ, ਤੇ ਸਾਰਿਆਂ ਦਾ ਕਿ ਇਹਨੂੰ ਮੈਡੀਕਲ ਕਰਾ ਦਿਓ, ਮੈਡੀਕਲ ਕਰਾ ਦਿਓ। ਅੱਛਾ ਹੁਣ ਉਸ ਵੇਲੇ ਮੈਨੂੰ ਨਹੀਂ ਪਤਾ ਮੈਡੀਕਲ ਕਰਾਉਣ ਦਾ ਉਹਨਾਂ ਦਾ ਕਿੰਨਾ ਕੌਨਸੈਪਟ ਕਲੀਅਰ ਸੀ ਕਿ ਤੁਸੀਂ ਕਿਹੜੀ ਮੈਡੀਕਲ ਨੂੰ ਕਰਵਾਉਣਾ ਹੈ, ਐਲੋਪੈਥੀ ਕਰਵਾਉਣਾ ਜਾਂ ਹੋਮੋਪੈਥੀ ਕਰਵਾਉਣਾ। ਹੂੰ ਮੈਂ ਤਾਂ ਅੜੀ ਹੋਈ ਸੀ ਕਿ ਮੈਂ ਨਹੀਂ ਆ ਕਰਨਾ, ਮੈਂ ਮੈਡੀਕਲ ਨਹੀਂ ਕਰਨਾ, ਮੈਂ ਤਾਂ ਕੁਛ ਆਰਟ ਦਾ ਕਰਨਾ, ਮੈਂ ਕੁਛ ਕ੍ਰੀਏਟਿਵ ਕਰਨਾ। ਹੂੰ ਤੇ ਉਸ ਵੇਲੇ ਫਿਰ ਮੇਰੇ ਫਾਦਰ ਸਾਹਿਬ ਨੇ ਮੇਰੀ ਗੱਲ ਸੁਣੀ ਕਿ ਠੀਕ ਹੈ ਜੋ ਕਰਨਾ ਚਾਹੁੰਦੀ ਕੁੜੀ ਕਰ ਦਿਓ, ਪਰ ਮੈਂ ਕਾਲਜ 'ਚ ਹੀ ਇਹਨੂੰ ਐਡਮਿਸ਼ਨ ਕਰਵਾਵਾਂਗਾ। ਅੱਛਾ ਤੇ ਫਿਰ ਜਦੋਂ ਉਹ ਐਡਮਿਸ਼ਨ ਹੋ ਗਈ ਤਾਂ ਆਪਣੀ ਮਨਮਰਜ਼ੀ ਦੇ ਸਬਜੈਕਟ ਲੈ ਲਈ, ਇਲੈਕਟਿਵ ਪੰਜਾਬੀ ਲੈ ਲਈ, ਹਿਸਟਰੀ ਲੈ ਲਈ, ਪੋਲੀਟਿਕਸ, ਪੋਲੀਟੀਕਲ ਸਾਇੰਸ ਲੈ ਲਈ। ਔਰ ਮੈਨੂੰ ਹੁੰਦਾ ਸੀ ਕਿ ਹਾਂ ਪੰਜਾਬੀ ਦੇ ਵਿੱਚ ਤੁਸੀਂ ਆਪਣੀ ਗੱਲ ਕਹਿ ਸਕਦੇ ਹੋ। ਉਦੋਂ ਮੈਨੂੰ ਲੱਗਦਾ ਕਿ ਫਿਰ ਮੇਰਾ ਧਿਆਨ ਥੋੜ੍ਹਾ ਹੋਇਆ ਕਿ ਮੈਂ ਹੁਣ ਕੁਛ ਪ੍ਰੂਵ ਕਰਨਾ ਤਾਂ ਕਿ ਮੇਰੇ ਫਾਦਰ ਨੂੰ ਬਾਕੀਆਂ ਤੋਂ ਸੁਣਨਾ ਨਾ ਪਵੇ ਕਿ ਹਾਂਜੀ ਤੁਸੀਂ ਆਪਣੀ ਮਨਮਰਜ਼ੀ ਕਰਕੇ ਕੁੜੀ ਨੂੰ ਕਾਲਜ ਪਾ ਤਾ ਤੇ ਇਹ ਤਾਂ ਕੁਛ ਕਰਦੀ ਨਹੀਂ। ਹੂੰ ਜਾਂ ਜਿਵੇਂ ਮੈਂ ਹਾਸੇ ਵਾਲੀ ਗੱਲ ਤੁਹਾਨੂੰ ਜਦੋਂ +1 'ਚ ਲਿਆ ਤੇ ਜਿੰਨੇ ਘਰ ਦੇ ਰਿਸ਼ਤੇਦਾਰ ਆਏ ਜੀ ਆ ਕੇ ਮੈਨੂੰ ਨਸੀਹਤ ਦਿੰਦੇ ਸੀਗੇ ਕਿ ਕਾਲਜ ਤੋਂ ਨਾ ਸਿੱਧੇ ਘਰ ਆਉਣਾ, ਘਰ ਤੋਂ ਸਿੱਧੇ ਕਾਲਜ ਇਹ ਨਾ ਹੋਵੇ ਕਿ ਘਰੋਂ ਕਾਲਜ ਜਾਓ ਤੇ ਪਹੁੰਚੇ ਹੋ ਸਿਨੇਮਾ ਘਰਾਂ 'ਚ। ਹਾਂ ਤੇ ਮੈਂ ਸੋਚਣਾ ਮੈਂ ਕਿ ਸਿਨੇਮਾ ਘਰ ਜਲੰਧਰ 'ਚ ਕਿੱਥੇ ਸਿਨੇਮਾ ਘਰ, ਮੈਨੂੰ ਤਾਂ ਪਤਾ ਵੀ ਨਹੀਂ ਸੀ ਹੁੰਦਾ ਉਸ ਵੇਲੇ। ਤੇ ਮੈਨੂੰ ਬੜਾ ਲੱਗਣਾ ਉਸ ਵੇਲੇ ਕਿ ਯਾਰ ਮੈਨੂੰ ਤਾਂ ਪਤਾ ਵੀ ਨਹੀਂ ਕਿਹੜਾ ਸਿਨੇਮਾ ਘਰ ਹੈ। ਤੇ ਉਹ ਜਿੰਨੇ ਮਾਮੇ ਜਾਂ ਮਾਸੀਆਂ ਹੁਣ ਨਾ ਤੂੰ ਬਹੁਤੀ ਇਹ ਨਾ ਸਮਝ ਲਈਂ ਕਾਲਜ ਚਲੀ ਗਈਆਂ ਤੇ ਹੁਣ ਤੂੰ ਫੈਸ਼ਨ ਕਰੇਂਗੀ ਫੈਸ਼ਨ। ਉਸ ਵੇਲੇ ਮੈਨੂੰ ਲੱਗਦਾ ਜਦੋਂ ਕਾਲਜ ਗਏ ਸੀ ਤੇ ਜਿਹੜੇ ਸੂਟ ਵੀ ਹੁੰਦੇ ਸੀਗੇ ਉਹ ਮੰਮੀ ਨੇ ਆਪਣੇ ਛੋਟੇ ਕਰਕੇ ਜਿਹੜੇ ਉਹ ਸੀਗੇ ਉਹ ਬਣਾ ਕੇ ਦਿੱਤੇ। ਤੋ ਕਈ ਗੱਲਾਂ ਸਮਝ ਨਹੀਂ ਸੀ ਆਉਂਦੀਆਂ, ਪਰ ਧਿਆਨ 'ਚ ਲੱਗ ਗਿਆ ਕਿ ਹਾਂ ਡੈਡੀ ਨੂੰ ਕੁਛ ਸੁਣਨਾ ਨਾ ਪੈ ਜਾਏ, ਕਿਉਂਕਿ ਉਹਨਾਂ ਨੇ ਮੇਰੀ ਇੱਕ ਬੜੀ ਵੱਡੀ ਇੱਛਾ ਪੂਰੀ ਕਰਤੀ ਸੀ ਕਿ ਕਾਲਜ ਦੇ ਵਿੱਚ ਐਡਮਿਸ਼ਨ ਕਾਲਜ 'ਚ ਦਵਾ ਉਹਨਾਂ ਦਿੱਤੀ। ਨੇ ਮੈਨੂੰ ਦਾਖਲ ਕਰਾਤਾ। ਹਾਂ ਕਾਲਜ। ਫਿਰ ਉਦੋਂ ਪੰਜਾਬੀ ਥੋੜ੍ਹਾ ਹੁੰਦਾ ਸੀ, ਹਾਂਜੀ ਪੰਜਾਬੀ ਪੜ੍ਹਨੀ ਹੈ, ਲਿਟਰੇਚਰ ਪੜ੍ਹਨਾ ਹੈ, ਕੁਛ ਲਿਖਣਾ। ਉਹ ਚੀਜ਼ਾਂ ਜਦੋਂ ਨਵਾਂ ਲਿਟਰੇਚਰ ਪੜ੍ਹਨਾ ਸ਼ੁਰੂ ਕੀਤਾ ਉਹਨੂੰ ਕਰਦੇ ਕਰਦੇ ਮੇਖਾਂ ਨਾਲ ਵਿੱਚੋਂ ਕਿਤੇ ਪੋਟਰੀ ਲਿਖਣ ਦਾ ਸ਼ੌਕ ਹੋ ਗਿਆ। ਤੇ ਮੈਨੂੰ ਯਾਦ ਹੈ ਕਿ ਜੇ ਮੈਂ ਲਿਖੀ ਸੀ ਉਸ ਵੇਲੇ ਕਵਿਤਾ ਉਹ ਸ਼ਾਇਦ ਕੋਈ ਪੰਜਾਬ ਦੀ ਹੋਊਗੀ, ਪੰਜਾਬ ਦੇ ਉੱਪਰ ਲਿਖੀ ਹੋਊਗੀ। ਮੈਂ ਯਾਦ ਕਰਾ ਦਿੰਦੀ ਤੁਹਾਨੂੰ। ਮੈਂ ਆਪਣੀ ਸੁਣਨ ਵਾਲਿਆਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਮੈਂ ਤੇ ਰਮਨਪ੍ਰੀਤ ਅਸੀਂ ਇਕੱਠੇ ਪੜ੍ਹੇ ਹਾਂ। ਰਮਨਪ੍ਰੀਤ ਦੀ ਜੋ ਕਵਿਤਾ ਮੈਨੂੰ ਯਾਦ ਆ, ਜਿਹੜੀ ਪਹਿਲੀ ਕਵਿਤਾ ਸੀ, ਮੈਂ ਰੱਬ ਨੂੰ ਕੀਤਾ ਟੈਲੀਫੋਨ। ਪੰਜਾਬ ਦੇ ਹਾਲਾਤ ਤੇ ਸੀ, ਪੰਜਾਬ ਦੇ ਹਾਲਾਤ ਬਾਰੇ ਸੀ। ਮੈਂ ਰੱਬ ਨੂੰ ਕੀਤਾ ਟੈਲੀਫੋਨ, ਜਿਹੜੀ ਕਾਲਜ ਦੇ ਵਿੱਚ HMV ਕਾਲਜ ਦੇ ਵਿੱਚ ਪੜ੍ਹੀ ਵੀ ਗਈ ਸੀ। ਐਂਡ ਆਈ ਵਾਜ਼ ਸੋ ਸਰਪ੍ਰਾਈਜ਼ਡ। ਉਸ ਕਵਿਤਾ ਦੇ ਜ਼ਰੀਏ ਹੀ ਮੈਂ ਤੁਹਾਨੂੰ ਪਹਿਲੀ ਵਾਰੀ ਮਿਲੀ ਸੀ ਕਿ ਇਸ ਕੁੜੀ ਨੇ ਇੰਨੀ ਵਧੀਆ ਕਵਿਤਾ ਲਿਖੀ ਆ। ਮੈਂ ਇਹਨੂੰ ਮਿਲਦੀ ਹਾਂ ਜਾ ਕੇ। ਅੱਛਾ ਹਾਂ, ਕਿਉਂਕਿ ਬਹੁਤ ਲੰਬਾ ਸਮਾਂ ਹੋ ਗਿਆ ਹੈ ਨਾ, ਤੇ ਉਹ ਕਈ ਚੀਜ਼ਾਂ ਤੁਹਾਡੇ ਜ਼ਹਿਨ 'ਚ ਕਈ ਵਾਰ ਘਿਰ ਜਾਂਦੀਆਂ ਨੇ। ਤੇ ਮੈਨੂੰ ਲੱਗ ਰਿਹਾ ਸੀ, ਮੈਂ ਕਿਹਾ ਮੈਂ ਹਾਂ ਪੰਜਾਬ ਤੇ ਕਿਤੇ ਕਵਿਤਾ ਲਿਖੀ ਹੋਣੀ, ਮੈਂ ਰੱਬ ਨੂੰ ਕੀਤਾ ਟੈਲੀਫੋਨ। ਠੀਕ ਹੈ, ਮੇਰੇ ਜ਼ਹਿਨ 'ਚ ਆ ਰਹੀ ਸੀ ਪੰਜਾਬ ਦੀ ਕਿ ਸਿੱਜਾ ਪੰਜਾਬ ਤੇਰੀ ਧਰਤੀ ਤੇ ਤੇਰੇ ਪਾਣੀਆਂ ਨੂੰ, ਤੇਰੇ ਬਚਪਨ, ਤੇਰੇ ਬੁਢਾਪੇ, ਤੇਰੇ ਜਵਾਨੀਆਂ ਨੂੰ, ਸਿੱਜਦਾ ਤੇਰੇ ਇਤਿਹਾਸ ਦੇ ਹਰ ਪੰਨੇ ਨੂੰ, ਸਿੱਜਦਾ ਤੇਰੀਆਂ ਵੀਰ ਗਾਥਾਵਾਂ, ਇਸ਼ਕ ਕਹਾਣੀਆਂ ਨੂੰ, ਸਿੱਜਦਾ ਯੋਧਿਆਂ, ਨਾਇਕਾਂ, ਸੰਗਰਾਮੀਆਂ ਨੂੰ, ਜਿਨ੍ਹਾਂ ਰੋਕਿਆ ਜ਼ਾਲਮਾਂ ਦੀਆਂ ਮਨਮਾਨੀਆਂ ਨੂੰ, ਰਹਿ ਰਹਿ ਕੇ ਪਰਖੇ ਜਿਨ੍ਹਾਂ ਜੇਰੇ ਸਾਡੇ, ਸਿੱਜਦਾ ਉਹਨਾਂ ਕਾਲੇ ਦਿਨਾਂ, ਕਾਲੇ ਬੱਦਲਾਂ, ਕਾਲੇ ਪਾਣੀਆਂ ਨੂੰ। ਤੇ ਇਹ ਉਸ ਵੇਲੇ ਦੀਆਂ ਨੇ। ਕਈ ਵਾਰ ਕਈ ਚੀਜ਼ਾਂ ਤੁਸੀਂ ਲਿਖੀਆਂ ਹੁੰਦੀਆਂ ਨੇ ਤੇ ਉਹ ਜਦੋਂ ਅਸੀਂ ਕਾਫੀ ਦੇਰ ਬਾਅਦ, ਕਾਫੀ ਸਾਲਾਂ ਬਾਅਦ ਪੜ੍ਹਦੇ ਤੁਹਾਨੂੰ ਯਕੀਨ ਨਹੀਂ ਆਉਂਦਾ ਕਿ ਅੱਛਾ ਮੈਂ ਲਿਖੀ ਸੀ ਉਸ ਵੇਲੇ। ਅੱਛਾ ਉਹਨੂੰ ਸਮਝ ਸੀਗੀ ਲਿਖੀ। ਉਹੀ ਗੱਲ ਖਿਆਲ 'ਚ ਆਉਂਦੀ ਕਿ ਉਸ ਵੇਲੇ ਵੀ ਅਸੀਂ ਇੰਨੇ ਸੈਂਸੀਬਲ ਤੇ ਸੈਂਸਿਟਿਵ ਸਾਂ। ਕਈ ਵਾਰੀ ਮਨ 'ਚ ਇਹ ਸਵਾਲ ਆਉਂਦੇ ਆ। ਰਮਨਪ੍ਰੀਤ, ਜਿਸ ਵੇਲੇ ਤੁਸੀਂ ਪੜ੍ਹਦੇ ਸੀ, ਤੁਹਾਨੂੰ ਕਾਲਜ ਦੇ ਵਿੱਚ ਐਡਮਿਸ਼ਨ ਤਾਂ ਮਿਲ ਗਈ। ਉਸ ਤੋਂ ਬਾਅਦ ਤੁਸੀਂ ਇਸ ਚੀਜ਼ 'ਤੇ ਬਹੁਤ ਐਕਸਾਈਟਿਡ ਸੀ, ਤੁਸੀਂ ਖੁਸ਼ ਸੀ ਕਿ ਇਹ ਓਪਰਚੁਨਿਟੀ ਮਿਲ ਗਈ ਆ ਜਿਹੜੀ ਤੁਸੀਂ ਚਾਹੁੰਦੇ ਸੀ, ਕਾਲਜ ਦੇ ਵਿੱਚ ਪੜ੍ਹਨਾ ਚਾਹੁੰਦੇ ਸੀ। ਅਤੇ ਖ਼ਾਸ ਕਰਕੇ ਤੁਸੀਂ ਲਿਖਣਾ ਵੀ ਸ਼ੁਰੂ ਕਰ ਦਿੱਤਾ ਪੰਜਾਬੀ ਦੇ ਵਿੱਚ। ਤੁਹਾਨੂੰ ਲੱਗਦਾ ਸੀ ਕਿ ਮੈਂ ਬਹੁਤ ਵਧੀਆ ਐਕਸਪ੍ਰੈਸ ਕਰ ਸਕਦੀ ਹਾਂ। ਪਰ ਉਹਦੇ ਨਾਲ ਮੈਨੂੰ ਪਤਾ, ਮੈਂ ਇੱਕ ਗੱਲ ਸੁਣਨ ਵਾਲਿਆਂ ਨੂੰ ਦੱਸਣੀ ਜ਼ਰੂਰ ਚਾਹੁੰਦੀ, ਜਿਹੜੇ ਇਸ ਵੇਲੇ ਸੁਣ ਰਹੇ ਆ, ਕਿ ਰਮਨਪ੍ਰੀਤ ਅਤੇ ਮੈਂ ਅਸੀਂ ਇਕੱਠੇ ਪੜ੍ਹੇ ਹਾਂ। ਅਸੀਂ ਲੰਬਾ ਸਮਾਂ ਇਕੱਠੇ ਕੰਮ ਵੀ ਕੀਤਾ।
ਸੋ ਬਹੁਤ ਸਾਰੀਆਂ ਚੀਜ਼ਾਂ ਇਹੋ ਜਿਹੀਆਂ ਨੇ ਜਿਹੜੀਆਂ ਮੇਰੀ ਆਪਣੀ ਨੌਲੇਜ ਦੇ ਵਿੱਚ ਵੀ ਹੈਗੀਆਂ ਨੇ, ਪਰ ਮੈਂ ਤੁਹਾਡੀ ਨੌਲੇਜ ਦੇ ਵਿੱਚ ਖਾਸ ਕਰਕੇ ਸੁਣਨ ਵਾਲਿਆਂ ਦੀ ਨੌਲੇਜ ਦੇ ਜਾਣਕਾਰੀ ਦੇ ਲਈ ਇਹ ਗੱਲਾਂ ਜ਼ਰੂਰੀ ਤੌਰ 'ਤੇ ਪੁੱਛਣੀਆਂ ਚਾਹੂੰਗੀ, ਕਿਉਂਕਿ ਤੁਹਾਡੇ ਇੰਟਰਸਟ ਦੀਆਂ ਵੀ ਹੋਣਗੀਆਂ ਇਹ ਗੱਲਾਂ। ਜਦੋਂ ਕਾਲਜ ਜੀ। ਤੁਸੀਂ ਉਸ ਵੇਲੇ ਪੜ੍ਹ ਰਹੇ ਸੀ, ਕਦੇ ਮਨ ਦੇ ਵਿੱਚ ਵਿਜ਼ੂਅਲਾਈਜ਼ ਕੀਤਾ ਕਿ ਮੈਂ ਵੱਡੀ ਹੋ ਕੇ ਕੀ ਕਰਾਂਗੀ, ਅਲਟੀਮੇਟਲੀ ਮੇਰਾ ਗੋਲ ਕੀ ਹੋਏਗਾ? ਕਦੇ ਮਨ ਦੇ ਵਿੱਚ ਖਿਆਲ ਆਉਂਦੇ ਹੁੰਦੇ ਸੀ, ਜਾਂ ਬਸ ਰਸਤੇ ਆਪਣੇ ਆਪ ਬਣਦੇ ਗਏ, ਜਿੱਥੇ ਤੁਸੀਂ ਅੱਜ ਪਹੁੰਚ ਗਏ ਹੋ ਤੁਸੀਂ ਉੱਥੇ ਪਹੁੰਚ ਗਏ? ਦੇਖੋ ਰੁਜੋ, ਜਿਸ ਦੌਰ ਦੀ ਅਸੀਂ ਗੱਲ ਕਰ ਰਹੇ ਹਾਂ ਅੱਜ ਤੋਂ ਕਹਿ ਸਕਦੇ ਹਾਂ ਕਿ 25 ਤੋਂ 30 ਸਾਲ ਪਹਿਲਾਂ, ਹੈ ਨਾ, ਉਸ ਵੇਲੇ ਕੋਈ ਐਡੀ ਕਰੀਅਰ ਕਾਉਂਸਲਿੰਗ ਵਾਲੀ ਚੀਜ਼ ਨਹੀਂ ਸੀ। ਪੇਰੈਂਟਸ ਸਾਡੇ ਠੀਕ ਹੈ ਆਪੋ ਆਪਣੀ ਪ੍ਰੋਫੈਸ਼ਨ 'ਚ ਤਾਂ ਅੱਛੇ ਹੋ ਸਕਦੇ, ਪਰ ਉਹਨਾਂ ਨੂੰ ਨਹੀਂ ਸੀ ਪਤਾ ਹੁੰਦਾ ਕਿ ਬੱਚਿਆਂ ਨੂੰ ਕਿਹੜੇ ਪਾਸੇ ਲਗਾਉਣਾ। ਜਿੱਦਾਂ ਮੈਂ ਦੱਸ ਰਹੀ ਹਾਂ ਕਿ ਮੇਰੇ ਤੇ ਪ੍ਰੈਸ਼ਰ ਸੀਗਾ ਕਿ ਅੱਛਾ ਫਾਦਰ ਡਾਕਟਰ ਹੈ, ਅੱਛਾ ਇਹ ਕੁੜੀ ਫੈਮਿਲੀ ਦੀ ਵੱਡੀ ਕੁੜੀ, ਹੁਣ ਇਹਨੂੰ 10ਵੀਂ ਕਰੀ, ਚਲੋ ਇਹਨੂੰ ਮੈਡੀਕਲ ਕਰਾਓ ਜੀ। ਤੇ ਮੈਡੀਕਲ ਕੀ ਕਰਾਉਣਾ, ਉਹਦੀ ਤਿਆਰੀ ਬੱਚੇ 'ਚ ਕਿੱਦਾਂ ਦਾ ਖਾਸੀਅਤ ਹੋਣੀ ਚਾਹੀਦੀ ਹੈ, ਬੱਚਾ ਤੁਹਾਡਾ ਜ਼ਿਆਦਾ ਪੜ੍ਹਨ ਵਾਲਾ ਬੱਚਾ ਕੀ, ਉਹਦਾ ਕੁਛ ਪਤਾ ਨਹੀਂ ਸੀ। ਸਿਰਫ ਇੱਕ ਵੇਗ ਜਿਹਾ ਡਿਸੀਜਨ ਕਿ ਡਾਕਟਰੀ ਕਰਾ ਦਿਓ ਜੀ, ਫਾਦਰ ਡਾਕਟਰ ਹੈ, ਬੱਚੇ ਵੀ ਡਾਕਟਰ ਹੋਣ। ਤੇ ਉਹ ਚਲੋ ਮੈਂ ਕਹਿਤਾ ਕਿ ਨਹੀਂ, ਮੈਂ ਨਹੀਂ ਕਰਨਾ, ਮੈਂ ਕੁਛ ਆਰਟ ਦਾ ਕਰਨਾ। ਤੇ ਅੱਗੇ ਵੀ ਫਿਰ ਕੋਈ ਇੱਦਾਂ ਦੀ ਐਸਚ ਗਾਈਡੈਂਸ ਨਹੀਂ ਸੀ, ਨਾ ਹੀ ਉਸ ਵੇਲੇ ਕਾਲਜਿਸ ਜਾਂ ਸਕੂਲ ਦੇ ਵਿੱਚ ਇੱਦਾਂ ਦੇ ਕੋਈ ਸੈੱਲ ਹੁੰਦੇ ਸੀ ਜਿਹੜੇ ਅੱਜ ਕੱਲ੍ਹ ਨੇ ਕਰੀਅਰ ਕਾਉਂਸਲਿੰਗ ਦੇ ਜਾਂ ਬੱਚਿਆਂ ਦੀ ਕਾਉਂਸਲਿੰਗ ਕਰਨ ਦੇ। ਉਹਦਾ ਕੁਛ ਵੀ ਨਹੀਂ ਸੀ ਹੁੰਦਾ। ਬਿਲਕੁਲ। ਪਰ ਹਾਂ, ਦਿਲ 'ਚ ਇੱਕ ਜਜ਼ਬਾ ਹੁੰਦਾ ਸੀ, ਦਿਲ 'ਚ ਇੱਕ ਜਜ਼ਬਾ ਸੀ ਕਿ ਕੁਛ ਕਰਨਾ, ਕੁਛ ਹਟ ਕੇ ਕਰਨਾ, ਕੁਛ ਅਲੱਗ ਕਰਨਾ। ਤੇ ਇੱਕ ਸਭ ਤੋਂ ਵੱਡੀ ਗੱਲ ਹੁੰਦੀ, ਜਿਹੜਾ ਇੱਕ ਕੁੜੀਆਂ ਦਾ ਰੋਲ ਨਿਰਧਾਰਿਤ ਕੀਤਾ ਹੁੰਦਾ ਸੀ, ਮੈਨੂੰ ਉਹਦੇ ਤੋਂ ਸਖਤ ਨਫ਼ਰਤ ਹੁੰਦੀ ਸੀ। ਮੈਨੂੰ ਲੱਗਦਾ ਸੀ ਕਿ ਕੁੜੀਆਂ ਆਹੀ ਕਿਉਂ ਕਰਨ। ਅੱਛਾ ਠੀਕ ਹੈ, ਪੜ੍ਹ ਲਿਖ ਵੀ ਗਈਆਂ, ਟੀਚਰ ਬਣ ਗਈਆਂ ਜਾਂ ਕਿਤੇ ਬੈਂਕ 'ਚ ਨੌਕਰੀ ਲੱਗ ਗਈਆਂ, ਦਿਨਚਰਿਆ ਉਹੀ ਉਹਨਾਂ ਦੀ ਹੈ, ਰੋਟੀਆਂ ਵੀ ਪਕਾਉਣੀਆਂ, ਭਾਂਡੇ ਵੀ ਮਾਂਜਣੇ ਹੈ, ਘਰ ਸਾਂਭਣਾ, ਬਾਹਰ ਨਹੀਂ ਖੜੇ ਹੋਣਾ, ਇੱਧਰ ਨਹੀਂ ਜਾਣਾ, ਰਾਤ ਨੂੰ ਨਹੀਂ ਨਿਕਲਣਾ, ਕਿਸੇ ਵਾਧੂ ਬੰਦੇ ਨਾਲ ਗੱਲ ਨਹੀਂ ਕਰਨੀ। ਮੈਨੂੰ ਨਾ ਬੜੀ ਇੱਕ ਤਰ੍ਹਾਂ ਚਿੜ ਚੜ੍ਹਦੀ ਹੁੰਦੀ ਕਿ ਵਾਟ ਇਜ਼ ਦਿਸ। ਜਿਵੇਂ ਮੈਂ ਐਗਜ਼ਾਮਪਲ ਦਿੱਤੀ ਕਿ ਜਦੋਂ ਮੈਂ ਕਾਲਜ 'ਚ ਐਡਮਿਸ਼ਨ ਲੈ ਲਈ ਤੇ ਮਤਲਬ ਮੇਰੇ ਘਰ ਦੇ ਕੋਈ ਵੀ ਰਿਲੇਟਿਵਸ ਆਣੇ, ਰਿਸ਼ਤੇਦਾਰ ਆਣੇ, ਮਾਮੇ ਜਾਂ ਮਾਸੀਆਂ, ਉਹਨਾਂ ਨੇ ਆਉਂਦੇ ਹੀ ਗੱਲ ਕਰਨੀ, ਹੁਣ ਕਾਲਜ ਚਲੀ ਗਈ ਆ, ਇੱਧਰ ਉਧਰ ਤੁਰੀ ਫਿਰੀ। ਅਸੀਂ ਤੁਰੇ ਫਿਰਨ, ਤੁਹਾਨੂੰ ਉਸ ਵੇਲੇ ਸ਼ਹਿਰ 'ਚ ਥਾਵਾਂ ਦਾ ਪਤਾ ਵੀ ਨਹੀਂ ਹੁੰਦਾ। ਘਰੋਂ ਤੁਸੀਂ ਸਕੂਲ ਤੱਕ ਗਏ ਸੀ, ਸਕੂਲ ਤੋਂ ਜਿਹੜੀਆਂ 2-3 ਸਹੇਲੀਆਂ ਦੇ ਘਰ ਪਤਾ ਹੁੰਦੇ ਸੀ। ਤੇ ਮੈਨੂੰ ਨਹੀਂ ਯਾਦ ਕਿ ਸਕੂਲ ਦੇ ਟਾਈਮ ਮੈਨੂੰ ਆਪਣੀਆਂ 1-2 ਸਹੇਲੀਆਂ ਦੇ ਘਰ ਤੋਂ ਇਲਾਵਾ ਸ਼ਾਇਦ ਕੋਈ ਹੋਰ ਚੀਜ਼ ਨਹੀਂ ਪਤਾ ਹੋਊਗੀ। ਪਰ ਉਹ ਘਰ ਦੇ ਕੀ ਕਰਦੇ ਸੀ, ਜਾਂ ਤਾਂ ਸੁਣੀਆਂ ਸੁਣਾਈਆਂ ਗੱਲਾਂ ਤੁਹਾਡੇ ਦਿਮਾਗ 'ਚ ਫੀਡ ਕਰ ਦਿੰਦੇ ਕਿ ਅੱਛਾ ਏਦਾਂ ਵੀ ਹੋ ਸਕਦਾ। ਜਿਹੜੀ ਕੁੜੀ ਪੜ੍ਹਨ ਲੱਗ ਗਈ, ਕਾਲਜ ਚਲੀ ਗਈ, ਉਹ ਵਿਗੜ ਜਾਣੀ ਆ। ਹਾਂ, ਤੇ ਉਹ ਬੜੀਆਂ ਚੀਜ਼ਾਂ ਸਰਪ੍ਰਾਈਜ਼ ਕਰਦੀ ਸੀ। ਅੱਛਾ ਮੇਰੇ ਤਾਂ ਦਿਮਾਗ 'ਚ ਨਹੀਂ। ਫਿਰ ਉਹਨਾਂ ਨੇ ਕਹਿਣਾ ਪੜ੍ਹ ਲਿਓ ਤੁਸੀਂ, ਨਾਮ ਨਾ ਖਰਾਬ ਕਰ ਦਿਓ, ਮਾਂ ਬਾਪ ਦੀ ਇੱਜ਼ਤ। ਮੈਂ ਸੋਚਦੀ ਵਾਟ ਇਜ਼ ਇੱਜ਼ਤ, ਕੀ ਇੱਜ਼ਤ? ਮਤਲਬ ਠੀਕ ਹੈ, ਮੇਰੇ ਫਾਦਰ ਨੇ ਮੇਰੀ ਇੱਛਾ ਪੂਰੀ ਕਰਤੀ ਵੀ ਪੜ੍ਹਨਾ ਸੀਗਾ, ਕਾਲਜ ਜਾਣਾ ਸੀ, ਉਹ ਕਰਤਾ। ਤੇ ਮੇਰੇ ਤੇ ਬੜਾ ਵੱਡਾ ਇਹਸਾਨ ਵੀ ਹੈ ਤੇ ਮੈਂ ਪ੍ਰੂਵ ਵੀ ਕਰਨਾ ਕਿ ਆਈ ਐਮ ਰਾਈਟ, ਕਿ ਮੈਂ ਪੜ੍ਹਨ ਲਈ ਕੁਛ ਬਣਨ ਲਈ ਕਰਨਾ। ਰਮਨਪ੍ਰੀਤ, ਇੱਥੇ ਮੈਂ ਆਪਣੇ ਸੁਣਨ ਵਾਲਿਆਂ ਦੇ ਨਾਲ ਇੱਕ ਗੱਲ ਸਾਂਝੀ ਕਰਨਾ ਚਾਹੁੰਦੀ ਹਾਂ। ਮੈਨੂੰ ਨਹੀਂ ਪਤਾ ਕਿ ਤੁਹਾਨੂੰ ਉਹ ਚੀਜ਼ ਯਾਦ ਹੈ ਜਾਂ ਨਹੀਂ ਯਾਦ, ਪਰ ਮੈਂ ਸੁਣਨ ਵਾਲਿਆਂ ਨੂੰ ਜ਼ਰੂਰ ਦੱਸਣਾ ਚਾਹੁੰਦੀ ਹਾਂ ਕਿ ਜਿਸ ਵੇਲੇ ਅਸੀਂ ਇਕੱਠੀਆਂ ਪੜ੍ਹਦੀਆਂ ਹੁੰਦੀਆਂ ਸੀ, ਸਾਡੀ ਇੱਕ ਮੋੜ 'ਤੇ ਡਿਸਕਸ਼ਨ ਹੋਈ ਸੀ ਇਸੇ ਮਾਮਲੇ ਦੇ ਵਿੱਚ ਕਿ ਜਦੋਂ ਕੁੜੀਆਂ ਦਾ ਰੋਲ ਨਿਰਧਾਰਿਤ ਕਰਨ ਦੀ ਗੱਲ ਆਉਂਦੀ ਹੈ, ਮੇਰੇ ਘਰ ਦੇ ਛੱਤ ਦੇ ਬਨੇਰੇ 'ਤੇ ਅਸੀਂ ਦੋਨੇ ਖੜੀਆਂ ਸੀ ਤੇ ਇਹ ਰੋਲ ਡਿਸਕਸ ਕਰ ਰਹੇ ਸੀ। ਅਸੀਂ ਉਦੋਂ ਬਹੁਤ ਜ਼ਿਆਦਾ ਮੈਚਿਓਰ ਮਾਈਂਡ ਨਹੀਂ ਸੀ, ਪਰ ਸਾਡੀ ਇੰਨੀ ਜ਼ਰੂਰ ਗੱਲ ਹੋਈ ਹੋਏਗੀ ਪਛਾਣ ਬਾਰੇ। ਆਪਣੀ ਦੋਹਾਂ ਦੀ ਇਹ ਗੱਲ ਹੋਈ ਸੀ ਕਿ ਪਛਾਣ ਇਹ ਬਣਨੀ ਚਾਹੀਦੀ ਹੈ ਕਿ ਲੋਕ ਕਹਿਣ ਕਿ ਇਹ ਰਮਨਪ੍ਰੀਤ ਦੇ ਇਹ ਪੇਰੈਂਟਸ ਨੇ, ਨਵਜੋਤ ਦੇ ਇਹ ਪੇਰੈਂਟਸ ਨੇ, ਇਹ ਨਵਜੋਤ ਦੇ ਫਾਦਰ ਆ ਜਾਂ ਇਹ ਰਮਨਪ੍ਰੀਤ ਦੇ ਫਾਦਰ ਆ। ਇਹ ਗੱਲ ਹੋਣੀ ਚਾਹੀਦੀ ਆ, ਇਹ ਪਛਾਣ ਨਾ ਸਾਡੀ ਬਣੇ ਕਿ ਅਸੀਂ ਫਲਾਣੇ ਦੀਆਂ ਕੁੜੀਆਂ ਆ। ਯਾਦ ਆ? ਹਾਂ ਹਾਂ, ਬਿਲਕੁਲ ਬਿਲਕੁਲ ਬਿਲਕੁਲ। ਔਰ ਜੇ ਸ਼ਾਇਦ ਯਾਦ ਹੋਵੇ ਤਾਂ ਮੈਨੂੰ ਇੱਦਾਂ ਵੀ ਲੱਗਦਾ ਹੁੰਦਾ ਸੀਗਾ ਕਿ ਹਿਸਟਰੀ 'ਚ ਨਾਮ ਲਿਖਿਆ ਜਾਣਾ ਚਾਹੀਦਾ। ਐਗਜ਼ੈਕਟਲੀ। ਮੈਂ ਕਹਿੰਦੀ ਸੀ ਨਵਜੋਤ ਤੇਰਾ ਨਾਮ ਤਾਂ ਲਿਖਿਆ ਜਾਣਾ, ਕਿਉਂਕਿ ਤੇਰੇ ਫਾਦਰ ਤਾਂ ਅਖਬਾਰ 'ਚ ਕੰਮ ਕਰਦੇ ਆ, ਤੇ ਉਹ ਜਦੋਂ ਕਿਤੇ ਹਿਸਟਰੀ ਬਣੂਗੀ 'ਚ ਲਿਖਿਆ ਜਾਊਗਾ ਇੰਨੇ ਅਖਬਾਰ ਛਪਦੇ ਸੀ, ਉਹਨਾਂ 'ਚ ਇੰਨੇ ਸਾਰੇ ਰੀਡਰ ਸੀ, ਇੱਕ ਬਖਸ਼ਿੰਦਰ ਸਿੰਘ ਸੀ, ਉਹਨਾਂ ਦੀ ਇੱਕ ਬੇਟੀ ਸੀ ਨਵਜੋਤ ਕੌਰ, ਕੁੜੀ ਸੀ। ਮੈਨੂੰ ਯਾਦ ਹੈ, ਇਹ ਗੱਲ ਇਕੱਠੀ ਹੋਈ ਸੀ ਉਦੋਂ। ਤੇ ਮੈਂ ਸੋਚਦੀ ਸੀ ਕਿ ਮੇਰਾ ਤਾਂ ਲਿਖਿਆ ਨਹੀਂ ਜਾਣਾ, ਹੈ ਨਾ। ਡਾਕਟਰ ਕਿੰਨੇ ਆ ਸ਼ਹਿਰ ਦੇ ਵਿੱਚ, ਪਰ ਹਾਂ ਮੇਰੇ ਫਾਦਰ ਥੋੜੇ ਏਦਾਂ ਹੁੰਦੇ ਸੀਗੇ ਕਿ ਉਹ ਟੀਵੀ ਰੇਡੀਓ ਤੇ ਜਾਂਦੇ ਸੀ, ਪਰ ਹਾਂ ਆਪਣੇ ਕੰਮ ਦੇ ਵਿੱਚ ਬੜੇ ਉਹ ਕੀ ਕਹਿੰਦੇ ਡੈਡੀਕੇਟਿਡ ਸੀਗੇ, ਕਿਉਂਕਿ ਉਹਨਾਂ ਨੂੰ ਐਜ਼ ਡਾਕਟਰ ਬੁਲਾਇਆ ਜਾਂਦਾ ਸੀ ਨਾ।
ਹਾਂ ਡਾਕਟਰ ਵੀ ਸੀ, ਔਰ ਦੂਜਾ ਉਹਨਾਂ ਨੂੰ ਸੋਸ਼ਲ ਵੈਲਫੇਅਰ ਵੀ ਕਹਿ ਸਕਦੇ ਹਾਂ, ਸੋਸ਼ਲ ਸਰਵਿਸ ਵੀ ਕਹਿ ਸਕਦੇ ਹਾਂ, ਕਿਉਂਕਿ ਬਹੁਤ ਹੀ ਲੋਕਾਂ ਦਾ ਇਲਾਜ ਉਹ ਮੁਫਤ ਕਰ ਦਿੰਦੇ ਹੁੰਦੇ ਸੀਗੇ, ਹੂੰ ਉਹਨਾਂ ਦੀ ਫੀਸ ਨਹੀਂ ਸੀ ਲੈਂਦੇ। ਤੇ ਇੱਕ ਹੋਰ ਉਹਨਾਂ ਦੀ ਖਾਸੀਅਤ ਹੁੰਦੀ ਸੀ ਕਿ ਬਹੁਤ ਸਾਰੇ ਲੋਕਾਂ ਦੀ ਕਾਉਂਸਲਿੰਗ ਕਰਦੇ ਸੀ, ਹੂੰ ਮਤਲਬ ਜਿਵੇਂ ਤੁਸੀਂ ਸਾਈਕੋਲੋਜੀਕਲ ਟਰੀਟਮੈਂਟ ਕਹਿ ਸਕਦੇ ਹੋ ਬਿਲਕੁਲ ਕਿ ਗੱਲਾਂ ਦੇ ਨਾਲ, ਜਿਹੜਾ ਬਹੁਤ ਕਿਉਂਕਿ ਜਿਹੜੀਆਂ ਬਿਮਾਰੀਆਂ ਵੀ ਆ ਨਵਜੋਤ, ਉਹ ਵੀ ਬਹੁਤੀਆਂ ਮੈਨੂੰ ਲੱਗਦਾ 90% ਫਿਜ਼ੀਕਲ, ਸੌਰੀ ਮੈਂਟਲ 20% ਤੱਕ ਫਿਜ਼ੀਕਲ ਹੈ, ਤੇ 80-90% ਜਿਹੜੀਆਂ ਨੇ ਸਾਰੀਆਂ ਮੈਂਟਲ ਨੇ, ਉਸੇ ਤੇ ਹੀ ਆਧਾਰਿਤ ਨੇ। ਸਾਡੇ ਬਿਲਕੁਲ ਜੋ ਰਿਸ਼ਤੇ ਟੁੱਟਦੇ ਆ, ਅਸੀਂ ਉਦਾਸ ਹੁੰਦੇ ਹਾਂ, ਜਾਂ ਜ਼ਿੰਦਗੀ ਜੀਣ ਦਾ ਚਾਅ ਮੁੱਕ ਜਾਂਦਾ ਹੈ, ਤੇ ਉਹ ਤੁਹਾਡੀ ਫਿਜ਼ੀਕਲ ਬਿਮਾਰੀਆਂ ਦੇ ਤੌਰ ਤੇ ਉੱਭਰਦਾ। ਤੇ ਦੂਜਾ ਸੋਸ਼ਲ ਸੈਟਅਪ ਸਾਰਾ ਉਦੋਂ ਹੀ ਵਿਗੜਦਾ ਜਦੋਂ ਸਾਨੂੰ ਜ਼ਿੰਦਗੀ ਜੀਣ ਦਾ ਚਾਅ ਮੁੱਕ ਜਾਂਦਾ। ਹੂੰ ਤੇ ਮੇਰੇ ਫਾਦਰ ਜਿਹੜੇ ਹੁੰਦੇ ਸੀ, ਉਹ ਬੋਲਦੇ ਬੜਾ ਵਧੀਆ ਹੁੰਦੇ ਸੀਗੇ, ਹੂੰ ਉਹਨਾਂ ਨੇ ਸੋਸ਼ਲ ਗੱਲਾਂ ਲੈ ਕੇ, ਕੋਈ ਬਜ਼ੁਰਗ ਔਰਤ ਲੱਗੀ ਉਹਦੇ ਇੰਟਰਸਟ ਦੀਆਂ ਗੱਲਾਂ ਕਰਕੇ ਉਹਨੂੰ ਲੈ ਆਉਣਾ, ਤੇ ਉਹਨੇ ਜਾਣ ਲੱਗ ਕਹਿਣਾ ਅੱਛਾ ਡਾਕਟਰ ਸਾਹਿਬ ਜਾ ਰਹੀ ਹਾਂ। ਹੂੰ ਤੇ ਡੈਡੀ ਨੇ ਜਾਣ ਲੱਗੇ ਪੁੱਛਣਾ ਮਾਤਾ ਦਵਾਈ ਕਾਹਦੀ ਲੈਣੀ ਸੀ, ਕਹਿੰਦੀ ਦਵਾਈ ਲੈਣੀ ਸੀ, ਕਹਿੰਦੀ ਮੈਂ ਭੁੱਲ ਗਈ, ਕਹਿੰਦੀ ਚੱਲ ਮੈਂ ਚੇਤੇ ਕਰਕੇ ਦੁਬਾਰਾ ਆਊਂਗੀ। ਹੂੰ ਮਤਲਬ ਉਹਨਾਂ ਦੀ ਕਾਉਂਸਲਿੰਗ ਗੱਲਬਾਤ ਇੰਨੀ ਜ਼ਿਆਦਾ ਹਰ ਉਮਰ ਨਾਲ, ਹਰ ਤਰ੍ਹਾਂ ਦੇ ਬੰਦੇ ਨਾਲ, ਕੋਈ ਜਵਾਨ ਆ ਗਿਆ, ਕੋਈ ਇੰਪਲੋਈ ਆ ਗਿਆ, ਕੋਈ ਬੈਂਕ ਮੈਨੇਜਰ ਆ ਗਿਆ, ਉਹਨਾਂ ਨਾਲ ਇਸੇ ਤਰ੍ਹਾਂ ਦੀ ਗੱਲ ਕਰਨੀ ਕਿ ਉਹ ਜਿਹੜੀ ਦਵਾਈ ਲੈਣਾ ਸੀ ਦਵਾਈ ਭੁੱਲ ਜਾਣਾ ਸੀ ਕਿ ਅਸੀਂ ਦਵਾਈ ਕਾਹਦੀ ਲੈਣ ਆਏ ਸੀਗੇ। ਐਗਜ਼ੈਕਟਲੀ ਮੈਨੂੰ ਯਾਦ ਆ, ਮੈਂ ਉਹ ਮੈਂ ਚੀਜ਼ਾਂ ਬਿਲਕੁਲ ਮੈਨੂੰ ਮੌਕਾ ਮਿਲਿਆ ਉਹਨਾਂ ਨਾਲ ਬਹੁਤ ਵਾਰੀ ਮਿਲਣ ਦਾ, ਉਹਨਾਂ ਨਾਲ ਗੱਲਬਾਤ ਕਰਨ ਦਾ। ਹੂੰ ਹੂੰ ਬਿਲਕੁਲ ਉਹ ਸਾਰੀ ਚੀਜ਼ ਮੇਰੇ ਸਾਹਮਣੇ ਆ ਰਹੀ ਆ। ਮੈਂ ਜਿੱਥੇ ਸਾਡੇ ਸੁਣਨ ਵਾਲੇ ਇਸ ਵੇਲੇ ਸੁਣ ਰਹੇ ਆ, ਕਿਉਂਕਿ ਰਮਨ ਆਪਾਂ ਥੋੜ੍ਹੀ ਜਿਹੀ ਆਪਾਂ ਬੈਕਗਰਾਊਂਡ ਬਾਰੇ ਗੱਲ ਕੀਤੀ ਹੈ, ਬਹੁਤ ਉਹਨਾਂ ਦਾ ਇੰਟਰਸਟ ਹੋਏਗਾ ਇਸ ਚੀਜ਼ ਦਾ ਕਿ ਤੁਸੀਂ ਪਹਿਲਾਂ ਮੀਡੀਆ ਦੇ ਵਿੱਚ ਕੰਮ ਕਿਵੇਂ ਸ਼ੁਰੂ ਕੀਤਾ ਅਤੇ ਮੀਡੀਆ ਕੰਸਲਟੈਂਟ ਤੱਕ ਕਿਵੇਂ ਪਹੁੰਚੇ। ਉਹ ਕਿ ਜੇ ਅਸੀਂ ਗੱਲ ਫਿਰ ਜਣਾ ਇੱਥੇ ਮੁੱਕਦੀਆਂ ਨੇ ਕਿ ਜਦੋਂ ਕਾਲਜ 'ਚ ਆ ਗਏ ਤੇ ਲੱਗਦਾ ਸੀ ਕੁਛ ਕਰਨਾ ਹੈ, ਕੁਛ ਵੱਖਰਾ ਕਰਨਾ, ਤੇ ਵੱਖਰਾ ਕੀ ਕਰਨਾ ਭਾਵੇਂ ਕਲੀਅਰਲੀ ਨਹੀਂ ਸੀ ਪਤਾ। ਤੇ ਹਾਂ ਥੋੜਾ ਲਿਖਣ ਦਾ ਸ਼ੌਕ ਹੋ ਗਿਆ, ਫਿਰ ਕਾਲਜ ਦੇ ਵਿੱਚ ਹੀ ਮੌਕਾ ਮਿਲ ਗਿਆ ਕਿ ਹਾਂਜੀ ਇਹ ਕੁੜੀ ਵਧੀਆ ਬੋਲਦੀ ਹੈ, ਇਹਦੀ ਪੰਜਾਬੀ ਅੱਛੀ ਹੈ, ਚਲੋ ਇਹਨੂੰ ਕੰਪੀਟੀਸ਼ਨ 'ਚ ਲੈ ਜਾਓ, ਡਿਬੇਟ ਦੇ ਕੰਪੀਟੀਸ਼ਨ ਜਾਂ ਪੋਲੀਟੀਕਲ ਰੈਸੀਟੇਸ਼ਨ ਦੇ ਕੰਪੀਟੀਸ਼ਨ। ਇਹਦਾ ਕਰਦੇ ਕਰਦੇ ਮੈਨੂੰ ਯਾਦ ਹੈ ਕਿ BA1 ਦੇ ਵਿੱਚ ਪਹਿਲੀ ਵਾਰ ਇਲੈਕਸ਼ਨ ਦੇ ਬਾਰੇ ਕੁਛ ਟੀਵੀ ਦੀਆਂ ਦੂਰਦਰਸ਼ਨ ਦੀਆਂ ਟੀਮਸ ਆਈਆਂ ਸੀਗੀਆਂ, ਜਿੱਦਾਂ ਵਿਊਜ਼ ਲੈਂਦੇ ਨੇ ਨਾ ਕਿ ਯੂਥ ਕੀ ਸੋਚਦਾ। ਹਾਂ ਯੂਥ ਕੀ ਤੇ ਮੈਨੂੰ ਯਾਦ ਹੈ ਕਿ ਪਹਿਲੀ ਵਾਰ ਮੈਂ ਕੈਮਰਾ ਉਦੋਂ ਫੇਸ ਕੀਤਾ ਸੀ, ਪਹਿਲੀ ਵਾਰ ਆਪਣੇ ਮੈਂ ਵਿਊਜ਼ ਦਿੱਤੇ ਸੀਗੇ, ਔਰ ਉਹ ਬੜੇ ਜਣਿਆਂ ਨੇ ਦੇਖੇ, ਮੇਰੀ ਫੈਮਿਲੀ ਚੋਂ ਵੀ, ਮੇਰੇ ਫਰੈਂਡ ਸਰਕਲ 'ਚ ਵੀ, ਕਿਉਂਕਿ ਦੂਰਦਰਸ਼ਨ ਨੂੰ ਬਹੁਤ ਦੇਖਿਆ ਜਾਂਦਾ ਸੀ। ਤੇ ਉਹ ਟਾਈਮ ਸੀ ਜਦੋਂ ਮੈਂ ਪਹਿਲੀ ਵਾਰ ਕੈਮਰੇ ਨੂੰ ਕਹਿ ਲਓ ਤੇ ਮਾਈਕ੍ਰੋਫੋਨ ਨੂੰ ਕਹਿ ਲਓ ਮੈਂ ਫੇਸ ਕੀਤਾ, ਤੇ ਮੈਨੂੰ ਅੱਛਾ ਲੱਗਿਆ। ਫਿਰ ਉਸ ਤੋਂ ਬਾਅਦ ਚਲੋ MA1 ਜਦੋਂ ਗ੍ਰੈਜੂਏਸ਼ਨ ਕੰਪਲੀਟ ਕਰਨ ਤੋਂ ਬਾਅਦ ਪੋਸਟ ਗ੍ਰੈਜੂਏਸ਼ਨ ਦੀ ਸੈਕਿੰਡ ਈਅਰ ਸੀਗਾ, ਉਸ ਵੇਲੇ ਸਾਡੇ ਕੁਛ ਜਿਹੜੇ ਆਰਟਿਸਟ, ਮੈਂ ਸੀ, ਇੱਕ ਦੋ ਮੇਰੀ ਕਲਾਸ ਫੈਲੋਜ਼ ਹੋਰ ਸੀਗੀਆਂ, ਉਹਨਾਂ ਨੂੰ ਸਾਡੇ ਟੀਚਰ ਨੇ ਅਗਨੀਹੋਤਰੀ ਹੁੰਦੇ ਸੀ ਸਾਡੇ, ਪੰਜਾਬੀ ਗ੍ਰਾਮਰ ਪੜ੍ਹਾਉਂਦੇ ਸੀ, ਪੰਜਾਬੀ ਗ੍ਰਾਮਰ, ਗੁਰਬਾਣੀ ਦੀ ਸਪੈਸ਼ਲੀ, ਹਾਂ ਵੇਦ ਅਗਨੀਹੋਤਰੀ। ਤੇ ਉਹਨਾਂ ਨੇ ਸਾਨੂੰ 3-4 ਜਣਿਆਂ ਨੂੰ ਭੇਜਿਆ ਕਿ TV ਵਾਲਿਆਂ ਨੇ ਨਾ ਉਹ ਰੱਖਿਆ ਆਡੀਸ਼ਨ ਰੱਖਿਆ ਤੇ ਤੁਸੀਂ ਜਾਓ। ਅੱਛਾ। ਤੇ ਮੇਰੇ ਖਿਆਲ ਨਾਲ ਅਸੀਂ 4-5 ਜਣੇ ਗਏ ਸੀ, ਉਹ 'ਚੋਂ ਅਸੀਂ 2 ਜਣੇ ਸਿਲੈਕਟ ਹੋਏ ਸੀ, ਤੇ ਮੈਂ ਹੀ ਕੰਟੀਨਿਊ ਕੀਤਾ ਸੀ। ਤੇ ਪਹਿਲਾ ਪ੍ਰੋਗਰਾਮ ਜਿਹੜਾ ਦੂਰਦਰਸ਼ਨ ਤੇ ਕੀਤਾ ਸੀ, ਨਵਰੰਗ ਪ੍ਰੋਗਰਾਮ ਸੀਗਾ, ਯੂਥ ਦਾ ਪ੍ਰੋਗਰਾਮ ਸੀ। ਤੇ ਬਸ ਉਦੋਂ ਫਿਰ ਲੱਗਿਆ ਕਿ ਹਾਂ ਇੱਕ ਅੱਛੀ ਓਪਰਚੁਨਿਟੀ ਹੈ, ਦੂਰਦਰਸ਼ਨ ਤੇ ਕੰਮ ਕਰ ਰਹੇ ਹਾਂ। ਫਿਰ ਜਦੋਂ ਦੂਰਦਰਸ਼ਨ ਦੇ ਬਹੁਤ ਸਾਰੇ ਲੋਕਾਂ ਨੇ ਕਹਿਣਾ ਤੇ ਪ੍ਰੋਗਰਾਮ ਦੇਖਿਆ, ਟੀਚਰਸ ਨੇ ਕਹਿਣਾ, ਤੇ ਫਿਰ ਜਦੋਂ ਕਿਤੇ ਕੋਈ ਕੰਪੀਟੀਸ਼ਨ ਹੋਣਾ ਤੇ ਉੱਥੇ ਵੀ ਜਾਣਾ ਕਾਲਜ ਤੋਂ ਬਾਅਦ, ਤੇ ਬੜੇ ਲੋਕਾਂ ਨੇ ਪਛਾਣ ਲੈਣਾ, ਫਿਰ ਉਹ ਚੀਜ਼ ਵੱਡੀ ਲੱਗੀ। ਐਂਕਰਿੰਗ ਕਰਦੇ ਕਰਦੇ ਫਿਰ ਦੂਰਦਰਸ਼ਨ ਤੇ ਕੀਤੀ, ਫਿਰ ਏਦਾਂ ਹੀ ਸੇਮ ਪ੍ਰੋਡਿਊਸਰ ਦੇ ਕੋਈ ਨੋਨ ਸੀ, ਉਹਨਾਂ ਨੇ ਆਲ ਇੰਡੀਆ ਰੇਡੀਓ ਵਿੱਚ ਆਡੀਸ਼ਨ ਰੱਖੇ ਕਿ ਸਾਨੂੰ ਨਾ ਕੁਛ ਯੁਵਾਣੀ ਵਾਸਤੇ ਐਂਕਰ ਚਾਹੀਦੇ, ਤੇ ਉਹਨਾਂ ਨੇ ਫਿਰ ਯੂਥ ਪ੍ਰੋਗਰਾਮ ਸੀਗਾ, ਤੇ ਉੱਥੇ ਗਏ, ਉੱਥੇ ਮੈਡਮ ਮੋਨਿਕਾ ਦੱਤ ਸੀਗੇ ਜਿਹੜੇ ਇੰਚਾਰਜ ਸੀਗੇ, ਤੇ ਉਹਨਾਂ ਨਾਲ ਗੱਲਬਾਤ ਹੋਈ। ਤੇ ਮੈਨੂੰ ਯਾਦ ਹੈ ਕਿ ਸਭ ਤੋਂ ਪਹਿਲਾਂ ਜਿਹੜਾ ਪ੍ਰੋਗਰਾਮ ਕੀਤਾ ਸੀ ਮੇਰੀ ਪਸੰਦ ਹੁੰਦੀ ਸੀ, ਉਹ 'ਚ 5 ਗਾਣੇ ਚੁਣਨੇ ਹੁੰਦੇ ਸੀਗੇ, ਤੇ 5 ਗਾਣੇ ਸੁਣਾਉਂਦੇ ਨਾਲ ਦੱਸਣਾ ਸੀ ਵੀ ਇਹ ਗਾਣਾ ਮੈਨੂੰ ਕਿਉਂ ਪਸੰਦ ਹੈ, ਉਹਦੇ ਨਾਲ ਕੋਈ ਨਾ ਕੋਈ ਸਟੋਰੀ ਹੁੰਦੀ ਸੀਗੀ। ਤੇ ਮੈਨੂੰ ਯਾਦ ਹੈ ਕਿ ਉਦੋਂ ਕਿੱਥੇ ਕਿੰਨੀ ਕੁ ਸਮਝ ਹੁੰਦੀ ਸੀ ਗਾਣੇ ਗੁਣਿਆਂ ਦੀ, ਗਾਣੇ ਚੂਜ਼ ਕਰ ਲਏ, ਫਿਰ ਉਹਦੀਆਂ ਕਹਾਣੀਆਂ ਬਣਾਈਆਂ ਮੈਂ ਕਿ ਮੈਨੂੰ ਕਿਉਂ ਪਸੰਦ ਹੈ। ਉਹਨਾਂ 'ਚ ਕੋਈ ਗੱਲ ਏਦਾਂ ਨਹੀਂ ਸੀ ਕਿ ਮੈਨੂੰ ਪਸੰਦ ਆ ਜਾਂ ਕਿੱਦਾਂ, ਠੀਕ ਹੈ ਚੰਗੇ ਲੱਗਦੇ ਸੀ, ਪਰ ਉਹਦਾ ਕੋਈ ਸਟੋਰੀ, ਪਰ ਉਹ ਸਟੋਰੀਜ਼ ਲਿਖੀਆਂ। ਗੱਲ ਤਾਂ ਇਹ ਸੀ ਨਾ ਕ੍ਰੀਏਟੀਵਿਟੀ ਸੀ, ਜੋ ਵੀ ਸੀ ਆਪਣੀਆਂ ਉਹ ਨਾ ਉਸ ਵੇਲੇ ਦੀਆਂ ਚੀਜ਼ਾਂ ਨੂੰ ਲੱਗਦਾ ਕਿ ਉਹ ਬਚਕਾਨਾ ਜਿਹੀਆਂ ਚੀਜ਼ਾਂ ਸੀ, ਪਰ ਉਹ ਯੂਥ ਪ੍ਰੋਗਰਾਮ ਸੀ, ਯੂਥ ਇਸੇ ਤਰ੍ਹਾਂ ਕਰਦਾ ਹੁੰਦਾ ਜਿਵੇਂ ਆਪਾਂ ਕਰਦੇ ਹੁੰਦੇ ਸੀ।
ਤੇ ਉਹ 5 ਗਾਣੇ ਸੀ ਮੇਰੇ ਖਿਆਲ ਨਾਲ, ਜੇ ਮੈਨੂੰ ਮੈਂ ਗਲਤ ਨਹੀਂ ਹੈ, ਤੇ ਮੈਂ 5 ਕਹਾਣੀਆਂ ਲਿਖੀਆਂ ਅਲੱਗ-ਅਲੱਗ, 5 ਤਰ੍ਹਾਂ ਦੇ ਇੰਸੀਡੈਂਟ ਲਿਖੇ ਕਿ ਹਾਂਜੀ ਆਹ ਗਾਣਾ ਮੈਨੂੰ ਕਿਉਂ ਪਸੰਦ ਹੈਗਾ, ਆ ਜੀ ਇੱਕ ਵਾਰੀ ਏਦਾਂ ਹੋਇਆ ਸੀਗਾ ਇਸ ਕਰਕੇ ਮੈਨੂੰ ਪਸੰਦ ਹੈ, ਤੇ ਚਲੋ ਜੀ ਗਾਣਾ ਚੱਲ ਗਿਆ, ਫਿਰ ਜੀ ਹੁਣ ਸੁਣਾਵੇਂ ਦੂਸਰਾ ਗਾਣਾ, ਫਿਰ ਉਹਦੀ ਕਹਾਣੀ। ਤੇ ਉਹ ਸਾਰਿਆਂ ਨੂੰ ਪਸੰਦ ਆਈ ਕਿ ਹਾਂ ਕੁੜੀ ਪੰਜਾਬੀ ਵੀ ਸੋਹਣੀ ਬੋਲਦੀ ਹੈ, ਅੱਛਾ ਲਿਖਿਆ ਵਧੀਆ ਸੀਗਾ। ਤੇ ਏਦਾਂ ਕਰਦੇ ਕਰਦੇ ਮੈਨੂੰ 1-2 ਪ੍ਰੋਗਰਾਮਾਂ 'ਚ ਬੁਲਾਇਆ। ਉਸ ਤੋਂ ਬਾਅਦ ਆਡੀਸ਼ਨ ਨਿਕਲੇ 94 ਦੀ ਗੱਲ ਹੈ ਮੇਰੇ ਖਿਆਲ ਨਾਲ, 94 ਤੇ ਸੈਪਟੰਬਰ-ਅਕਤੂਬਰ ਦੀ ਗੱਲ, ਆਡੀਸ਼ਨ ਹੋ ਗਏ ਤੇ ਸੈਪਟੰਬਰ-ਅਕਤੂਬਰ ਦੇ ਵਿੱਚ ਮਤਲਬ ਸਿਲੈਕਸ਼ਨ ਹੋ ਗਈ। ਸਤੰਬਰ-ਅਕਤੂਬਰ 'ਚ ਅਸੀਂ ਪਹਿਲਾ ਪ੍ਰੋਗਰਾਮ ਕੀਤਾ ਮੈਂ, ਤੇ ਉਹ ਸੀਗਾ ਯੁਵਾਨੀ ਦਾ ਪ੍ਰੋਗਰਾਮ ਹੁੰਦਾ ਸੀ, ਜਿਹਦੀਆਂ ਘੰਟੇ ਅਸੀਂ ਪ੍ਰੋਗਰਾਮ ਕਰਦੇ ਸੀਗੇ, ਕਿਉਂਕਿ ਜਿਹੜਾ ਮੇਰੀ ਪਸੰਦ ਸੀ ਉਹ ਯੁਵਾਨੀ ਪ੍ਰੋਗਰਾਮ ਦਾ ਇੱਕ ਸੈਗਮੈਂਟ ਸੀਗਾ, ਬਿਲਕੁਲ, ਜਿਹੜਾ ਮੇਰੇ ਖਿਆਲ ਨਾਲ ਪਤਾ ਨਹੀਂ ਹਫ਼ਤੇ ਬਾਅਦ ਆਉਂਦਾ ਸੀ ਜਾਂ ਹਫ਼ਤੇ 'ਚ 2 ਦਿਨ ਆਉਂਦਾ ਸੀਗਾ। ਤੇ ਉਸ ਤੋਂ ਬਾਅਦ ਫਿਰ ਸਿਲਸਿਲਾ ਸ਼ੁਰੂ ਹੋ ਗਿਆ ਕਿ ਤੁਸੀਂ ਕੀ ਕਹਿੰਦੇ ਕਿ ਪੂਰੇ ਮਹੀਨੇ ਦੇ ਵਿੱਚ 6 ਜਾਂ 7 ਵਾਰੀ ਪ੍ਰੋਗਰਾਮ ਕਰਦੇ ਹੁੰਦੇ ਸੀਗੇ। ਉਸ ਤੋਂ ਇਲਾਵਾ ਤੁਸੀਂ ਵੌਇਸ ਓਵਰ ਕਰਵਾ ਲੈਣੇ ਕਿ ਅੱਛਾ ਜੀ ਪ੍ਰੋਨਾਂਸੀਏਸ਼ਨ ਸਹੀ ਹੈਗੀ ਹੈ ਤੇ ਸੋਹਣਾ ਆਵਾਜ਼ ਅੱਛੀ ਹੈ, ਤੇ ਮਤਲਬ ਉਹ ਕਰਵਾ ਲੈਣੀ ਉਹਨਾਂ ਨੇ, ਵੌਇਸ ਓਵਰ ਕਰਵਾ ਲੈਣੀ ਕਿਸੇ ਐਡ ਦੇ ਜਾਂ ਕਿਸੇ ਵੀ ਚੀਜ਼ ਪ੍ਰੋਗਰਾਮ 'ਚ। ਬਸ ਉਦੋਂ ਹੁਣ ਤੱਕ ਵੀ ਕੋਈ ਐਸਾ ਨਹੀਂ ਸੀ ਪਤਾ ਕਿ ਤੁਸੀਂ ਕੀ ਕਹਿਣਾ ਵੀ ਹਾਂਜੀ ਹੁਣ ਟੀ ਵੀ 'ਤੇ ਆ ਗਏ, ਰੇਡੀਓ 'ਤੇ ਆ ਗਏ। ਉਸ ਵੇਲੇ ਉਹੀ ਚੀਜ਼ ਬਹੁਤ ਵੱਡੀ ਲੱਗਦੀ ਸੀ, ਤੇ ਦੂਜੇ ਨੂੰ ਲੱਗਦਾ ਹੁੰਦਾ ਸੀਗਾ ਕਿ ਇਹਨਾਂ ਪ੍ਰੋਗਰਾਮਾਂ ਨੂੰ ਬਹੁਤ ਵਧੀਆ ਕਰਨੇ, ਪਰ ਉਸ ਵੇਲੇ ਕੋਈ ਜ਼ਿਆਦਾ ਆਪਾਂ ਕਹਿ ਰਹੇ ਨਾ ਅਵੇਅਰਨੈਸ ਹੁੰਦੀ ਸੀ ਜਾਂ ਸਾਨੂੰ ਲੱਗਦਾ ਸੀ ਕਿ ਅੱਛਾ ਹੁਣ ਫਿਊਚਰ ਪਲਾਨ ਕਰ ਲਈਏ, ਏਦਾਂ ਦਾ ਕੁਛ ਵੀ ਨਹੀਂ ਸੀਗਾ। ਇੱਕੋ ਉਸ ਵੇਲੇ ਦਾ ਨੋਨ ਗਾਈਡਡ ਕਹਿ ਲਓ ਤੁਸੀਂ, ਉਸ ਵੇਲੇ ਦਾ ਤੁਸੀਂ ਕਹਿ ਲਓ ਕਿ ਠੀਕ ਹੈ ਪਾਣੀ ਦੇ ਬਹਾਅ ਨਾਲ ਤੁਸੀਂ ਤੁਰਦੇ ਪਏ। ਪਰ ਇਹ ਗੱਲ ਤਾਂ ਰਮਨ ਮੈਨੂੰ ਯਾਦ ਹੈ, ਬਿਕੋਜ਼ ਆਪਾਂ ਉਸ ਟਾਈਮ ਇਕੱਠੇ ਹੀ ਸੀ। ਸਾਡੇ ਸੁਣਨ ਵਾਲਿਆਂ ਦੀ ਵੀ ਜਾਣਕਾਰੀ 'ਚ ਨਾਲ ਮੈਂ ਵਾਧਾ ਕਰਦੀ ਜਾਵਾਂ, ਜਿਨ੍ਹਾਂ ਨੇ ਮੇਰੀ ਸਾਡੇ ਹਰਜੀਤ ਗਿੱਲ ਹੋਣਾ ਨੇ ਕੁਝ ਕੁ ਦਿਨ ਪਹਿਲਾਂ 4 ਜਨਵਰੀ ਨੂੰ ਇੰਟਰਵਿਊ ਕੀਤਾ ਸੀ ਮੇਰਾ, ਵਿੱਚ ਮੈਂ ਜ਼ਿਕਰ ਕੀਤਾ ਸੀ ਕਿ ਵੀ ਮੈਂ ਤੇ ਮੇਰੀ ਫਰੈਂਡ ਅਸੀਂ ਦੋਨੋਂ ਇਕੱਠੀਆਂ ਹੁੰਦੀਆਂ ਸੀ। ਉਹ ਰਮਨਪ੍ਰੀਤ ਦਾ ਹੀ ਮੈਂ ਜ਼ਿਕਰ ਕੀਤਾ ਸੀ, ਤੇ ਰਮਨਪ੍ਰੀਤ ਨੇ ਜਿਵੇਂ ਹੁਣ ਯੁਵਾਨੀ ਪ੍ਰੋਗਰਾਮ ਦੀ ਇਹ ਗੱਲ ਕਰ ਰਹੇ ਆ, ਉਹਨਾਂ ਦਿਨਾਂ ਦੇ ਵਿੱਚ ਇਹਨਾਂ ਦੀ ਰਿਕਮੈਂਡੇਸ਼ਨ 'ਤੇ ਹੀ ਮੈਂ ਆਲ ਇੰਡੀਆ ਰੇਡੀਓ ਦਾ ਉਸ ਟਾਈਮ ਆਡੀਸ਼ਨ ਦਿੱਤਾ ਸੀ, ਅਤੇ ਥੋੜ੍ਹੀ ਬਹੁਤ ਸਾਡੀ ਯਾਤਰਾ ਇੱਕੋ ਜਿਹੀ ਰਹੀ ਹੈ। ਪਰ ਇਹ ਗੱਲ ਸਹੀ ਹੈ ਕਿ ਉਸ ਟਾਈਮ ਕੋਈ ਇਹ ਨਹੀਂ ਸੀ ਅਸੀਂ ਮਿੱਥਿਆ ਹੁੰਦਾ ਕਿ ਮੰਜ਼ਿਲ ਸਾਡੀ ਇਹ ਆ। ਉਦੋਂ ਸਭ ਤੋਂ ਜਿਹੜੀ ਇੰਪੋਰਟੈਂਟ ਚੀਜ਼ ਇਹ ਹੁੰਦੀ ਸੀ ਕਿ ਜੋ ਕਰ ਰਹੇ ਹਾਂ ਉਹ ਵਧੀਆ ਕਰਨਾ, ਜੋ ਕਰ ਰਹੇ ਹਾਂ ਉਹ ਸਲੀਕੇ ਨਾਲ ਕਰਨਾ, ਔਰ ਉਹ ਐਪਰੀਸ਼ੀਏਟ ਹੋਣਾ ਚਾਹੀਦਾ, ਉਹ ਰੈਕਗਨਾਈਜ਼ ਹੋਣਾ ਚਾਹੀਦਾ। ਉਦੋਂ ਗੋਲ ਸਿਰਫ ਇੰਨਾ ਹੀ ਹੁੰਦਾ ਸੀ। ਹੁਣ ਅਸੀਂ ਅੱਜ ਕੱਲ੍ਹ ਬੈਠ ਕੇ ਗੱਲਾਂ ਕਰਦੇ ਹਾਂ ਕਿ ਲਿਵਿੰਗ ਇਨ ਦਾ ਮੋਮੈਂਟ, ਪ੍ਰੈਜ਼ੈਂਟ ਦੇ ਵਿੱਚ ਕਿਵੇਂ ਰਿਹਾ ਜਾ ਸਕਦਾ, ਬੜਾ ਔਖਾ ਹੈ, ਪਰ ਆਪਾਂ ਇਹ ਕਰਦੇ ਰਹੇ ਹਾਂ ਪ੍ਰੈਕਟੀਕਲੀ। ਹਾਂ ਬਿਲਕੁਲ, ਔਰ ਸਭ ਤੋਂ ਵੱਡੀ ਗੱਲ ਸੀ ਜੋ ਮੇਰੇ ਦਿਮਾਗ 'ਚ ਹਮੇਸ਼ਾ ਰਹੀ ਕਿ ਜਿੱਦਾਂ ਮੇਰੇ ਫਾਦਰ ਨੇ ਸਾਰੀ ਫੈਮਿਲੀ ਤੋਂ ਕਰਕੇ ਮੈਨੂੰ ਕਾਲਜ 'ਚ ਦਾਖਲ ਕਰਾਤਾ, ਔਰ ਮੇਰੇ ਕੰਮਾਂ ਨੂੰ ਐਪਰੀਸ਼ੀਏਟ ਕਰਦੇ ਸੀ, ਕਈ ਵਾਰ ਹੱਸਦੇ ਬਣਦੇ ਸੀਗੇ। ਤੇ ਕਿਉਂਕਿ ਉਹਨਾਂ ਕੋਲ ਕਈ ਤਰ੍ਹਾਂ ਦੇ ਪੇਸ਼ੈਂਟ ਆਉਂਦੇ ਸੀ, ਉਹਨਾਂ ਕੋਲ ਪ੍ਰੋਫੈਸਰ ਵੀ ਆਉਣੇ, ਰਾਈਟਰਸ ਵੀ ਆਉਣੇ। ਮੇਰੇ ਪਾਪਾ ਨੂੰ ਪੰਜਾਬੀ ਜਿਹੜੀ ਇਹਦਾ ਪੜ੍ਹਨੀ ਲਿਖੀ ਜਾਂਦੀ ਉਰਦੂ ਲਿਖੀ ਜਾਂਦੀ, ਉਰਦੂ, ਹਿੰਦੀ, ਇੰਗਲਿਸ਼, ਤੇ ਉਹਨਾਂ ਦੇ ਕੋਲ ਰਾਈਟਰ ਆਉਂਦੇ ਸੀ, ਰਾਈਟਰ ਤੋਂ ਬੁੱਕਸ ਮੰਗਣੀ ਕਿ ਮੇਰੀ ਨਾ ਬੇਟੀ ਲਿਖਦੀ ਹੈ। ਤੇ ਮੇਰੇ ਘਰ 1-2 ਜਣੇ ਸਪੈਸ਼ਲ ਮਿਲਣ ਵੀ ਆਏ, ਕਿਉਂਕਿ ਫਾਦਰ ਸਾਹਿਬ ਬਹੁਤ ਜ਼ਿਆਦਾ ਟਾਈਮ ਦਿੰਦੇ ਸੀ ਆਪਣੀ ਕਲੀਨਿਕ 'ਤੇ, ਕਿਉਂਕਿ ਉਹਨਾਂ ਦਾ ਸੋਸ਼ਲ ਸਰਕਲ ਬੜਾ ਸੀਗਾ। ਫਿਰ ਉਹਨਾਂ ਨੇ ਸਵੇਰੇ 7 ਵਜੇ ਨਿਕਲ ਜਾਣਾ, ਔਰ ਦੁਪਹਿਰੇ ਬਸ ਖਾਣਾ ਖਾਣਾ, ਫਿਰ ਨਿਕਲ ਜਾਣਾ, ਫਿਰ ਸ਼ਾਮੀ ਲੇਟ ਆਉਣਾ। ਤੇ ਏਦਾਂ ਨਹੀਂ ਸੀ ਹੁੰਦਾ ਜਿਵੇਂ ਕਿ ਜੀ ਘਰ ਪੂਰਾ ਟਾਈਮ ਦੇਣਾ ਜਾਂ ਕੁਛ, ਉੱਦਾਂ ਦਾ ਕੁਛ ਵੀ ਨਹੀਂ ਸੀ ਹੁੰਦਾ। ਤੇ ਪਰ ਹਾਂ ਉਹਨਾਂ ਦੇ ਕਈ ਨੋਨ, ਕਈ ਦੋਸਤ ਮਿੱਤਰ ਸਪੈਸ਼ਲ ਘਰ ਮਿਲਣ ਆਉਂਦੇ ਸੀਗੇ। ਇਸ ਤਰ੍ਹਾਂ ਤੁਹਾਡੀ ਮੰਮਾ ਨੂੰ ਮਿਲਣਾ, ਉਹਦੀ ਬੇਟੀ ਮਿਲਾਓ ਜਿਹੜੀ ਕਹਿੰਦੇ ਕਵਿਤਾ ਲਿਖਦੀ ਹੈ, ਫਿਰ ਮੈਂ ਤਾਂ ਪੁੱਛ ਕੇ ਜਾਂਦੀ ਹਾਂ ਸੁਣਾਓ ਤੁਸੀਂ ਸਾਨੂੰ। ਤੇ ਮੈਨੂੰ ਯਾਦ ਹੈ ਕਿ ਇੱਥੇ ਸਾਡੇ ਇੱਕ ਬਹੁਤ ਵੱਡੇ ਇੰਡਸਟਰੀਅਲਿਸਟ ਹੁੰਦੇ ਸੀਗੇ, ਜ਼ਲੋਟੋ ਕੰਪਨੀਜ਼ ਹੈ ਬਹੁਤ ਵੱਡੀ, ਜ਼ਲੋਟੋ, ਉਹਨਾਂ ਦੇ ਓਨਰ ਹੁੰਦੇ ਸੀ ਮੋਹਨ ਸਿੰਘ ਵਫਾਦਾਰ ਜੀ ਕਹਿੰਦੇ ਸੀ ਉਹਨਾਂ ਨੂੰ ਸਾਰੇ, ਮਤਲਬ ਬੜੇ ਅੱਛਾ ਨਾਮ ਸੀ ਉਹਨਾਂ ਦਾ ਸਾਹਿਤ ਦੇ ਵਿੱਚ ਵੀ ਤੇ ਸੋਸ਼ਲ ਸਰਕਲ। ਉਹ ਫਾਦਰ ਸਾਹਿਬ ਦੇ ਹੁੰਦੇ ਸੀਗੇ ਫਰੈਂਡ, ਤੇ ਉਹਨਾਂ ਨੂੰ ਦੱਸਿਆ ਤੇ ਉਹ ਇੱਕ ਨਾ ਕਰਵਾਉਂਦੇ ਹੁੰਦੇ ਸੀ ਹਰ ਮਹੀਨੇ ਸਾਵਨ ਕਵੀ ਦਰਬਾਰ। ਅੱਛਾ, ਸਾਵਨ ਦਾ ਵੀ ਹੁੰਦਾ ਸੀ, ਮੰਥਲੀ ਚੱਲਦਾ ਸੀ ਕਵੀ ਦਰਬਾਰ ਉਹਨਾਂ ਦਾ ਹਰ ਮਹੀਨੇ, ਪਤਾ ਨਹੀਂ 1 ਤਰੀਕ ਨੂੰ ਜਾਂ ਕਦੋਂ। ਤੇ ਉੱਥੇ ਮੈਨੂੰ ਡੈਡੀ ਇੱਕ ਵਾਰੀ ਲੈ ਕੇ ਗਏ। ਅੱਛਾ, ਉੱਥੇ ਮੈਂ ਕਵਿਤਾ ਸੀ, ਮੈਨੂੰ ਯਾਦ ਹੈ ਨਾ, ਮੈਨੂੰ ਇੱਕ ਡਾਇਰੀ ਦਿੱਤੀ, ਤੇ ਸ਼ਾਇਦ ਜੇ ਮੈਂ ਗਲਤੀ ਨਹੀਂ ਕਰੀ, ਸ਼ਾਇਦ ਨਾਲ 100 ਰੁਪਇਆ ਵੀ ਦਿੱਤਾ ਮੈਨੂੰ, 100 ਰੁਪਇਆ ਤੇ ਨਾਲ ਇੱਕ ਡਾਇਰੀ ਦਿੱਤੀ। ਤੇ ਉਹ ਡਾਇਰੀ ਮੇਰੇ ਕੋਲ ਹੱਲੇ ਵੀ ਹੈ। ਇਹ ਗੱਲ ਹੈਗੀ ਆ 94 ਤੋਂ ਵੀ ਪਹਿਲਾਂ ਦੀ ਗੱਲ ਹੈ, 90s ਦੀ ਕਹਿ ਸਕਦੇ ਹੋ ਤੁਸੀਂ, 98 91 92 ਦੀ, ਹਾਂਜੀ 91 92 ਦੀ ਹੈ ਨਾ। ਤੇ ਉਹਨਾਂ ਨੇ ਮੈਨੂੰ
ਉਹ ਡਾਇਰੀ ਮੇਰੇ ਕੋਲ ਹਲੇ ਵੀ ਹੈ, ਜਿਸ ਦਿਨ ਫਿਰ ਮੈਂ ਪਹਿਲੀ ਕਵਿਤਾ, ਮਤਲਬ ਜਿਵੇਂ ਕਵਿਤਾਵਾਂ ਤੁਸੀਂ ਕਾਗਜ਼ਾਂ ਕੂਗਜ਼ਾਂ ਤੇ ਲਿਖ ਲੈਂਦੇ ਹੋ ਨਾ, ਉਹ ਫਿਰ ਉਸ ਤੋਂ ਮੈਂ ਸ਼ੁਰੂ ਕੀਤੀ ਕਿ ਮੈਂ ਕਵਿਤਾ ਦੀ ਡਾਇਰੀ ਬਣਾਈ ਜਾਂਦੀ ਹੈ, ਲਿਖੀ ਹੈ ਨਾ। ਤੇ ਉਦੋਂ ਵੀ ਨਹੀਂ ਪਤਾ ਕਿ ਡਾਇਰੀਆਂ ਖਰੀਦੀਆਂ ਵੀ ਜਾਂਦੀਆਂ, ਸਾਨੂੰ ਨਹੀਂ ਪਤਾ ਕੀ ਆ, ਡਾਇਰੀ ਡਾਇਰੀ ਰੱਖਣਾ ਹੀ ਬਹੁਤ ਵੱਡੀ ਚੀਜ਼ ਸੀ। ਡਾਇਰੀ ਕੋਈ ਏਦਾਂ ਹੀ ਮਿਲ ਜਾਂਦੀ ਸੀ, ਕਿਤੇ ਕੋਈ ਫ੍ਰੀ ਚ ਦੇ ਜਾਂਦਾ ਸੀ, ਤੇ ਉਹ ਵਾਕਈ ਇਸ ਤਰ੍ਹਾਂ ਲੱਗਦਾ ਹੁੰਦਾ ਸੀ ਕਿ ਉਹ ਡਾਇਰੀ ਦੀ ਰਿਸਪੈਕਟ ਹੋਣੀ ਚਾਹੀਦੀ ਹੈ, ਇਹਨੂੰ ਕਿਸੇ ਖਾਸ ਪਰਪਸ ਦੇ ਲਈ ਯੂਜ਼ ਕੀਤਾ ਜਾਵੇ। ਜੇ ਉਹਦੇ ਤੇ ਤਰੀਕਾਂ ਲਿਖੀਆਂ ਹੁੰਦੀਆਂ ਸੀ ਜਾਂ ਸਾਲ ਹੁੰਦਾ ਸੀ, ਉਹ ਮਾਇਨੇ ਨਹੀਂ ਸੀ ਰੱਖਦਾ। ਕਈ ਵਾਰੀ ਕਈ ਸਾਲ ਉਹ ਡਾਇਰੀ ਐਵੇਂ ਹੀ ਅਸੀਂ ਰੱਖ ਲੈਂਦੇ ਸੀ ਕਿ ਇਹਨੂੰ ਕਿਸੇ ਖਾਸ ਪਰਪਸ ਲਈ ਹੀ ਯੂਜ਼ ਕੀਤਾ ਜਾਊਗਾ। ਉਹ ਇਸ ਗੱਲ ਦਾ ਬਿਲਕੁਲ ਨਹੀਂ ਸੀ ਹੁੰਦਾ ਕਿ ਕੈਲੰਡਰ ਪੁਰਾਣਾ ਹੋ ਜਾਊਗਾ ਜਾਂ ਕੋਈ ਇਸ ਤਰ੍ਹਾਂ ਦੀ ਗੱਲਬਾਤ, ਪਰ ਡਾਇਰੀ ਨੂੰ ਕੁਝ ਖਾਸ ਚੀਜ਼ਾਂ ਲਿਖਣ ਦੇ ਲਈ ਹੀ ਵਰਤਦੇ ਹੁੰਦੇ ਸੀ। ਤੇ ਮੈਂ ਆਪਣੀ ਪਹਿਲੀ ਜਿਹੜੀ ਕਵਿਤਾ ਨਾ, ਮਤਲਬ ਜਦੋਂ ਰਿਕਾਰਡ 'ਚ ਰੱਖਣੀ ਸ਼ੁਰੂ ਕਰਦੀ, ਮੈਂ ਉਸ ਡਾਇਰੀ ਤੇ ਲਿਖੀ ਸੀਗੀ, ਤੇ ਉਹ ਲਿਖੀ ਪਈ ਹੈ। ਫਿਰ ਜਿਹੜੀ ਮੈਂ ਪ੍ਰੋਗਰਾਮ ਕਰਨਾ ਸ਼ੁਰੂ ਕੀਤਾ, ਤੁਸੀਂ ਮੀਡੀਆ ਦੀ ਗੱਲ ਕੀਤੀ ਸੀ, ਜਦੋਂ ਆਲ ਇੰਡੀਆ ਰੇਡੀਓ ਦੇ ਪ੍ਰੋਗਰਾਮ ਕਰਨੇ ਸ਼ੁਰੂ ਕੀਤੇ, ਉਹ 'ਚ ਮੈਂ ਉਹਨਾਂ ਕਵਿਤਾਵਾਂ ਨੂੰ ਯੂਜ਼ ਕਰਦੀ ਸੀ। ਉਹ ਕਪਲੇਟ ਯੂਜ਼ ਕਰਨੇ ਵਿੱਚ ਪ੍ਰੋਗਰਾਮ ਦੀ ਸ਼ੁਰੂਆਤ ਤੋਂ ਪਹਿਲਾਂ ਕਵਿਤਾ ਦੀ ਕੁਛ ਲਾਈਨਾਂ ਚੂਜ਼ ਕਰ ਲੈਣੀਆਂ। ਵੈਸੇ ਤਾਂ ਨੋਰਮਲੀ ਲੋਕ ਕਰਦੇ ਨੇ ਕਿ ਕਿਸੇ ਸ਼ਾਇਰ ਦੀਆਂ ਕਵਿਤਾਵਾਂ ਚੱਕ ਲਈਆਂ, ਕੋਈ ਸ਼ੇਅਰ ਚੱਕ ਲਿਆ, ਤੇ ਉਹ ਮੈਂ ਕੀ ਕਰਦੀ ਸੀ, ਜਾਂ ਤਾਂ ਮੈਂ ਆਪਣੀ ਚੱਕ ਲਈ ਜਾਂ ਮੈਂ ਬਣਾ ਲੈਣੀ ਆ ਕੋਈ ਉਸੇ ਵੇਲੇ। ਅੱਛਾ। ਤੇ ਉਹ ਇੱਕ ਆਤੀ, ਤੇ ਉਹ ਇੱਕ ਥੋੜਾ ਜਿਹਾ ਬਣ ਗਿਆ ਕਿ ਹਾਂਜੀ ਇਹ ਕੁੜੀ ਨਾ, ਇਹਨੂੰ ਜਦੋਂ ਮਰਜ਼ੀ ਬੁਲਾ ਲਓ, ਇਹਨੇ ਕਰ ਦੇਣਾ ਪ੍ਰੋਗਰਾਮ। ਤੇ ਉਹ ਕਈ ਵਾਰ ਐਮਰਜੈਂਸੀ 'ਚ ਉਹਨਾਂ ਨੂੰ ਬੁਲਾਉਣਾ ਕਿ ਅੱਛਾ ਉਹ ਐਂਕਰ ਨੇ ਆਉਣਾ ਸੀਗਾ, ਆਈ ਨਹੀਂ ਹੈ, ਤੁਸੀਂ 15 ਮਿੰਟ 'ਚ ਪਹੁੰਚ ਜਾਓ। ਤੇ 15 ਮਿੰਟ ਮੀਨਸ ਪੂਰਾ ਰਸਤਾ ਜਿਹੜਾ 5-10 ਕਿਲੋਮੀਟਰ ਦਾ ਰਸਤਾ ਹੈਗਾ ਆ, ਉਹ ਤੁਸੀਂ ਪਹੁੰਚ ਜਾਓ। ਤੇ ਉਸ ਵੇਲੇ ਚਾਅ ਹੀ ਇੰਨਾ ਹੁੰਦਾ ਸੀਗਾ ਕਿ ਪਤਾ ਨਹੀਂ ਤੁਸੀਂ ਰੋਂਗ ਸਾਈਡ ਤੋਂ ਨਿਕਲ ਕੇ ਜਾਂ ਕਿੱਥੋਂ ਨਿਕਲ ਕੇ, ਤੇ ਤੁਸੀਂ ਤੇਜ਼ ਚਲਾਉਂਦੇ ਹੋ ਜਾਂ ਓਵਰ ਸਪੀਡ ਹੁੰਦੇ, ਮੈਨੂੰ ਨਹੀਂ ਪਤਾ। ਤੇ ਚਲਾਉਂਦੇ ਵੀ ਅਸੀਂ ਉਸ ਵੇਲੇ ਸਾਈਕਲ ਹੁੰਦੇ ਸੀ, ਤੁਸੀਂ ਇਹ ਦੇਖ ਲਓ, ਚਲਾਉਂਦੇ ਕਾਲਜ MA ਤੱਕ, MA ਤੱਕ ਜਦੋਂ ਕੀਤਾ, ਮੈਨੂੰ ਯਾਦ ਹੈ ਕਿ ਰੇਡੀਓ ਤੇ ਅਸੀਂ ਪਹਿਲੀ ਵਾਰ ਮੈਂ ਸਾਈਕਲ ਤੇ ਹੀ ਗਈ ਸੀਗੀ ਜਦੋਂ ਆਡੀਸ਼ਨ ਵਗੈਰਾ ਦੇਣ ਗਏ ਆ। ਜਦੋਂ ਐਮਰਜੈਂਸੀ 'ਚ ਬੁਲਾਣਾ, ਰਮਨ, ਮੈਨੂੰ ਹੁਣ ਬਹੁਤ ਸਾਰੀਆਂ ਯਾਦਾਂ ਆ ਰਹੀਆਂ। ਹੋ ਸਕਦਾ ਸਾਡੇ ਸੁਣਨ ਵਾਲੇ ਸੁਣ ਕੇ ਹੱਸ ਵੀ ਰਹੇ ਹੋਣਗੇ, ਉਹਨਾਂ ਨੂੰ ਬੋਰਿੰਗ ਵੀ ਲੱਗ ਰਿਹਾ ਹੋਏਗਾ, ਪਰ ਕਿਉਂਕਿ ਮੈਂ ਵੀ ਨਾਲ ਨਾਲ ਗਵਾਚ ਰਹੀ ਹਾਂ। ਰਮਨ ਕੋਲ ਹੁੰਦਾ ਸੀ ਜਿਹਨੂੰ ਲੇਡੀ ਸਾਈਕਲ ਕਹਿੰਦੇ ਸੀ, ਮੇਰੇ ਕੋਲ ਡੰਡੇ ਵਾਲਾ ਸਾਈਕਲ ਹੁੰਦਾ ਸੀ। ਰਮਨ, ਇੱਕ ਖਬਰਾਂ ਦਾ ਸਮਾਂ ਹੋ ਰਿਹਾ, ਇੱਕ ਕਮਰਸ਼ੀਅਲ ਬ੍ਰੇਕ, ਖਬਰਾਂ, ਤੇ ਉਸ ਤੋਂ ਬਾਅਦ ਆਪਾਂ ਇਹ ਗੱਲਬਾਤ ਜਾਰੀ ਰੱਖਦੇ ਹਾਂ। ਹੋਲਡ ਕਰਨਾ ਥੋੜੀ ਦੇਰ ਲਈ ਪਲੀਜ਼। ਠੀਕ ਹੈ, ਓਕੇ। ਸਾਡੇ ਸੁਣਨ ਵਾਲੇ ਨੂੰ ਮੈਂ ਕਹੂੰਗੀ ਕਿ ਗੱਲ ਅੱਜ ਜਦੋਂ ਵੰਡਰਫੁਲ ਵਿਮਨਸ ਵੈਨਸਡੇ ਦੇ ਵਿੱਚ ਹੋ ਰਹੀ ਹੈ, ਗੱਲਾਂ ਬੇਸ਼ੱਕ ਅਸੀਂ ਬਹੁਤ ਲਾਈਟ ਟੋਨ ਦੇ ਵਿੱਚ ਗੱਲਾਂ ਕਰ ਰਹੇ ਹਾਂ, ਪਰ ਇਹਨਾਂ ਗੱਲਾਂ ਦੇ ਵਿੱਚੋਂ ਖਾਸ ਕਰਕੇ ਜਿਹੜੀਆਂ ਲੇਡੀਜ਼ ਨੇ, ਕੁੜੀਆਂ ਨੇ, ਔਰਤਾਂ ਪ੍ਰੋਗਰਾਮ ਸੁਣ ਰਹੀਆਂ ਨੇ, ਤੁਸੀਂ ਇਹ ਦੇਖੋ ਕਿ ਕਿੱਥੋਂ ਕਦੋਂ ਅਸੀਂ ਛੋਟੀਆਂ ਗੱਲਾਂ ਨੂੰ ਇਗਨੋਰ ਕਰਦੇ ਹੋਏ ਕੁਝ ਬਹੁਤ ਖਾਸ ਗੱਲਾਂ 'ਤੇ ਫੋਕਸ ਕਰਦੇ ਹੋਏ ਸਾਡਾ ਜਿਹੜਾ ਸਫ਼ਰ ਹੈ ਉਹ ਸੁਹਾਣਾ ਹੋ ਜਾਂਦਾ ਹੈ, ਅਤੇ ਮੰਜ਼ਿਲ ਵੀ ਕਈ ਵਾਰ ਆਪਣੇ ਆਪ ਸਾਹਮਣੇ ਆ ਕੇ ਖੜੀ ਹੋਣੀ ਸ਼ੁਰੂ ਹੋ ਜਾਂਦੀ ਹੈ। ਜੋ ਰਮਨ ਬਿਆਨ ਕਰ ਰਹੇ ਨੇ, ਕਹਿੰਦੇ ਕਿ ਮੈਂ ਮਿੱਥਿਆ ਕੁਛ ਨਹੀਂ ਸੀ, ਪਰ ਹਾਂ ਜਿੱਥੇ ਪਹੁੰਚੀ ਹਾਂ, ਜਿੱਥੇ ਮੈਂ ਇਸ ਵੇਲੇ ਖੜੀ ਹਾਂ, ਮੈਂ ਖੁਸ਼ ਹਾਂ। ਇਸ ਤਰ੍ਹਾਂ ਵੀ ਹੁੰਦਾ। ਰਮਨਪ੍ਰੀਤ, ਤੁਸੀਂ ਆਪਣੇ ਮੀਡੀਆ ਦਾ ਸਫ਼ਰ ਜਿਹੜਾ ਉਹਦਾ ਜ਼ਿਕਰ ਕਰਨਾ ਸ਼ੁਰੂ ਕੀਤਾ ਸੀ ਕਿ ਦੂਰਦਰਸ਼ਨ ਅਤੇ ਆਲ ਇੰਡੀਆ ਰੇਡੀਓ ਜਲੰਧਰ ਦੇ ਵਿੱਚ ਤੁਸੀਂ ਯੂਥ ਪ੍ਰੋਗਰਾਮਸ ਕਰਨੇ ਸ਼ੁਰੂ ਕੀਤੇ, ਅਤੇ ਉਸ ਤੋਂ ਬਾਅਦ ਫਿਰ ਕਿੱਧਰ ਨੂੰ ਤੁਹਾਡਾ ਇਹ ਸਫ਼ਰ ਤੁਹਾਨੂੰ ਲੈ ਕੇ ਗਿਆ? ਯੂਥ ਪ੍ਰੋਗਰਾਮ ਕਰਦੇ ਹੋਏ ਜਿਵੇਂ ਦੱਸਿਆ ਕਿ ਸਾਡੀ ਕੋਈ ਇੱਦਾਂ ਦੀ ਪਲੈਨਿੰਗ ਕੋਈ ਨਹੀਂ ਸੀ, ਪਰ ਜਿਸ ਤਰ੍ਹਾਂ ਮੌਕਾ ਮਿਲਦਾ ਗਿਆ ਔਰ ਜਿਸ ਤਰ੍ਹਾਂ ਮਿਹਨਤ ਕਰਦੇ ਸੀਗੇ, ਆਪਾਂ ਇਕੱਠੇ ਸੀ ਕਿ ਜਦੋਂ ਵੀ ਕੋਈ ਐਂਕਰਿੰਗ ਕਰਨੀ ਹੁੰਦੀ, ਭਾਵੇਂ ਉਹ ਘੰਟੇ ਦਾ ਜਾਂ ਅੱਧੇ ਘੰਟੇ ਦਾ ਪ੍ਰੋਗਰਾਮ ਹੁੰਦਾ ਸੀ, ਉਹਦੇ ਲਈ ਅਸੀਂ ਕਈ ਘੰਟੇ ਲਗਾਉਂਦੇ ਸਕ੍ਰਿਪਟਿੰਗ ਲਿਖਣ ਨੂੰ ਕਿ ਓਪਨਿੰਗ ਕਿੱਦਾਂ ਦੀ ਹੋਵੇ, ਫਿਰ ਅਸੀਂ ਹਰ ਗੀਤ ਤੋਂ ਬਾਅਦ ਜਾਂ ਵਿਚਲੀ ਜਿਹੜੀ ਕੁਐਸਚਨਿੰਗ ਕਰਨੀ ਕਿੱਦਾਂ, ਉਹਨੂੰ ਦੇਖਦੇ ਹੋਏ। ਔਰ ਮੇਰੇ ਖਿਆਲ ਨਾਲ ਜਦੋਂ ਤੁਸੀਂ ਸਿੰਸੈਰਿਟੀ ਨਾਲ ਕੰਮ ਕਰਦੇ ਹੋ ਤੇ ਉਹ ਨਜ਼ਰ ਆਉਂਦਾ। ਤੇ ਬਹੁਤ ਸਾਰੇ ਪ੍ਰੋਗਰਾਮਾਂ 'ਚ ਕੰਮ ਕਰਨ ਦਾ ਮੌਕਾ ਮਿਲਿਆ, ਦੂਰਦਰਸ਼ਨ ਦੇ ਹਰ ਤਰ੍ਹਾਂ ਦੇ ਪ੍ਰੋਗਰਾਮ, ਚਾਹੇ ਉਹ ਡਿਸਕਸ਼ਨ ਬੇਸ ਸੀਗੇ ਤੇ ਜਾਂ ਫਿਰ ਉਹ ਰੰਗਾਰੰਗ ਪ੍ਰੋਗਰਾਮ ਸੀਗੇ। ਤੇ ਉਹਦੇ 'ਚ ਗੱਲ ਕੀਤੀ ਕਿ ਜਦੋਂ ਤੁਸੀਂ ਮਿਹਨਤ ਕਰਦੇ ਹੋ ਤੇ ਤੁਸੀਂ ਲੋਕਾਂ ਦੀ ਨਜ਼ਰ 'ਚ ਆਉਂਦੇ ਹੋ, ਔਰ ਜਿਹੜੇ ਲੋਕਾਂ ਨੂੰ ਕੰਮ ਚਾਹੀਦਾ ਉਹਨਾਂ ਦੀ ਨਜ਼ਰ, ਉਹਨਾਂ ਦੀ ਤੁਸੀਂ ਪਹਿਲੀ ਪਸੰਦ ਬਣ ਜਾਂਦੇ ਕਿ ਇਹਨੂੰ ਬੁਲਾ ਲਓ ਜੀ, ਤੁਹਾਨੂੰ ਕੁਛ ਗਾਈਡ ਕਰਨ ਦੀ ਲੋੜ ਨਹੀਂ ਪੈਣੀ ਤੇ ਕਿਸੇ ਤਰ੍ਹਾਂ ਦੀ ਪ੍ਰੋਬਲਮ ਨਹੀਂ ਆਉਣੀ। ਤੇ ਰੇਡੀਓ TV ਤੇ ਕੰਮ ਕਰਦੇ ਫਿਰ ਲਿਖਣ ਜਦੋਂ ਲੱਗਿਆ ਕਿ ਐਂਕਰਿੰਗ ਸੋਹਣੀ ਲਿਖਦੀ ਹੈ, ਤੇ ਉਹ ਕੁਛ ਪ੍ਰੋਗਰਾਮ ਸਕ੍ਰਿਪਟਿੰਗ ਦਾ ਮੌਕਾ ਲੱਗਿਆ, ਜੀ ਸਕ੍ਰਿਪਟ ਲਿਖ ਦਿਓ, ਸਕ੍ਰਿਪਟ ਰਾਈਟਿੰਗ ਕਰਤੀ ਜੀ। ਤੇ ਇਸ ਲਈ ਕਰਦੇ ਕਾਫੀ ਸਾਲ ਨਿਕਲ ਗਏ। ਕਾਲਜ ਦੇ ਵਿੱਚ ਪੜ੍ਹਾਉਣਾ, ਗ੍ਰੈਜੂਏਸ਼ਨ ਤੋਂ ਬਾਅਦ ਪੋਸਟ ਗ੍ਰੈਜੂਏਸ਼ਨ ਕੰਪਲੀਟ ਹੋ ਗਈ, ਫਿਰ ਉਸ ਤੋਂ ਬਾਅਦ ਕਾਲਜ 'ਚ ਪੜ੍ਹਾਉਣਾ ਸ਼ੁਰੂ ਕਰ ਦਿੱਤਾ। ਤੇ ਉਹਨੂੰ ਕਰਦੇ
ਐਂਕਰਿੰਗ ਦਾ ਦੌਰ ਕਾਫੀ ਲੰਬਾ ਚੱਲਿਆ, ਕਾਫੀ ਲੰਬਾ। ਫਿਰ ਜੇ ਮੈਂ ਗੱਲ ਕਰਾਂ ਪ੍ਰੋਡਕਸ਼ਨ ਦੀ, ਪ੍ਰੋਡਕਸ਼ਨ ਦਾ ਕਿੱਥੋਂ ਲੱਗਾ, 2004 ਦੇ ਵਿੱਚ ਜਦੋਂ ਨਹੀਂ ਉਸ ਤੋਂ ਪਹਿਲਾਂ ਦੀ ਗੱਲ ਹੈ ਕਿ ਆਲ ਇੰਡੀਆ ਰੇਡੀਓ ਦੇ ਪ੍ਰੋਗਰਾਮ ਕਰਦੇ ਹੋਏ ਰੇਡੀਓ ਹਮਸਫਰ ਵਾਲਾ ਆਇਆ ਸੀ, ਜਿੱਥੇ ਆਪਾਂ ਦੋਨਾਂ ਨੇ ਇਕੱਠਿਆਂ ਕੰਮ ਕੀਤਾ ਹੈ ਨਾ, ਉਹਨਾਂ ਦੇ ਪ੍ਰੋਗਰਾਮ ਮੌਂਟਰੀਅਲ ਵਾਲਾ ਰੇਡੀਓ ਹਮਸਫਰ, ਉਸ ਦੇ ਦੌਰਾਨ ਅਸੀਂ ਇੱਕ ਮਤਲਬ ਦੂਰਦਰਸ਼ਨ ਤੇ ਆਲ ਇੰਡੀਆ ਰੇਡੀਓ ਤੋਂ ਅਲੱਗ ਕੰਮ ਕਰਨਾ ਸ਼ੁਰੂ ਕੀਤਾ, ਯਾਨੀ ਬਾਹਰ, ਬਿਲਕੁਲ ਪ੍ਰਾਈਵੇਟ ਜਿਹਨੂੰ ਕਹਿੰਦੇ ਆ। ਫਿਰ ਉਹਦੇ ਨਾਲ ਇੱਕ ਰੈਫਰੈਂਸ ਬਣਿਆ, ਫਿਰ ਉਸ ਤੋਂ ਉਹਨੂੰ ਕਰਦੇ ਕਰਦੇ ਫਿਰ ਉਸੇ ਸਿਲਸਿਲੇ ਦੇ ਵਿੱਚ ਉਦੋਂ ਕਾਲਜ ਪੜ੍ਹਾਉਂਦੇ ਵੀ ਸੀ, ਰੇਡੀਓ ਟੀਵੀ ਦੇ ਪ੍ਰੋਗਰਾਮ ਵੀ ਕਰਦੇ ਸੀ, ਤੇ ਇੰਗਲੈਂਡ ਜਾਣ ਦਾ ਵੀ ਮੌਕਾ ਮਿਲਿਆ ਰੇਡੀਓ ਪੰਜਾਬ, ਜਿੱਥੇ ਮਿਸਟਰ ਘੁੰਮਣ ਜਿਨ੍ਹਾਂ ਨੂੰ ਉੱਥੇ ਐਂਕਰਸ ਚਾਹੀਦੇ ਸੀਗੇ, 2 ਜਾਂ 3 ਐਂਕਰ ਚਾਹੀਦੇ ਸੀ, ਉਹਨਾਂ ਨੇ ਆਡੀਸ਼ਨਸ ਕੀਤਾ ਤੇ ਉਹ ਵੀ ਮਤਲਬ ਟਰਾਈ ਕਰਦੇ ਕਰਦੇ, ਕੋਈ ਐਸਾ ਪਲੈਨਿੰਗ ਨਹੀਂ ਸੀ, ਸਿਲੈਕਸ਼ਨ ਹੋ ਗਈ ਆਪਣੀ ਤੇ ਤੁਸੀਂ ਵੀ ਨਾਲ ਸੀਗੇ, ਜਾਣ ਦਾ ਵੀ ਲੱਗਿਆ ਕਿ ਹਾਂਜੀ ਚਲੋ ਠੀਕ ਹੈ ਜਾਂਦੇ ਹਾਂ। ਤੇ ਉੱਥੋਂ ਵਿਦਿਨ 6 months ਕਿਉਂਕਿ ਕੀ ਕਹਿ ਲਈਏ ਦਿਲ ਨਹੀਂ ਲੱਗਿਆ ਜਾਂ ਮਨ ਨਹੀਂ ਲੱਗਿਆ, ਉੱਥੋਂ ਵਾਪਸ ਆ ਗਏ। ਜਦੋਂ ਵਾਪਸ ਆਏ ਤਾਂ ਕਾਲਜ ਦਾ ਜਿਹੜਾ ਮੈਂ ਜੋਬ ਕਰਦੀ ਸੀ ਉਹ ਛੱਡ ਕੇ ਗਈ ਸੀ, ਜਦਕਿ ਪ੍ਰਿੰਸੀਪਲ ਨੇ ਵੀ ਕਿਹਾ ਸੀ ਕਿ ਨਹੀਂ ਤੁਹਾਡੇ ਵਰਗੇ ਵਰਕਰ ਨੂੰ ਮੈਂ ਛੱਡਣਾ ਨਹੀਂ ਚਾਹੁੰਦੀ, ਤੇ ਕਹਿੰਦੇ ਤੁਸੀਂ ਆਹ ਆਪਣਾ ਵੀਜ਼ਾ ਕੈਂਸਲ ਕਰਾ ਦਿਓ। ਫਿਰ ਗੱਲ ਇਹ ਸੀ ਕਿ ਨਹੀਂ ਜੀ ਉਹਨਾਂ ਨੇ ਸਾਰੇ ਪੈਸੇ ਉਹਨਾਂ ਨੇ ਖਰਚੇ, ਜਦਕਿ ਲੋਕੀ ਪੈਸੇ ਲਗਾ ਕੇ ਜਾਂਦੇ ਆ, ਤੇ ਯਾਦ ਹੋਏਗਾ ਸਾਡਾ ਤਾਂ ਇੱਕ ਪੈਸਾ ਵੀ ਨਹੀਂ ਸੀ ਲੱਗਿਆ, ਨਾ ਟਿਕਟ ਦਾ ਨਾ ਖਰਚਾ, ਕਿਉਂਕਿ ਉਹ ਅਸੀਂ ਗੱਲ ਕਰ ਸਕਦੇ ਕਿ ਉਹਨਾਂ ਨੂੰ ਪਹਿਲੀ ਵਾਰ ਪ੍ਰੋਫੈਸ਼ਨਲ ਐਂਕਰਸ ਮਿਲੇ ਸੀਗੇ, ਔਰ ਨੰਬਰ 1 ਤਾਂ ਪ੍ਰੋਫੈਸ਼ਨਲ ਪ੍ਰੈਜ਼ੈਂਟਰ, ਔਰ ਨੰਬਰ 2 ਜਿਹੜੇ ਕੰਮ ਤੇ ਪੂਰੇ ਫੋਕਸ ਸੀ, ਜਿਨ੍ਹਾਂ ਨੇ ਕੁਝ ਕਰਨਾ ਸੀਗਾ। ਸੋ ਉਹਦੇ ਕਰਕੇ ਫਿਰ ਮੈਂ ਰਿਫਿਊਜ਼ ਕਾਲਜ 'ਚ ਕੀਤਾ ਕਿ ਨਹੀਂ ਜੀ ਉਹਨਾਂ ਨੇ ਹੁਣ ਤਾਂ ਸਾਰਾ ਇੰਤਜ਼ਾਮ ਕਰ ਲਿਆ, ਵੀਜ਼ਾ ਲੱਗ ਗਿਆ, ਖਰਚਾ ਵੀ ਉਹਨਾਂ ਨੇ ਕੀਤਾ, ਤੇ ਅਸੀਂ ਏਦਾਂ ਨਹੀਂ ਕਰ ਸਕਦੇ। ਤੇ ਚਲੋ ਜਦੋਂ ਮੈਂ 6 ਮਹੀਨੇ ਬਾਅਦ ਵਾਪਸ ਆਈ ਹਾਂ ਤੇ ਆ ਕੇ ਮੇਰੀ ਆਪਣੀ ਜੂਨੀਅਰਸ ਹੁੰਦੇ ਸੀ, ਕੁਲਜਿੰਦਰ ਸਿੱਧੂ ਔਰ ਉਹਨਾਂ ਨਾਲ ਦਿਨੇਸ਼ ਸੂਦ, ਇਹਨਾਂ ਦੀ ਆਪਣੀ ਕੰਪਨੀ ਹੁੰਦੀ ਸੀਗੀ, ਮੀਡੀਆ ਕੰਪਨੀ, ਐਡਵਰਟਾਈਜ਼ਿੰਗ। ਇਹਨਾਂ ਨੇ ਕੋਈ ਦੂਰਦਰਸ਼ਨ ਦੇ ਉੱਪਰ ਪ੍ਰੋਗਰਾਮ ਲਿਆ ਤੇ ਉਦੋਂ ਉਹਨਾਂ ਨੇ ਟੀਮ ਬਣਾਉਣੀ ਸੀ ਤੇ ਮੈਨੂੰ ਬੁਲਾਇਆ ਕਿ ਅੱਛਾ ਐਂਕਰਿੰਗ ਵਾਸਤੇ। ਤੇ ਜਦੋਂ ਮੈਂ ਉਹਨਾਂ ਨੂੰ ਮਿਲਣ ਗਈ ਤੇ ਕਰਦੇ ਕਰਦੇ ਗੱਲ ਇੱਥੇ ਪਹੁੰਚੀ ਕਿ ਤੁਸੀਂ ਸਾਡਾ ਪ੍ਰੋਜੈਕਟ ਹੀ ਜਿਹੜਾ ਹੈ ਉਸ ਸਾਰੇ ਨੂੰ ਹੈਂਡਲ ਕਰੋ। ਤੇ ਉਹ ਨਿਊਜ਼ਪੇਪਰ ਦਾ ਦੇਖਦੇ ਸੀ, ਨਿਊਜ਼ ਏਜੰਸੀ ਦੇ ਵਿੱਚ ਨਿਊਜ਼ਪੇਪਰ ਅਸੀਂ ਦੇਖ ਲਾਂਗੇ ਵੀਡੀਓ। ਮੈਂ ਫਿਰ ਉਹਨੂੰ ਕਿਹਾ ਕਿ ਮੈਨੂੰ ਐਂਕਰਿੰਗ ਆਉਂਦੀ ਹੈ, ਮੈਨੂੰ ਸਕ੍ਰਿਪਟਿੰਗ ਆਉਂਦੀ ਹੈ, ਪਰ ਜੇ ਤੁਸੀਂ ਕਹੋ ਵੀਡੀਓ ਪ੍ਰੋਡਕਸ਼ਨ ਜਾਂ ਬਾਕੀ ਉਹ ਮੈਨੂੰ ਕੁਛ ਨਹੀਂ ਆਉਂਦਾ। ਕਹਿੰਦੇ ਨਹੀਂ ਸਾਨੂੰ ਇਹ ਚੀਜ਼ਾਂ ਤੁਸੀਂ ਕਰ ਲਓਗੇ, ਕਿਉਂਕਿ ਅਸੀਂ ਇੱਕ ਚੀਜ਼ ਨੋਟਿਸ ਕੀਤੀ ਹੈ, ਤੁਸੀਂ ਜਦੋਂ ਵੀ ਬੁਲਾਓ ਟਾਈਮ ਤੇ ਆਉਂਦੇ ਹੋ, ਤੇ ਸਾਨੂੰ ਲੱਗਦਾ ਕਿ ਜਿਹੜਾ ਬੰਦਾ ਟਾਈਮ ਤੇ ਆ ਰਿਹਾ ਦਾ ਮਤਲਬ ਉਹਦਾ ਇੰਟਰਸਟ ਵੀ ਹੈ, ਤੇ ਜਿਹੜਾ ਟਾਈਮ ਤੇ ਆ ਰਿਹਾ ਇਟ ਮੀਨਸ ਉਹਨੇ ਅੱਧੀ ਜੰਗ ਜਿੱਤ ਲਈ। ਤੇ ਫਿਰ ਮੈਂ ਹੁਣ ਕਿਹਾ ਸੀ, ਮੈਂ ਕਿਹਾ ਪਹਿਲੇ 5 ਐਪੀਸੋਡ ਦੀ ਮੇਰੀ ਕੋਈ ਰਿਸਪੋਂਸੀਬਿਲਿਟੀ ਨਹੀਂ, ਤੇ ਮੈਂ ਕਿਹਾ ਉਸ ਤੋਂ ਬਾਅਦ ਤੁਹਾਨੂੰ ਇਹਦੇ ਬਾਰੇ ਚਿੰਤਾ ਕਰਨ ਦੀ ਕੋਈ ਲੋੜ ਨਹੀਂ। ਤੇ ਦੂਜਾ ਤੋਂ ਜਾਣੀਏ ਪ੍ਰੋਗਰਾਮ ਇੰਨਾ ਅੱਛਾ ਸੀ, ਜਿਹਦੇ ਲਈ ਮੈਂ ਪਹਿਲੇ ਸਕ੍ਰਿਪਟਿੰਗ ਵੀ ਕੀਤੀ, ਉਹਦੇ ਲਈ ਸਕ੍ਰਿਪਟਿੰਗ ਕੀਤੀ, ਐਂਕਰਿੰਗ ਕੀਤੀ, ਔਰ ਕਰਦੇ ਕਰਦੇ ਉਹਦੀ ਡਾਇਰੈਕਸ਼ਨ ਔਰ ਪ੍ਰੋਡਕਸ਼ਨ ਦੋਨੋਂ ਉਹ ਕਰਨ ਦਾ ਮੌਕਾ ਮਿਲਿਆ। ਉਹ ਮੇਰੇ ਲਈ ਪਹਿਲਾ ਪ੍ਰੋਗਰਾਮ ਸੀਗਾ ਜਿਹਦੇ ਵਿੱਚ ਵੀਡੀਓ ਪ੍ਰੋਡਕਸ਼ਨ ਕੀਤੀ, ਪਰ ਮੈਨੂੰ ਵੀਡੀਓ ਪ੍ਰੋਡਕਸ਼ਨ ਦਾ ਵੀ ਨਹੀਂ ਸੀ ਪਤਾ ਕਿ ਵੀ ਕੀ ਹੁੰਦਾ ਵੀਡੀਓ ਪ੍ਰੋਡਕਸ਼ਨ ਦਾ। ਪਰ ਹਾਂ ਇੰਟਰਸਟ ਸੀਗਾ। ਫਿਰ ਇੱਕ ਬੇਸਿਕ ਚੀਜ਼ ਹੁੰਦੀ ਹੈ, ਕਹਿੰਦੇ ਨੇ ਨਾ ਜੋ ਵੀ ਅਸੀਂ ਚੀਜ਼ ਬਣਾਉਂਦੇ ਹਾਂ, ਚਾਹੇ ਉਹ ਆਡੀਓ ਹੈ, ਵਿਜ਼ੂਅਲ, ਉਹਦੀ ਆਤਮਾ ਉਹਦੀ ਸਕ੍ਰਿਪਟ ਹੁੰਦੀ ਹੈ, ਉਹਦੀ ਪਲੈਨਿੰਗ ਹੁੰਦੀ ਹੈ। ਤੇ ਉਹ ਇੱਕ ਆਦਤ ਸੀਗੀ ਵਿਦਾਊਟ ਐਨੀ ਟ੍ਰੇਨਿੰਗ, ਪਰ ਇੱਦਾਂ ਹੁੰਦਾ ਸੀ ਕਿ ਅੱਛਾ ਲਿਖ ਲਿਆ, ਉਹਨੂੰ ਅੱਛੇ ਤਰੀਕੇ ਨਾਲ ਕਰ ਲਓ, ਟਾਈਮ ਵੇਸਟ ਨਾ ਕਰੋ। ਸ਼ੂਟ ਤੇ ਗਏ ਹਾਂ ਤੇ ਕਿਉਂਕਿ ਬਹੁਤੀ ਵਾਰ ਕੀ ਹੁੰਦਾ ਕਿ ਜਿਹੜਾ ਸਾਡਾ ਇਹ ਪ੍ਰੋਡਕਸ਼ਨ ਦਾ ਦੀ ਫੀਲਡ ਹੈ ਨਾ, ਉਹ ਇੱਦਾਂ ਲਈ ਜਾਂਦੀ ਕਿ ਠੀਕ ਹੈ ਜੀ ਥੋੜਾ ਜਿਹਾ ਕੰਮ ਕਰ ਲਓ, ਫਿਰ ਬਹਿ ਜਾਓ ਜੀ, ਫਿਰ ਖਾ ਲਓ ਜੀ, ਫਿਰ ਬ੍ਰੇਕ ਲੈ ਲਓ ਜੀ। ਤੇ ਉਹ ਮੈਂ ਕਦੇ ਵੀ ਨਹੀਂ ਕੀਤਾ। ਮੈਨੂੰ ਲੱਗਦਾ ਕਿ ਕੰਮ ਤੇ ਗਏ ਤਾਂ ਕੰਮ ਖਤਮ ਕਰ ਲਓ ਪਹਿਲਾਂ, ਉਦੋਂ ਬਾਅਦ ਖਾਣਾ ਪੀਣਾ। ਤੇ ਸਗੋਂ ਮੇਰੇ ਨਾਲ ਜਿਹੜੀ ਕਈ ਵਾਰ ਟੀਮ ਗਈ ਹੁੰਦੀ ਸੀ ਨਾ, ਮੈਨੂੰ ਹੁਣ ਦੱਸਦੇ ਕਹਿੰਦੇ ਮੈਡਮ ਅਸੀਂ ਨਾ ਔਖੇ ਹੁੰਦੇ ਕਿ ਮੈਡਮ ਨਾ ਤਾਂ ਆਪ ਖਾਂਦੀ ਤੇ ਰੋਟੀ ਤੇ ਨਾ ਸਾਨੂੰ ਖਾਣ ਦੇ ਟਾਈਮ ਤੇ ਕੰਮ 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 ਕੰਮ। ਬਾਕੀ ਪ੍ਰੋਡਕਸ਼ਨ 'ਚ ਅਸੀਂ ਜਾਂਦੇ ਹਾਂ ਤੇ ਉੱਥੇ ਦਾ ਵੀ ਕਹਿੰਦੇ ਥੋੜਾ ਜਿਹਾ ਕੰਮ ਕਰੋ, ਚਲੋ ਜੀ ਬ੍ਰੇਕ। ਮੈਂ ਕਿਹਾ ਨਹੀਂ ਏਦਾਂ ਆ, ਜਦੋਂ ਅਸੀਂ ਕੰਮ ਨਿਬੇੜ ਕੇ ਨਿਕਲਦੇ ਤੁਹਾਡੀ ਤਸੱਲੀ ਹੁੰਦੀ ਹੈ। ਰਮਨ ਇੱਥੇ ਮੈਂ ਥੋੜਾ ਜਿਹਾ ਇੱਥੇ ਮੈਂ ਹੋਰ ਜਾਣਕਾਰੀ ਚਾਹੁੰਦੀ ਹਾਂ। ਮੈਂ ਆਪਣੇ ਸੁਣਨ ਵਾਲਿਆਂ ਨੂੰ ਵੀ ਦੱਸਦਿਆਂ ਨਾਲ ਕਿ ਇਹ ਉਹ ਟਾਈਮ ਸੀ ਜਦੋਂ ਮੇਰੇ ਤੇ ਰਮਨਪ੍ਰੀਤ ਦੇ ਰਸਤੇ ਸਾਡੇ ਵੱਖਰੇ ਹੋ ਗਏ। ਮੈਂ ਉਦੋਂ ਕੈਨੇਡਾ ਆ ਗਈ ਸੀ ਤੇ ਰਮਨਪ੍ਰੀਤ ਨੇ ਉਦੋਂ ਇੰਡੀਆ ਦੇ ਵਿੱਚ ਹੋਰ ਜ਼ਿਆਦਾ ਆਪਣਾ ਜਿਹੜਾ ਕੰਮ ਸੀ ਉਹ ਸ਼ੁਰੂ ਕਰ ਦਿੱਤਾ ਸੀ। ਉਸ ਤੋਂ ਬਾਅਦ ਮੈਨੂੰ ਪਤਾ ਲੱਗਾ ਕਿ ਰਮਨਪ੍ਰੀਤ ਨੇ ਇੱਕ ਵੀਡੀਓ ਪ੍ਰੋਡਕਸ਼ਨ ਦਾ ਡਿਪਲੋਮਾ ਵੀ ਕੀਤਾ, ਕਿਉਂਕਿ ਜਦੋਂ ਅਸੀਂ ਐਕਸਲੈਂਸ ਲੱਭਦੇ ਰਹਿੰਦੇ ਹਾਂ, ਅਸੀਂ ਪਰਫੈਕਸ਼ਨਿਸਟ ਹੁੰਦੇ ਹਾਂ, ਉਸ ਵੇਲੇ ਇਹ ਹੁੰਦਾ ਕਿ ਕੰਮ ਬਿਹਤਰ ਕਰਨ ਦੇ ਲਈ ਜੋ ਕੀਤਾ ਜਾ ਸਕਦਾ ਉਹ ਕਰਨਾ ਚਾਹੀਦਾ। ਜਿਹੜਾ ਇੱਕ ਇੰਪੋਰਟੈਂਟ ਸਵਾਲ ਬਣਦਾ, ਕਿਉਂਕਿ ਅੱਜ
ਤੁਹਾਨੂੰ ਮੈਂ ਇੱਕ ਵੰਡਰਫੁਲ ਵੂਮਨ ਦੇ ਤੌਰ 'ਤੇ ਲੈ ਕੇ ਆਈ ਹਾਂ। ਸਾਡੀਆਂ ਜਿਹੜੀਆਂ ਔਰਤਾਂ ਸੁਣ ਰਹੀਆਂ ਨੇ ਉਹਨਾਂ ਨੂੰ ਇਸ ਗੱਲ ਦੀ ਵੀ ਹੈਰਾਨੀ ਹੁੰਦੀ ਹੈ ਕਿ ਇੱਕ ਔਰਤ ਜਾਂ ਇੱਕ ਯੰਗ ਕੁੜੀ ਉਸ ਟਾਈਮ ਦੀ ਜੇ ਮੈਂ ਗੱਲ ਕਰਾਂ ਕਿੰਨਾ ਕੁ ਸੌਖਾ ਸੀ, ਕਿੰਨਾ ਕੁ ਔਖਾ ਸੀ। ਰਮਨ, ਬਹੁਤੀਆਂ ਔਰਤਾਂ, ਬਹੁਤੀਆਂ ਕੁੜੀਆਂ ਉਸ ਵੇਲੇ ਮੀਡੀਆ ਦੇ ਵਿੱਚ ਨਹੀਂ ਸਨ। ਉਸ ਸਮੇਂ ਕਿੱਦਾਂ ਕਦੇ ਚੈਲੰਜਸ ਆਏ ਜਾਂ ਬਿਲਕੁਲ ਹੀ ਨਹੀਂ ਆਏ? ਬਾਹਰ ਦੀ ਮੈਂ ਪ੍ਰੋਫੈਸ਼ਨਲ ਲਾਈਫ ਦੀ ਗੱਲ ਕਰ ਰਹੀ ਹਾਂ, ਮੈਂ ਘਰ ਦੀ ਗੱਲ ਨਹੀਂ ਕਰ ਰਹੀ। ਹਾਂ, ਪ੍ਰੋਫੈਸ਼ਨਲੀ ਚੈਲੰਜ ਮੈਨੂੰ ਲੱਗਦਾ ਨਵਜੋਤ ਜ਼ਰੂਰ ਅੱਜ ਦੇ ਮਾਹੌਲ 'ਚ ਅਸੀਂ ਬੜੀ ਅੰਡਰਸਟੈਂਡ ਕਰਦੇ ਹਾਂ, ਹੈ ਨਾ, ਚੀਜ਼, ਹਾਲਾਤ ਨੂੰ, ਜਗ੍ਹਾ ਨੂੰ। ਮੈਨੂੰ ਲੱਗਦਾ ਕਿ ਉਸ ਵੇਲੇ ਨਾ ਚੈਲੰਜ ਸਿਰਫ ਇਹੀ ਹੁੰਦਾ ਸੀ ਕਿ ਕੰਮ ਕਰਨਾ। ਤੇ ਥੋੜਾ ਜਿਹਾ ਜਦੋਂ ਮੈਂ MA ਕਰ ਰਹੀ ਸੀ ਔਰ ਮੈਂ ਦੱਸਣਾ ਚਾਹਾਂਗੀ ਮੇਰੇ ਫਾਦਰ ਸਾਹਿਬ ਜਿਹੜੇ ਸੀਗੇ ਉਹ ਬਿਮਾਰ ਹੋ ਗਏ ਤੇ ਕੁਛ ਘਰ ਦੇ ਵਿੱਚ ਵੀ ਇੱਦਾਂ ਦਾ ਮਾਹੌਲ ਬਣ ਗਿਆ ਕਿ ਕੰਮ ਕਰਨਾ ਜ਼ਰੂਰੀ ਸੀਗਾ। ਤੇ ਜਿੱਦਾਂ ਹੀ ਗ੍ਰੈਜੂਏਸ਼ਨ, ਪੋਸਟ ਗ੍ਰੈਜੂਏਸ਼ਨ ਕੰਪਲੀਟ ਹੋਈ ਤੇ ਮੇਰੇ ਲਈ ਪ੍ਰਾਇੋਰਟੀ ਬਣ ਗਈ ਕਿ ਜੋਬ ਕਰਨੀ ਹੈ, ਘਰ ਦੇ ਲਈ ਕੁਛ ਹੈਲਪ ਕਰਨੀ ਹੈਗੀ ਹੈ, ਘਰ ਦੀ ਇੱਕ ਸਪੋਰਟ ਬਣਨਾ। ਤੇ ਮੈਨੂੰ ਲੱਗਦਾ ਕਿ ਉਸ ਵੇਲੇ ਫਿਰ ਸਾਰੀਆਂ ਚੀਜ਼ਾਂ ਇੰਪੋਰਟੈਂਟ ਹੀ ਨਹੀਂ ਰਹੀਆਂ ਕਿ ਤੁਸੀਂ ਕਹੋ ਕਿ ਕੁਛ ਲਾਣਾ ਪਾਣਾ ਜਾਂ ਖਾਣਾ ਵੀ। ਹਾਂ, ਨੰਬਰ 1 ਸ਼ੌਕ ਪੂਰਾ ਹੋ ਰਿਹਾ, ਨੰਬਰ 2 ਜ਼ਿੰਮੇਵਾਰੀ, ਇਹ ਦੋ ਚੀਜ਼ਾਂ ਸੀਗੀਆਂ। ਤੇ ਚੈਲੰਜ ਸਿਰਫ ਇਹੀ ਹੁੰਦਾ ਸੀਗਾ ਕਿ ਐਟ ਏ ਟਾਈਮ, ਇੱਕ ਟਾਈਮ ਇਹੋ ਜਿਹਾ ਸੀਗਾ, ਸ਼ਾਇਦ ਤੈਨੂੰ ਵੀ ਯਾਦ ਹੋਏ, ਕਿ ਐਟ ਏ ਟਾਈਮ ਅਸੀਂ ਕਈ ਵਾਰ 3-3 4-4 ਥਾਵਾਂ ਤੇ ਕੰਮ ਕਰ ਰਹੇ ਹੁੰਦੇ ਸੀ। ਦੂਰਦਰਸ਼ਨ ਵੀ, ਆਲ ਇੰਡੀਆ ਰੇਡੀਓ ਵੀ, ਕਾਲਜ ਵੀ, ਪ੍ਰਾਈਵੇਟ ਕੰਮ ਵੀ ਜਿਹੜਾ ਹੁੰਦਾ ਸੀਗਾ। ਕੰਮ ਛੱਡਿਆ ਨਹੀਂ ਸੀ ਕਦੇ। ਚੱਕਰ ਇਹ ਸੀ, ਕੰਮ ਦੀ ਲਗਨ ਇੰਨੀ ਸੀ, ਕੰਮ ਛੱਡਿਆ ਨਹੀਂ ਸੀ। ਉਹ ਤੁਸੀਂ ਸ਼ਾਇਦ ਕਿਤੇ ਭੁੱਲ ਗਏ ਹੋਣੇ ਆ। ਮੈਂ ਇੱਕ ਹੋਰ ਯਾਦ ਦਿਵਾਉਣਾ ਚਾਹੁੰਦੀ ਸਾਡੇ ਸੁਣਨ ਵਾਲਿਆਂ ਨੂੰ, ਸ਼ਾਇਦ ਇਹ ਚੀਜ਼ ਇੰਟਰਸਟਿੰਗ ਲੱਗੇ। ਅਸੀਂ ਸਿਰਫ ਗ੍ਰੈਜੂਏਸ਼ਨ ਕੀਤੀ ਸੀ। ਉਹਨਾਂ ਦਿਨਾਂ ਦੇ ਵਿੱਚ ਐਗਜ਼ਾਮ ਜਿਹੜੇ ਹੁੰਦੇ ਸੀ ਨਾ, ਜਦੋਂ ਦੇ ਦੇਈਦੇ ਸੀਗੇ, ਗਰਮੀਆਂ ਦੀਆਂ ਛੁੱਟੀਆਂ ਹੁੰਦੀਆਂ ਸੀ, ਜੂਨ ਜੁਲਾਈ ਦਾ ਮਹੀਨਾ ਹੁੰਦਾ ਸੀ, ਤੇ ਸਾਨੂੰ ਇਹ ਲੱਗਾ ਕਿ ਵੀ ਹੁਣ BA ਹੋ ਗਈ ਹੈ, ਉਸ ਤੋਂ ਬਾਅਦ ਹੁਣ ਕੀ ਕੀਤਾ ਜਾਏ ਕਿ ਘਰ ਵਿਹਲੇ ਨਹੀਂ ਬਹਿਣਾ, ਕੁਝ ਕਮਾਈ ਦਾ ਪ੍ਰਬੰਧ ਕੀਤਾ ਜਾਏ। ਜਦੋਂ ਕਿ ਕੋਈ ਗਾਈਡੈਂਸ ਨਹੀਂ ਸੀ, ਕਿਸੇ ਤਰ੍ਹਾਂ ਦਾ ਕੁਝ ਨਹੀਂ ਸੀ ਪਤਾ ਅੱਗੋਂ ਅਸੀਂ MA ਕਰਨੀ ਆ ਜਾਂ ਅਸੀਂ ਕੀ ਕਰਨਾ। ਤੇ ਅਸੀਂ ਇੱਕ ਅਖਬਾਰ ਦੇ ਵਿੱਚ ਸ਼ਾਇਦ ਛੋਟੀ ਜਿਹੀ ਐਡ ਪੜ੍ਹੀ ਸੀ। ਅਸੀਂ MBD, ਉੱਥੇ ਬਹੁਤ ਵੱਡਾ ਅਦਾਰਾ ਹੈ, ਉਹਦੇ ਵਿੱਚ ਅਸੀਂ ਟਰਾਂਸਲੇਸ਼ਨ ਦਾ ਕੰਮ ਕਰਨਾ ਸ਼ੁਰੂ ਕੀਤਾ ਥੋੜਾ ਟਾਈਮ, ਛੁੱਟੀਆਂ ਦੇ ਦੌਰਾਨ। ਬਿਲਕੁਲ ਬਿਲਕੁਲ ਬਿਲਕੁਲ। ਟ੍ਰਾਂਸਲੇਸ਼ਨ ਦਾ, ਕਿਉਂਕਿ ਇੰਡੀਪੈਂਡੈਂਟ ਹੋਣ ਦੀ ਚਾਹਤ ਸੀ ਨਾ, ਇੰਡੀਪੈਂਡੈਂਟ ਹੋਣ ਦਾ ਜਿਹੜਾ ਚਾਅ ਸੀਗਾ, ਉਦੋਂ ਮਜਬੂਰੀ ਕੋਈ ਨਹੀਂ ਸੀ। ਹਾਂ, ਔਰ ਦੂਜਾ ਮੈਨੂੰ ਯਾਦ ਹੈ ਨਵਜੋਤ ਕਿ ਟੈਲੀਵਿਜ਼ਨ 'ਚ ਅਸੀਂ ਫਿਲਮਾਂ ਦੇਖਦੇ ਸੀਗੇ ਜਿਹੜੀਆਂ, ਉਹ 'ਚ ਦਿਖਾਉਂਦੇ ਹੁੰਦੇ ਸੀਗੇ ਕਿ ਜਿਹੜੇ ਪੱਤਰਕਾਰ ਨੇ ਜਾਂ ਜਿਹੜੇ ਟੀਚਰਸ ਨੇ ਜਾਂ ਟਾਈਮ ਹੁੰਦੇ ਸੀ, ਕੁੜੀਆਂ ਜਿਹੜੀਆਂ ਖੁਦ ਕਮਾਉਂਦੀਆਂ ਸੀ, ਪੜ੍ਹਦੇ ਵੀ ਸੀ, ਕਮਾਉਂਦੇ ਸੀ। ਉਹ ਇੱਕ ਕੌਨਸੈਪਟ ਵੀ ਮੇਰੇ ਦਿਮਾਗ 'ਚ ਸੀਗਾ ਕਿ ਨਾਲ ਪੜ੍ਹੋ ਤੇ ਨਾਲ ਕੰਮ ਵੀ ਕਰੋ। ਤੇ ਮੈਨੂੰ ਯਾਦ ਹੈ ਕਿ ਜਿਹੜਾ MBD ਵਾਲਾ ਸਿਲਸਿਲਾ ਸੀ, ਇਹ ਪੋਸਟ ਗ੍ਰੈਜੂਏਸ਼ਨ ਦੇ ਦੌਰਾਨ ਹੀ ਸ਼ੁਰੂ ਹੋ ਗਿਆ ਸੀਗਾ। ਤੇ ਮੈਨੂੰ ਯਾਦ ਹੈ ਕਿ ਅਸੀਂ ਟ੍ਰਾਂਸਲੇਸ਼ਨ ਕਰਨ ਲਈ ਬੁੱਕਸ ਜਿਹੜੀਆਂ ਹੁੰਦੀਆਂ ਸੀ ਨਾ, ਬਹੁਤ ਵੱਡੀਆਂ ਤੇ ਮੋਟੀਆਂ ਬੁੱਕਸ ਹੁੰਦੀਆਂ ਸੀਗੀਆਂ, ਤੇ ਉਹ ਲੈ ਕੇ ਆਉਂਦੇ ਹੁੰਦੇ ਸੀਗੇ, ਟ੍ਰਾਂਸਲੇਸ਼ਨ ਦਾ ਵੀ, ਪ੍ਰੂਫ ਰੀਡਿੰਗ ਦਾ ਵੀ। ਔਰ ਉਹਦੇ 'ਚ ਫਿਰ ਇੱਕ ਉਹਨਾਂ ਦਾ ਮੈਗਜ਼ੀਨ ਨਿਕਲਦਾ ਹੁੰਦਾ ਸੀਗਾ, ਉਹਦੇ ਕੁਛ ਪੇਜਿਸ ਦਾ ਮੰਥਲੀ ਮੈਗਜ਼ੀਨ ਸੀਗਾ। ਉਹਦੀਆਂ ਤਾਂ ਐਕਟੀਵਿਟੀ ਸੀਗੀਆਂ ਦੀਆਂ ਸਕੂਲ ਦੀਆਂ ਜਾਂ ਪੜ੍ਹਾਈ ਦੀਆਂ, ਹੈ ਨਾ। ਪਰ ਜਦੋਂ ਮੈਂ ਜਾਂਦੀ ਹੁੰਦੀ ਸੀ, ਫਿਰ ਉਹਨਾਂ ਨੂੰ ਮੇਰਾ ਪ੍ਰੋਫਾਈਲ ਅੱਛਾ ਲੱਗਿਆ ਤੇ ਪ੍ਰੋਫਾਈਲ ਮੈਨੂੰ ਸਪੈਸ਼ਲੀ ਬੁਲਾਇਆ ਤੇ ਮੈਂ ਆਪੇ ਲਿਖ ਕੇ ਭੇਜਿਆ। ਹਲੇ ਆਪਾਂ ਪੋਸਟ ਗ੍ਰੈਜੂਏਸ਼ਨ ਕਰ ਰਹੀ ਸੀ ਮੈਂ, ਤੇ ਉਹਨਾਂ ਨੇ ਕੱਢਿਆ ਸੀ ਆਥਰਸ ਦੀਆਂ ਪੋਸਟਾਂ ਕੱਢੀਆਂ ਸੀ, ਆਥਰ ਚਾਹੀਦੇ ਨੇ। ਤਾਂ ਪਤਾ ਕੀ ਪੋਸਟ ਗ੍ਰੈਜੂਏਸ਼ਨ ਆਪਾਂ ਤਾਂ ਹੀ ਪੋਸਟ ਗ੍ਰੈਜੂਏਸ਼ਨ ਦੇ ਦੌਰਾਨ ਸੀ, ਕਿਉਂਕਿ ਆਪਾਂ BA ਦੇ ਪੇਪਰ ਦੇਣ ਤੋਂ ਬਾਅਦ ਉੱਥੇ ਜਾਣਾ ਸ਼ੁਰੂ ਕਰ ਦਿੱਤਾ ਸੀ। ਹਾਂ। ਤੇ ਮੈਨੂੰ ਯਾਦ ਹੈ ਕਿ ਅਸੀਂ ਆਥਰ ਲਈ ਭਰਿਆ, ਤੇ ਜਦੋਂ ਉੱਥੇ ਇੰਟਰਵਿਊ ਲੈਣ ਲਈ ਸਾਰੇ ਬੜੇ ਵੱਡੇ ਬੰਦੇ ਬੈਠੇ ਸੀ, ਕਹਿੰਦੇ ਹਾਂਜੀ। ਮੈਂ ਕਿਹਾ ਹਾਂਜੀ, ਆਥਰ ਲਈ ਮੈਂ ਕਿਤਾਬਾਂ ਲਿਖ ਲਾਂਗੇ ਅਸੀਂ, ਜਿਹੜੀਆਂ ਹੁਣ ਸਮਝ ਆਉਂਦੀਆਂ ਸੀ ਉਹ ਸਾਨੂੰ ਕਿੱਦਾਂ ਲੈ ਰਹੇ ਹੋਣੇ ਕਿ ਇੱਥੇ BA ਕੀਤੀ ਹੋਈ ਤੇ ਕੁੜੀ ਕਹਿੰਦੀ ਹੈ ਕਿ ਮੈਂ ਆਥਰ ਬਣਨਾ ਹੈ ਤੇ ਮੈਂ ਕਿਤਾਬ ਲਿਖੂੰਗੀ। ਤੇ ਉਹ ਚਲੋ ਆਥਰ ਤਾਂ ਨਹੀਂ ਬਣੇ। ਫਿਰ ਉਹਨਾਂ ਨੇ ਦੇਖ ਕੇ ਕਿ ਤੁਹਾਡੀ ਸਾਨੂੰ ਨਾ ਚਿੱਠੀ ਲਿਖੀ ਹੋਈ, ਜਿਹੜੀ ਐਪਲੀਕੇਸ਼ਨ ਲਿਖੀ ਹੋਈ, ਬਹੁਤ ਪਸੰਦ ਆਈ। ਤੇ ਪਰ ਜਿਹੜਾ ਕਵਰ ਲੈਟਰ ਲਿਖਿਆ ਸੀ ਨਾ, ਕਵਰ ਲੈਟਰ ਲਿਖਿਆ ਸੀ। ਹਾਂ। ਤੇ ਫਿਰ ਉੱਥੇ ਸਿਲਸਿਲਾ ਸ਼ੁਰੂ ਹੋਇਆ। ਉਹਨਾਂ ਦਾ ਮੈਗਜ਼ੀਨ ਸੀਗਾ ਨਿਕਲਦਾ, ਇੱਕ ਉਹਦੀ ਐਡੀਟਰਸ਼ਿਪ ਵੀ ਕੀਤੀ, ਪ੍ਰੂਫ ਰੀਡਿੰਗ ਵੀ ਕੀਤੀ, ਔਰ ਕਾਫੀ ਸਾਰੀਆਂ ਬੁੱਕਸ ਦੀ ਟ੍ਰਾਂਸਲੇਸ਼ਨ ਵੀ ਕੀਤੀ। ਤੇ ਫਿਰ ਇਕੱਠੇ ਪੜ੍ਹਦੇ ਸੀ, ਤੁਹਾਨੂੰ ਪਤਾ ਹੀ ਹੈ। ਫਿਰ ਜਦੋਂ ਸਹੇਲੀਆਂ ਦੀ ਸਾਂਝ ਉਸ ਵੇਲੇ ਸਿਰਫ ਫੋਨ ਤਾਂ ਹੁੰਦੇ ਨਹੀਂ ਸੀਗੇ, ਫੋਨ WhatsApp ਦੀ ਜਾਂ ਫੋਨ ਦੀ ਸਾਂਝ ਹੋਵੇ, ਉਸ ਵੇਲੇ ਕੰਮ ਦੀ ਸਾਂਝ ਹੁੰਦੀ ਸੀ, ਥੋਟਸ ਦੀ ਸਾਂਝ ਹੁੰਦੀ ਸੀ, ਤੇ ਔਰ ਲਾਈਫ 'ਚ ਕੁਛ ਕਰਨ ਦੀ ਸਾਂਝ ਹੁੰਦੀ ਸੀ। ਫਿਰ ਜਦੋਂ ਇੱਥੋਂ ਸਿਲਸਿਲਾ ਸ਼ੁਰੂ ਹੋਇਆ ਤੇ ਉਸ ਦੌਰਾਨ ਸਾਰਾ ਚੱਲਿਆ ਤਾਂ ਹੀ ਦੂਰਦਰਸ਼ਨ ਦੇ ਆਲ ਇੰਡੀਆ ਰੇਡੀਓ। ਫਿਰ ਜੋ 2004 ਦੇ ਵਿੱਚ ਵਾਪਸ ਆ ਕੇ ਸ਼ੁਰੂ ਹੋਇਆ ਦੂਰਦਰਸ਼ਨ ਦੇ ਉੱਪਰ ਪ੍ਰੋਡਕਸ਼ਨ ਦਾ ਸਿਲਸਿਲਾ, ਅਚੀਵਰਸ ਟੌਪ 20। ਉਦੋਂ ਬਾਅਦ ਥੋੜਾ ਸਾਰਾ ਚੇਂਜ ਹੋ ਗਿਆ, ਮੇਰਾ ਇੰਟਰਸਟ ਬਣ ਗਿਆ। ਉਹਨਾਂ ਨੇ ਸਾਲ ਕਈ ਪ੍ਰੋਗਰਾਮ ਚੱਲਿਆ, ਪਰ ਮੇਰਾ ਬਿਲਕੁਲ ਇੰਟਰਸਟ ਚੇਂਜ ਹੋ ਚੁੱਕਿਆ ਸੀ। ਮੈਂ ਹੁਣ ਪੜ੍ਹਾਉਣ ਦਾ ਮੈਨੂੰ ਲੱਗਦਾ ਸੀ ਨਹੀਂ, ਪੜ੍ਹਾਉਣਾ ਨਹੀਂ,
ਮੈਂ ਕੁਛ ਇਦਾਂ ਦਾ ਕਰਾਂ। ਤੇ ਫਿਰ ਮੈਂ ਉਦੋਂ ਬਾਅਦ ਉਹਨਾਂ ਨੇ ਸ਼ੁਰੂ ਨਹੀਂ ਕੀਤਾ, ਮਤਲਬ ਕੰਟੀਨਿਊ ਨਹੀਂ ਕੀਤਾ, ਕਿਉਂਕਿ ਉਹ ਪ੍ਰੋਗਰਾਮ ਬਹੁਤ ਸਕਸੈਸਫੁਲ ਸੀਗਾ। ਤੇ ਮੈਂ ਉਦੋਂ 2006 ਦੇ ਵਿੱਚ ਮੈਂ ਆਪਣਾ ਸ਼ੁਰੂ ਕਰ ਲਿਆ। ਅੱਛਾ, ਆਪਣੀ ਪ੍ਰੋਡਕਸ਼ਨ ਸ਼ੁਰੂ ਕਰ ਲਈ। ਸ਼ਮਸ਼ੀਰ ਕਮਿਊਨੀਕੇਸ਼ਨ, ਹਾਂਜੀ, ਸ਼ਮਸ਼ੀਰ ਕਮਿਊਨੀਕੇਸ਼ਨ ਸ਼ੁਰੂ ਕਰਕੇ ਉਹਦੇ 'ਚ ਛੋਟੀਆਂ ਰੇਡੀਓ ਦੇ ਐਡਸ ਬਣਾਉਣੀਆਂ ਸ਼ੁਰੂ ਕਰਤੀਆਂ। ਫਿਰ ਮੈਨੂੰ ਪਹਿਲੀ ਜਿਹੜੀ ਮਿਲੀ ਸੀ ਡਾਕੂਮੈਂਟਰੀ ਅੱਛੀ ਜਿਹੀ, ਉਹ ਪੰਜਾਬ ਕ੍ਰਿਕਟ ਐਸੋਸੀਏਸ਼ਨ ਮੋਹਾਲੀ ਪੁਲਿਸ ਇਹਨਾਂ ਦੀ ਜਿਹਦੀ ਪ੍ਰੋਡਕਸ਼ਨ ਕੀਤੀ। ਉਦੋਂ ਵੀ ਮੈਂ ਦੱਸਿਆ ਨਾ ਕਿ ਕੋਈ ਇਹਦਾ ਸਮਝ ਨਹੀਂ ਸੀ ਹੁੰਦੀ ਕਿ ਤੁਸੀਂ ਕੀ ਕਰ ਰਹੇ ਹੋ, ਪਰ ਹਾਂ ਇਹ ਸੀਗਾ ਕਿ ਅੱਛਾ ਸਕ੍ਰਿਪਟਿੰਗ ਅੱਛੀ, ਅੱਛਾ ਸ਼ੂਟ ਅੱਛੇ ਤਰੀਕੇ ਨਾਲ ਕਰਿਆ, ਟਾਈਮ ਨਾ ਵੇਸਟ ਕਰੋ। ਤੇ ਫਿਰ ਠੀਕ ਹੈ, ਜਿਹੜੀ ਟੀਮ ਮੈਂਬਰਸ ਹੁੰਦੇ ਸੀ, ਕੋਈ ਐਡੀਟਰ ਹੈ ਜਾਂ ਕੈਮਰਾਮੈਨ ਹੈ, ਉਹਨੂੰ ਆਪਣੇ ਤਰੀਕੇ ਨਾਲ ਢਾਲ ਕੇ ਵੀ ਨਹੀਂ ਕੰਮ ਖਤਮ ਕਰਕੇ ਫਟਾਫਟ ਨਿਕਲੀਏ ਆਪਾਂ। ਤੇ ਉਹ ਅੱਛੀ ਬਣ ਗਈ। ਉਸ ਤੋਂ ਬਾਅਦ ਅੱਗੇ ਤੋਂ ਸਿਲਸਿਲਾ ਚੱਲਦਾ ਰਿਹਾ। ਤੇ ਫਿਰ 2007 ਦੇ ਵਿੱਚ ਜਲੰਧਰ ਵਿੱਚ ਆਈ ਸੀ ਰੇਡੀਓਜ਼, FM ਰੇਡੀਓਜ਼ ਇੰਟਰੋਡਿਊਸ ਹੋਏ ਸੀਗੇ, ਪ੍ਰਾਈਵੇਟ। ਤੇ ਉਹਦੇ 'ਚ ਕੀ ਹੋਇਆ, ਸਾਰੇ ਸ਼ਹਿਰ 'ਚ ਸੀਗਾ ਕਿਉਂਕਿ 4 ਰੇਡੀਓ ਸਟੇਸ਼ਨ ਆਏ ਸੀ, ਇੰਟਰਵਿਊ ਸ਼ੁਰੂ ਹੋ ਗਿਆ ਜੀ, ਬੜੇ ਲੋਕਾਂ ਨੂੰ ਕਾਲਸ ਆ ਗਈਆਂ ਜਾਂ ਅਪਰੋਚ ਕਰ ਲਈ। ਤੇ ਮੈਂ ਸੀਗੀ ਤੇ ਮੈਨੂੰ ਸਾਰਿਆਂ ਪੁੱਛਿਆ, ਮੈਂ ਕਿਹਾ ਨਹੀਂ ਮੈਨੂੰ ਨਹੀਂ ਕੋਈ ਕਾਲ ਆਈ, ਮੈਨੂੰ ਨਹੀਂ ਕੋਈ ਕਾਲ ਆਈ। ਜਦੋਂ 15-20 ਦਿਨ ਸਿਲਸਿਲਾ ਬੜੇ ਜ਼ੋਰਾਂ ਸ਼ੋਰਾਂ ਤੇ ਚੱਲਦਾ ਰਿਹਾ, ਸਾਰਿਆਂ ਦੀ ਸਿਲੈਕਸ਼ਨ ਹੋ ਗਈਆਂ ਜਾਂ ਸਾਰਿਆਂ ਨੇ ਕਹਿਣਾ ਸ਼ੁਰੂ ਕਰਤਾ ਜੀ ਮੈਨੂੰ ਤਾਂ ਫਲਾਣੇ ਰੇਡੀਓ 'ਚ ਮਿਲ ਗਈ, ਮੈਂ ਤਾਂ ਫਲਾਣੇ ਰੇਡੀਓ 'ਚ ਬੁਲਾ ਲਿਆ ਉਹਨਾਂ ਨੇ। ਉਦੋਂ ਪ੍ਰਾਈਵੇਟ ਰੇਡੀਓ ਨਵੇਂ ਸ਼ੁਰੂ ਹੋਏ ਸੀ ਨਾ, ਆਪਸ਼ਨ ਵੱਧ ਗਈਆਂ ਸੀ ਉਦੋਂ ਲੋਕਾਂ ਕੋਲ। 2007 ਵਿੱਚ। ਤੇ ਫਿਰ ਮੈਨੂੰ ਇੱਕ ਦਿਨ ਕਾਲ ਆਈ ਕਿ ਰਮਨਪ੍ਰੀਤ ਬੋਲ ਰਹੇ ਆ, ਤੁਸੀਂ ਰੇਡੀਓ ਦਾ ਪ੍ਰੋਗਰਾਮ ਸੁਣ ਕੇ ਮੈਨੂੰ ਕਾਲ ਕੀਤੀ ਗਈ ਇੰਟਰਵਿਊ ਦੇ ਲਈ। ਤੇ ਉਹ ਸੀਗੇ ਸਾਡੇ ਇੱਥੇ ਰੇਡੀਓ ਹੈ, ਰੇਡੀਓ ਮੰਤਰਾ, ਦੈਨਿਕ ਜਾਗਰਣ ਵਾਲਿਆਂ ਦਾ। ਤੇ ਉਹਨਾਂ ਦੇ ਓਨਰ ਸੀਗੇ ਮਿਸਟਰ ਰਾਹੁਲ ਗੁਪਤਾ ਤੇ ਨਰਿੰਦਰ ਤ੍ਰਿਪਾਠੀ ਜੀ ਸੀਗੇ, ਜਿਹੜੇ CEO ਸੀ ਉਹਨਾਂ ਦੇ। ਉਹਨਾਂ ਨੂੰ ਜਾ ਕੇ ਮੈਂ ਮਿਲੀ ਤੇ ਉੱਥੇ ਵੀ ਉਹੀ, ਤੇ ਮੈਨੂੰ ਨਹੀਂ ਸੀ ਪਤਾ ਕਿ ਮੈਨੂੰ ਕੀ ਆਫਰ ਕਰ ਰਹੇ ਨੇ। ਮੈਨੂੰ ਲੱਗ ਰਿਹਾ ਸੀ ਕਿ ਸ਼ਾਇਦ ਮੈਨੂੰ ਐਂਕਰ ਹੀ ਕਹਿਣਗੇ ਵੀ ਐਂਕਰਿੰਗ ਕਰ ਲਓ। ਤੇ ਮੈਂ ਉਹਨੂੰ ਕਹਿ ਮੈਂ ਕਿਹਾ ਜੀ ਐਂਕਰਿੰਗ ਠੀਕ ਹੈ ਮੈਂ ਕਰ ਲੂੰਗੀ, ਪਰ ਤੁਸੀਂ ਮੈਨੂੰ ਜੇ ਪ੍ਰੋਡਕਸ਼ਨ ਦੇ ਦਿਓ, ਤੁਹਾਨੂੰ ਅੱਛੇ ਪ੍ਰੋਗਰਾਮ ਬਣਾ ਕੇ ਦੇਵਾਂਗੇ, ਸਸਤੇ ਔਰ ਅੱਛੇ, ਕਿਉਂਕਿ ਸਾਡੀ ਆਪਣੀ ਟੀਮ ਹੈ ਦਿਸ। ਤੇ ਗੱਲ ਕਰਦੇ ਕਹਿੰਦੇ ਅੱਛਾ, ਕਹਿੰਦੇ ਪਰ ਜੇ ਤੁਹਾਨੂੰ ਏਦੋਂ ਜ਼ਿਆਦਾ ਵੱਡਾ ਕੋਈ ਰੋਲ ਦਈਏ। ਉਹਨਾਂ ਮੈਨੂੰ ਬੜਾ ਕੁਛ ਪੁੱਛਿਆ। ਮੈਂ ਆਪਣੇ ਨਾਲ ਇੱਕ ਅਟੈਚੀ ਕੇਸ ਲੈ ਕੇ ਗਈ ਸੀਗੀ, ਇੱਕ ਅਟੈਚੀ ਕੇਸ ਸੀਗਾ। ਤੇ ਉਹਨਾਂ ਪੁੱਛਿਆ ਕਹਿੰਦੇ ਆਹ ਕੀ ਹੈਗਾ। ਮੈਂ ਕਿਹਾ ਸਰ ਇਹ ਮੇਰੀਆਂ ਫਾਈਲਸ ਹੈਗੀਆਂ, ਇਹ ਮੇਰੇ ਸਰਟੀਫਿਕੇਟਸ ਹੈ, ਇਹ ਮੇਰੀਆਂ ਪ੍ਰੋਗਰਾਮ ਦੀਆਂ ਸੀਰੀਜ਼ ਹੈ, ਇਹ ਸਾਰਾ ਕੁਛ ਹੈ। ਤੇ ਉਹ ਨਾਲ ਰੱਖਿਆ ਮੈਨੂੰ ਹੁਣ ਉਹ ਬੜੀ ਫਨੀ ਲੱਗਦੀ ਹੈ ਚੀਜ਼ ਕਿ ਮੈਂ ਤੇ ਮੈਂ ਬਾਇਓਡਾਟਾ ਉਹਨਾਂ ਦੇ ਮੂਹਰੇ ਰੱਖ ਦਿੱਤਾ। ਤੇ ਗੱਲ ਕਰਦੇ ਫਿਰ ਗੱਲ ਚੱਲੀ ਕਿ ਅਸੀਂ ਤੁਹਾਨੂੰ ਨਾ ਤੁਹਾਡੇ ਤੋਂ ਅਸੀਂ ਆਪਣਾ ਸਟੇਸ਼ਨ ਹੈਡ ਦੇਖ ਰਹੇ ਹਾਂ। ਮੈਂ ਕਿਹਾ ਜੀ ਉਹਨੇ ਕੀ ਕਰਨਾ ਹੁੰਦਾ, ਉਹ ਦੱਸਦੇ ਕਹਿੰਦੇ ਜੀ ਸੇਲਸ ਮੈਨੇਜਮੈਂਟ ਐਡਮਿਨਿਸਟ੍ਰੇਸ਼ਨ। ਮੈਂ ਕਿਹਾ ਮੈਨੂੰ ਕੁਛ ਨਹੀਂ ਆਉਂਦਾ, ਮੈਨੂੰ ਤਾਂ ਸਿਰਫ ਐਂਕਰਿੰਗ ਜਾਂ ਪ੍ਰੋਡਕਸ਼ਨ ਰੇਡੀਓ ਦੀ ਉਹ ਕਰਾਵਾਂਗੇ ਕਿ ਉਸ ਤਰ੍ਹਾਂ ਹੀ ਆਲ ਇੰਡੀਆ ਰੇਡੀਓ ਲਈ ਕਾਫੀ ਸਾਰੀਆਂ ਐਡ ਵਗੈਰਾ ਵੀ ਪ੍ਰਾਈਵੇਟਲੀ ਬਣਾਈਆਂ ਸੀਗੀਆਂ, ਪ੍ਰੋਗਰਾਮ ਬਣਾਏ ਸੀ। ਠੀਕ ਹੈ। ਤੇ ਕਰਦੇ ਫਿਰ ਚਲੋ ਉਹ ਮੌਕਾ ਮਿਲ ਗਿਆ ਮੈਨੂੰ ਸਟੇਸ਼ਨ ਹੈਡ ਤੇ। ਉਹ ਫਿਰ ਸਾਲ ਦੇ ਕਰੀਬ ਕੀਤੀ। ਫਿਰ ਦੂਸਰੇ ਰੇਡੀਓ ਤੋਂ ਮੈਨੂੰ ਮੌਕਾ ਮਿਲ ਗਿਆ, ਉਹ ਜਿਹੜਾ ਵੱਡਾ ਰੇਡੀਓ ਸੀਗਾ, ਉਹਦੀ ਜ਼ਿਆਦਾ ਅਦਾਰਾ ਵੱਡਾ ਸੀ, ਥੋੜਾ ਅੱਛਾ ਪੇ ਕਰਦੇ ਸੀਗੇ। ਪਰ ਉੱਥੋਂ ਇਹ ਪਹਿਲੇ ਵਾਲੇ ਰੇਡੀਓ ਸਟੇਸ਼ਨ ਮੈਂ ਸਟੇਸ਼ਨ ਹੈਡ ਸੀ, ਦੂਸਰੇ ਵਾਲੇ ਮੈਂ ਪ੍ਰੋਗਰਾਮਿੰਗ ਹੈਡ ਗਈ ਕਿਉਂਕਿ ਉਹ ਮੇਰਾ ਇੰਟਰਸਟ ਦਾ ਸੀਗਾ ਫੀਲਡ। ਉੱਥੇ ਕੰਮ ਕੀਤਾ ਔਰ ਉੱਥੇ ਕੰਮ ਕਰਨ ਤੋਂ ਬਾਅਦ ਸਾਲ 1.5 ਸਾਲ ਉੱਥੇ ਕੀਤਾ। ਤੇ ਉਸ ਤੋਂ ਬਾਅਦ ਫਿਰ ਫੁੱਲ ਫਲੈਕਸ ਮੈਂ ਆਪਣਾ ਕੀਤਾ 2010 ਤੋਂ ਲੈ ਕੇ ਪ੍ਰੋਡਕਸ਼ਨ ਦੀ ਕੀਤੀਆਂ। ਫਿਰ ਉਸ ਤੋਂ ਬਾਅਦ 2012 ਵਿੱਚ ਮੇਰੀ ਜਿਹੜੀ ਸ਼ਮਸ਼ੀਰ ਕਮਿਊਨੀਕੇਸ਼ਨ ਸੀ ਉਸਨੇ ਉਸ ਦੇ ਅੰਡਰ ਅਸੀਂ ਪੰਜਾਬ ਗਵਰਨਮੈਂਟ ਲਈ ਵੀ ਐਡਸ ਬਣਾਈਆਂ ਇਲੈਕਸ਼ਨ ਕਮਿਸ਼ਨ ਦੀਆਂ। ਫਿਰ ਉਹ ਸਿਲਸਿਲਾ ਚੱਲਦਾ ਗਿਆ ਕੰਟੀਨਿਊਸਲੀ। ਤੇ ਪ੍ਰੋਡਕਸ਼ਨ ਕਰਦੇ ਵਿੱਚ ਗਵਰਨਮੈਂਟ ਲਈ ਕਈ ਸਾਰੀ ਈਵੈਂਟਸ ਕੀਤੀਆਂ, ਪ੍ਰਾਈਵੇਟ ਅਦਾਰਿਆਂ ਲਈ ਕੀਤੀਆਂ ਈਵੈਂਟਸ। ਤੇ ਉਹਦੇ ਵਿੱਚ ਡਾਕੂਮੈਂਟਰੀ ਤੋਂ ਲੈ ਕੇ ਐਡ ਫਿਲਮ, ਪੂਰੀ ਮੀਡੀਆ ਡਿਜ਼ਾਈਨਿੰਗ ਕਰਨੀ ਸੀ। ਅਗਰ ਤੁਸੀਂ ਕੋਈ ਕਿਸੇ ਕਾਲਜ ਜਾਂ ਕਿਸੇ ਸਕੂਲ ਨੇ ਜਾਂ ਕਿਸੇ ਹਸਪੀਟਲ ਨੇ ਆਪਣੀ ਬ੍ਰਾਂਡਿੰਗ ਕਰਨੀ, ਉਹਦੇ ਲਈ ਕੀ ਕਰਨਾ ਹੈ। ਬਹੁਤ ਸਾਰੀ NGOs ਲਈ ਕੰਮ ਕੀਤਾ, ਜਿਹੜੀਆਂ ਵੱਡੀਆਂ ਆਰਗੇਨਾਈਜੇਸ਼ਨ ਜਿਹਦੇ ਲਈ ਡਾਕੂਮੈਂਟਰੀਜ਼ ਬਣਾਉਣਾ। ਹਾਂਜੀ, ਆਪਾਂ ਮੈਂ ਥੋੜਾ ਹੋਰ ਇਹਦੇ ਬਾਰੇ ਜਾਣਨਾ ਚਾਹੁੰਦੀ ਹਾਂ। ਇੱਕ ਕਮਰਸ਼ੀਅਲ ਬ੍ਰੇਕ ਲੈਂਦੇ ਹਾਂ, ਉਸ ਤੋਂ ਬਾਅਦ ਸਾਡੀ ਇਹ ਗੱਲਬਾਤ ਇਸੇ ਤਰ੍ਹਾਂ ਚੱਲਦੀ ਰਹੇਗੀ। ਜੀ ਹਾਂ, ਤੁਸੀਂ ਇਸ ਵੇਲੇ ਸੁਣ ਰਹੇ ਹੋ ਸ਼ੇਰੀ ਪੰਜਾਬ AM 600। ਸਾਡੀ ਗੱਲਬਾਤ ਚੱਲ ਰਹੀ ਹੈ ਇੰਡੀਆ ਤੋਂ, ਜਲੰਧਰ ਤੋਂ ਰਮਨਪ੍ਰੀਤ ਹੁਣਾਂ ਦੇ ਨਾਲ। ਰਮਨਪ੍ਰੀਤ ਹੁਣਾਂ ਨੇ ਆਪਣਾ ਪਿਛਲੇ ਹਿੱਸੇ ਦੇ ਵਿੱਚ ਤੁਹਾਨੂੰ ਦੱਸਿਆ ਕਿ ਮੀਡੀਆ ਦਾ ਜਿਹੜਾ ਇਹਨਾਂ ਦਾ ਸਫ਼ਰ ਸੀ ਉਹ ਕਿਸ ਤਰ੍ਹਾਂ ਦਾ ਰਿਹਾ। ਅਤੇ ਅੱਜ ਕੱਲ੍ਹ ਆਪਣੀ ਇਹਨਾਂ ਦੀ ਪ੍ਰੋਡਕਸ਼ਨ ਕੰਪਨੀ ਹੈ,
ਬਹੁਤ ਸਾਰੀਆਂ ਕੰਪਨੀਜ਼ ਦੇ ਲਈ ਮੀਡੀਆ ਕੰਸਲਟੈਂਟ ਦੇ ਤੌਰ 'ਤੇ ਕੰਮ ਕਰ ਰਹੇ ਨੇ, ਕਈ ਵਿਦਿਅਕ ਅਦਾਰਿਆਂ ਦੇ ਲਈ ਵੱਡੀਆਂ ਇਹ ਵਰਕਸ਼ਾਪਸ ਕਰ ਰਹੇ ਨੇ। ਇਸ ਤੋਂ ਇਲਾਵਾ ਕੰਪਨੀਜ਼ ਤੋਂ ਇਲਾਵਾ ਕੁਝ ਇੰਡੀਵਿਜੂਅਲ ਜਿਹੜੇ ਨੇ ਉਹ ਵੀ ਇਹਨਾਂ ਦੀਆਂ ਸਰਵਿਸਿਜ਼ ਲੈ ਰਹੇ ਨੇ। ਪਰ ਹੋਰ ਜਿਹੜੀ ਵੱਡੀ ਗੱਲ ਇਹ ਹੈ ਕਿ ਗਵਰਨਮੈਂਟ ਵੱਲੋਂ ਕਈ ਕੈਂਪੇਨਸ ਨੂੰ ਸਕਸੈਸਫੁਲ ਕਰਨ ਦੇ ਲਈ ਰਮਨਪ੍ਰੀਤ ਨੂੰ ਅਪਰੋਚ ਕੀਤਾ ਗਿਆ। ਰਮਨਪ੍ਰੀਤ, ਮੈਂ ਚਾਹੁੰਦੀ ਹਾਂ ਕਿ ਸੁਣਨ ਵਾਲਿਆਂ ਨੂੰ ਥੋੜ੍ਹਾ ਜਿਹਾ ਤੁਸੀਂ ਉਹਦੇ ਬਾਰੇ ਜ਼ਰੂਰ ਦੱਸੋ ਜਿਹੜੀਆਂ ਤੁਸੀਂ ਜਲੰਧਰ ਦੇ ਵਿੱਚ ਕੈਂਪੇਨਸ ਚਲਾਈਆਂ। ਹਾਂਜੀ, ਮੀਡੀਆ ਦੇ ਸਫ਼ਰ ਦੇ ਦੌਰਾਨ ਕੰਮ ਕਰਦੇ ਕਰਦੇ ਜੋ ਮੈਂ ਅੱਜ ਦੀ ਗੱਲ ਕਰਾਂ ਕਿ ਮੀਡੀਆ ਕੰਸਲਟੈਂਸੀ ਜਿਹੜੀ ਹੈ ਉਹ ਮੈਂ ਕਰ ਰਹੀ ਹਾਂ। ਕੰਸਲਟੈਂਸੀ ਵੈਸੇ ਤਾਂ ਹੁੰਦੀ ਕਿ ਤੁਸੀਂ ਸਿਰਫ ਪਲਾਨ ਬਣਾ ਕੇ ਦੇ ਦਿੰਦੇ ਹੋ, ਪਰ ਜੋ ਮੇਰੀ ਸਪੈਸ਼ਲਾਈਜੇਸ਼ਨ ਹੈ, ਜੋ ਮੇਰੇ ਨਾਲ ਮੇਰੀ ਟੀਮ ਕੰਮ ਕਰਦੀ ਹੈ, ਅਸੀਂ ਕੰਸਲਟੈਂਸੀ 'ਚ ਪਲੈਨਿੰਗ ਔਰ ਐਗਜ਼ੀਕਿਊਸ਼ਨ ਵੀ ਨਾਲ ਦਿੰਦੇ ਹਾਂ। ਤੇ ਇਹਦੇ ਵਿੱਚ ਕੁਛ ਅਦਾਰੇ ਨੇ, ਕੁਛ ਹਸਪੀਟਲ, ਕੁਛ ਜਿਹੜੀਆਂ ਸੁਸਾਇਟੀਜ਼ ਨੇ ਉਹਨਾਂ ਲਈ ਵੀ ਕੰਮ ਕਰਦੇ ਹਾਂ। ਕੁਛ NGOs ਨੇ ਜਿਨ੍ਹਾਂ ਨੇ ਆਪਣੀਆਂ ਡਾਕੂਮੈਂਟਰੀਜ਼ ਬਣਾਉਣੀਆਂ ਨੇ ਜਾਂ ਡਿਜ਼ਾਈਨਿੰਗ ਕਰਾਉਣੀ ਹੈ ਜਾਂ ਕੁਛ, ਉਹ ਵੀ ਕੰਮ ਕਰਕੇ ਦਿੰਦੇ ਹਾਂ। ਤੇ ਇਹਦੇ ਨਾਲ ਹੀ ਨਾਲ ਗਵਰਨਮੈਂਟ ਦੇ ਬਹੁਤ ਸਾਰੇ ਪ੍ਰੋਗਰਾਮ ਚੱਲਦੇ ਨੇ। ਉਹਨਾਂ ਵਿੱਚ ਮੇਰੀ ਸ਼ੁਰੂਆਤ ਹੋਈ ਸੀ, ਬੜੇ ਛੋਟੇ ਜਿਹੇ ਕੰਮ ਮਿਲਿਆ ਸੀ, ਪਰ ਉਹੀ ਕਹਿੰਦੇ ਆ ਕਿ ਸਿੰਸੈਰਿਟੀ ਔਰ ਵਰਕ ਨੂੰ ਦੇਖਦੇ ਦੇਖਦੇ ਗਵਰਨਮੈਂਟ ਦੇ ਕਈ ਪ੍ਰੋਗਰਾਮ, ਕਈ ਅਦਾਰੇ ਨੇ, ਜਿਸ ਤਰ੍ਹਾਂ ਸਾਡੀ ਨਗਰ ਨਿਗਮ ਹੈ, ਮਿਊਨਿਸਪਲ ਕਾਰਪੋਰੇਸ਼ਨ ਜਲੰਧਰ ਹੈ, ਸਾਡਾ ਇੱਥੇ ਸੋਸ਼ਲ ਸਿਕਿਉਰਿਟੀ ਵਿਮਨ ਐਂਡ ਚਾਈਲਡ ਡਿਪਾਰਟਮੈਂਟ ਹੈ, ਸਾਡਾ ਇੱਥੇ ਇਲੈਕਸ਼ਨ ਕਮਿਸ਼ਨ ਡਿਸਟ੍ਰਿਕਟ ਲੈਵਲ ਦਾ ਹੈ, ਜਾਂ ਡਿਪਟੀ ਕਮਿਸ਼ਨਰ ਆਫਿਸ ਹੈ ਜਿਹਨੂੰ ਅਸੀਂ ਐਡਮਿਨਿਸਟ੍ਰੇਸ਼ਨ ਕਹਿ ਦਿੰਦੇ ਹਾਂ। ਉਹਨਾਂ ਦੇ ਨਾਲ ਬਹੁਤ ਸਾਰੇ ਪ੍ਰੋਗਰਾਮ ਕਰਨ ਦਾ ਮੌਕਾ ਮਿਲਿਆ। ਤੇ ਨਗਰ ਨਿਗਮ ਦਾ ਜਿਹੜਾ ਸਵੱਛ ਭਾਰਤ ਮਿਸ਼ਨ ਹੈ, ਜਿਹਦੇ ਵਿੱਚ ਅਸੀਂ ਸੈਨੀਟੇਸ਼ਨ ਦਾ ਕੰਮ ਕਰਦੇ ਹਾਂ, ਅਵੇਅਰਨੈਸ ਵੀ ਔਰ ਸੋਲਿਡ ਵੇਸਟ ਮੈਨੇਜਮੈਂਟ, ਇਹਦੇ 'ਚ ਮੈਂ ਪਿਛਲੇ 4 ਸਾਲਾਂ ਤੋਂ ਕੰਮ ਕਰ ਰਹੀ ਹਾਂ। ਇਹਦੇ 'ਚ ਮੇਰਾ ਜਿਹੜਾ ਜੁੜਾਵ ਹੋਇਆ ਸੀ ਉਹ ਹੋਇਆ ਹੀ ਸੀ ਕਿ ਇਸ ਪ੍ਰੋਜੈਕਟ ਲਈ ਕੈਂਪੇਨਿੰਗ ਕਰਨੀ ਕਿ ਜੀ ਨੁੱਕੜ ਨਾਟਕ ਕਰਾਣੇ ਤਾਂ ਕਿ ਲੋਕਾਂ ਤੱਕ ਪਹੁੰਚੇ ਗੱਲ। ਉਹਨੂੰ ਕਰਦੇ ਕਰਦੇ ਮੈਨੂੰ ਇਸ ਵੇਲੇ ਮੈਂ ਸਵੱਛ ਭਾਰਤ ਦੀ ਕਮਿਊਨਿਟੀ ਫੈਸਿਲੀਟੇਟਰ ਔਰ ਕੋਆਰਡੀਨੇਟਰ, ਪ੍ਰੋਗਰਾਮ ਕੋਆਰਡੀਨੇਟਰ ਹਾਂ ਜਲੰਧਰ ਦੇ ਵਿੱਚ ਨਗਰ ਨਿਗਮ। ਔਰ ਨਾਲ ਹੀ ਨਾਲ ਜਿਹੜਾ ਸੋਸ਼ਲ ਸਿਕਿਉਰਿਟੀ ਵੂਮਨ ਐਂਡ ਚਾਈਲਡ ਡਿਪਾਰਟਮੈਂਟ ਹੈ, ਉਹਨਾਂ ਦੀ ਟਾਸਕ ਫੋਰਸ ਹੁੰਦੀ ਹੈ, ਡਿਸਟ੍ਰਿਕਟ ਟਾਸਕ ਫੋਰਸ, ਉਹਦੀ ਮੈਂਬਰ ਹਾਂ ਮੈਂ। ਤੇ ਸਾਡਾ ਇੱਥੇ ਲੇਬਰ ਡਿਪਾਰਟਮੈਂਟ ਹੈ, ਉਹਦੇ ਅੰਦਰ ਪ੍ਰੋਗਰਾਮ ਚੱਲਦਾ ਹੈ ਨੈਸ਼ਨਲ ਚਾਈਲਡ ਲੇਬਰ ਪ੍ਰੋਜੈਕਟ, ਜਿਹਦੇ ਵਿੱਚ ਜਿਹੜੇ ਲੇਬਰਰਸ ਦੇ ਬੱਚੇ ਨੇ ਉਹਨਾਂ ਨੂੰ ਪੜ੍ਹਾਇਆ ਜਾਂਦਾ ਹੈ। ਜੀ ਰਮਨ, ਆਪਾਂ ਗੱਲ ਕਰਦੇ ਹਾਂ, ਸਕੂਲ ਚੱਲਦੇ, ਬਿਲਕੁਲ ਆਪਣੀ ਗੱਲਬਾਤ ਇਹ ਚੱਲਦੀ ਰਹੇਗੀ ਖਬਰਾਂ ਤੋਂ ਬਾਅਦ। ਸ਼ੇਰ ਪੰਜਾਬ AM 600 ਤੁਸੀਂ ਇਸ ਵੇਲੇ ਸੁਣ ਰਹੇ ਹੋ ਤੇ ਸਾਡੀ ਗੱਲ ਚੱਲ ਰਹੀ ਹੈ ਇੰਡੀਆ ਤੋਂ ਇੱਕ ਐਸੀ ਸ਼ਖਸੀਅਤ ਦੇ ਨਾਲ ਜਿਹੜੀ ਇੱਕ ਨਹੀਂ, ਦੋ ਨਹੀਂ, ਤਿੰਨ ਨਹੀਂ, ਬਹੁਤ ਤਰ੍ਹਾਂ ਦੇ ਕੰਮ ਇਕੱਠੇ ਕਰ ਰਹੇ ਨੇ, ਇੱਕੋ ਵੇਲੇ ਕਰ ਰਹੇ ਨੇ, ਮੀਡੀਆ ਦੇ ਨਾਲ ਜੁੜੇ ਹੋਏ ਨੇ, ਸੋਸ਼ਲ ਐਕਟਿਵਿਸਟ ਦੇ ਤੌਰ ਦੇ ਉੱਤੇ ਬਹੁਤ ਸਾਰੀਆਂ ਅਵੇਅਰਨੈਸ ਦੀਆਂ ਕੈਂਪੇਨਸ ਚਲਾ ਚੁੱਕੇ ਨੇ। ਇਸ ਤੋਂ ਇਲਾਵਾ ਉਹ ਖੁਦ ਇੱਕ ਰਾਈਟਰ ਵੀ ਨੇ, ਉਹ ਇੱਕ ਬਹੁਤ ਵਧੀਆ ਕਵਿੱਤਰੀ ਨੇ। ਰਮਨਪ੍ਰੀਤ ਦੇ ਨਾਲ ਜਲੰਧਰ ਤੋਂ ਗੱਲਬਾਤ ਸਾਡੀ ਚੱਲ ਰਹੀ ਹੈ। ਰਮਨਪ੍ਰੀਤ ਉਹਨਾਂ ਨੇ ਬਹੁਤ ਸਾਰੀਆਂ ਜਿਹੜੀਆਂ ਕੈਂਪੇਨਸ ਚਲਾਈਆਂ, ਉਹਨਾਂ ਦੇ ਵਿੱਚ ਖਾਸ ਕਰਕੇ ਮੈਂ ਵੀ ਕੁਝ ਜ਼ਿਕਰ ਕਰਨਾ ਚਾਹੁੰਦੀ ਹਾਂ। YouTube 'ਤੇ ਇਹਨਾਂ ਦੀ ਇੱਕ ਵੋਟਰਸ ਅਵੇਅਰਨੈਸ ਦੇ ਲਈ ਇੱਕ ਗੀਤ ਤਿਆਰ ਕੀਤਾ ਗਿਆ ਸੀ ਜਿਹਦਾ ਟਾਈਟਲ ਸੀ ਜੁਗਨੀ। ਇਸ ਤੋਂ ਇਲਾਵਾ ਥੋੜ੍ਹਾ ਜ਼ਿਕਰ ਇਹਨਾਂ ਨੇ ਪਿਛਲੇ ਹਿੱਸੇ 'ਚ ਕੀਤਾ ਕਿ ਸਵੱਛ ਭਾਰਤ ਦੀ ਜਿਹੜੀ ਕੈਂਪੇਨ ਹੈ ਉਹਦੇ ਵਿੱਚ ਕਾਫੀ ਕੰਮ ਕੀਤਾ। ਅਤੇ ਰਮਨ, ਮੈਂ ਤੁਹਾਡੇ ਕੋਲੋਂ ਹੀ ਜਾਣਨਾ ਚਾਹੁੰਦੀ ਹਾਂ, ਜੇ ਤੁਸੀਂ ਸਾਡੇ ਸੁਣਨ ਵਾਲਿਆਂ ਨੂੰ ਦੱਸ ਸਕੋ ਕਿ ਇਹ ਜਿਹੜੀ ਸਵੱਛ ਭਾਰਤ ਮੁਹਿੰਮ, ਇਹਦੇ ਵਿੱਚ ਇੱਕ ਸਪੈਸ਼ਲ ਜਿਹੜੀ ਤੁਸੀਂ ਚੀਜ਼ ਕੀਤੀ ਹੈ, ਥਰਡ ਜੈਂਡਰ ਨੂੰ ਇਨਕਲੂਡ ਕੀਤਾ, ਉਹਦੇ ਬਾਰੇ ਸਾਡੇ ਸੁਣਨ ਵਾਲਿਆਂ ਨੂੰ ਦੱਸੋ। ਜੀ ਜੀ, ਮੈਂ ਦੱਸਿਆ ਕਿ ਐਜ਼ ਏ ਕੰਸਲਟੈਂਟ ਅਸੀਂ ਕੋਈ ਨਾ ਕੋਈ ਇਨੋਵੇਟਿਵ ਜਿਹੜੇ ਆਈਡੀਆਜ਼ ਦੇਣੇ ਹੁੰਦੇ ਨੇ ਕਿ ਤਾਂ ਕਿ ਉਸ ਗੱਲ ਨੂੰ, ਉਸ ਚੀਜ਼ ਨੂੰ ਲੋਕ ਜਿਹੜੇ ਨੇ ਵੱਧ ਤੋਂ ਵੱਧ ਸੁਣਨ। ਸੋ ਸਵੱਛ ਭਾਰਤ ਮਿਸ਼ਨ ਨਾਲ ਕੰਮ ਕਰਦੇ ਹੋਏ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਕੁਛ ਨਾ ਕੁਛ ਨਵਾਂ ਕੀਤਾ ਜਾਏ, ਚਾਹੇ ਨੁੱਕੜ ਨਾਟਕ ਹੈ ਜਾਂ ਕੋਈ ਵੀ ਕੈਂਪੇਨ। ਤੇ ਇਸੇ ਦੌਰਾਨ ਹੀ ਮੇਰੇ ਇੱਥੇ ਜੁਆਇੰਟ ਕਮਿਸ਼ਨਰ ਮੈਡਮ ਬਬੀਤਾ ਕਲੇਰ ਸੀਗੇ IAS, ਤੇ ਉਹਨਾਂ ਨੇ ਮੈਨੂੰ ਬੁਲਾਇਆ ਕਿ ਅਸੀਂ ਨਵੀਂ ਕੈਂਪੇਨ ਸ਼ੁਰੂ ਕਰਨੀ ਹੈ ਤਾਂ ਕਿ ਲੋਕੀ ਜਿਹੜੇ ਸੈਨੀਟੇਸ਼ਨ ਦੇ ਲਈ ਅਵੇਅਰ ਹੋ ਸਕਣ, ਸੋਰਸ ਐਗਰੀਗੇਸ਼ਨ ਕਰ ਸਕਣ, ਯਾਨੀ ਜਿਹਨੂੰ ਤੁਹਾਡੇ ਤਾਂ ਇੱਥੇ ਬਹੁਤ ਅੱਛੇ ਤਰੀਕੇ ਨਾਲ ਹੁੰਦੀ ਹੈ ਲੇਕਿਨ ਇੰਡੀਆ ਵਿੱਚ ਨਹੀਂ ਹੈ, ਕਿ ਜਿਹੜੀ ਘਰੋਂ ਗਾਰਬੇਜ ਨਿਕਲਦਾ ਹੈ ਉਸਨੂੰ ਅਲੱਗ-ਅਲੱਗ ਸੈਗਰੀਗੇਟ ਕੀਤਾ ਜਾਏ ਤੇ ਸਿੰਗਲ ਯੂਜ਼ ਪਲਾਸਟਿਕ ਜਿਹੜਾ ਹੈ ਉਸਦੀ ਯੂਜ਼ ਘੱਟ ਕੀਤੀ ਜਾਏ ਜਾਂ ਉਸਨੂੰ ਬੈਨ, ਉਸਦੀ ਵਰਤੋਂ ਨਾ ਕੀਤੀ ਜਾਏ। ਉਹਦੇ ਲਈ ਫਿਰ ਉਹਨਾਂ ਨੇ ਮੈਂ ਇੱਕ ਗੱਲ ਕੀਤੀ, ਕਹਿੰਦੇ ਰਮਨ ਜੇ ਆਪਾਂ ਥਰਡ ਜੈਂਡਰ ਦੇ ਕੁਛ ਲੋਕ ਲੈ ਕੇ ਟੀਮ ਬਣਾਈਏ। ਉਹਨਾਂ ਨੇ ਇਹ ਸੈਂਟੈਂਸ ਕੰਪਲੀਟ ਵੀ ਨਹੀਂ ਕੀਤਾ। ਮੈਂ ਕਿਹਾ ਮੈਮ ਇਹ ਮੈਂ ਕਿੰਨੇ ਚਿਰ ਤੋਂ ਸੋਚੀ ਹੈ ਕਿ ਕਿਉਂ ਨਾ ਉਹਨਾਂ ਨਾਲ ਕੋਈ ਐਕਟੀਵਿਟੀ ਕੀਤੀ ਜਾਏ ਜਾਂ ਉਹਨਾਂ ਨੂੰ ਆਪਾਂ ਇਹ 'ਚ ਸ਼ਾਮਿਲ ਕਰੀਏ। ਫਿਰ ਉਹਨਾਂ ਦੀ ਹੈਲਪ ਨਾਲ ਉਹਨਾਂ ਨੇ ਅਰੇਂਜ ਕਰਾਏ ਨੰਬਰ, ਕਿਉਂਕਿ ਇਹ ਲੋਕ ਮਿਲਦੇ ਨਹੀਂ ਕਈ ਵਾਰ, ਹੈ ਨਾ।
ਤੇ ਔਰ ਬਹੁਤਾ ਇਹ ਆਪਣੀ ਪਰਸਨਲ ਲਾਈਫ 'ਚ ਦਖਲਅੰਦਾਜ਼ੀ ਬਹੁਤੀ ਪਸੰਦ ਨਹੀਂ ਕਰਦੇ, ਜੋ ਇੰਡੀਆ ਦਾ ਮਾਹੌਲ ਹੈ। ਉਹਨਾਂ ਨੇ ਕਿਸੇ ਤਰੀਕੇ ਨਾਲ ਅਰੇਂਜ ਕਰਾਇਆ, ਉਹਨਾਂ ਨੇ ਖੁਦ ਬੁਲਾਇਆ, ਫਿਰ ਮੈਨੂੰ ਬੁਲਾਇਆ ਕਿ ਉਹਨਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਇਹ ਕੈਂਪੇਨ ਕਰਨੀ। ਫਿਰ ਮੇਰੀ ਡਿਊਟੀ ਲਗਾਈ ਕਿ ਚਲੋ ਹੁਣ ਡਿਜ਼ਾਈਨ, ਫਿਰ ਮੈਂ ਡਿਜ਼ਾਈਨ ਕੀਤਾ ਕਿ ਅਸੀਂ ਜਿਵੇਂ ਬੋਲੀਆਂ ਪਾਉਂਦੇ ਹਾਂ, ਗੀਤ ਗਾਉਂਦੇ ਹਾਂ, ਰੈਪ ਸੌਂਗ ਹੁੰਦੇ ਨੇ, ਉਹ ਸਾਰੇ ਸਵੱਛਤਾ 'ਤੇ ਲਿਖੇ ਗਏ ਕਿ ਲੋਕੀ ਸੋ ਸੈਗਰੀਗੇਸ਼ਨ ਕਰਨ। ਫਿਰ ਉਹਦੇ 'ਚ ਮੈਂ ਗੀਤ ਲਿਖਿਆ ਸੀ, ਮੇਰਾ ਸ਼ਹਿਰ ਜਲੰਧਰ ਮੇਰੇ ਦਿਲ ਦੇ ਅੰਦਰ, ਆਓ ਬਣਾਈਏ ਇਸ ਨੂੰ ਆਪਾਂ ਸਾਫ਼ ਤੇ ਸੁੰਦਰ। ਤੇ ਉਹਨੂੰ ਲੈ ਕੇ ਫਿਰ ਅਸੀਂ ਟੀਮ ਤਿਆਰ ਕੀਤੀ, 6 ਜਣੇ ਸਾਡੇ ਇਸ ਟੀਮ 'ਚ ਸ਼ਾਮਿਲ ਹੋਏ। ਮੈਨੂੰ ਇਸ ਟੀਮ ਦੀ ਕ੍ਰੀਏਟਿਵ ਕੰਸਲਟੈਂਟ ਕਹਿ ਸਕਦੇ ਹੋ, ਡਾਇਰੈਕਟਰ ਜਾਂ ਕੋਆਰਡੀਨੇਟਰ। ਉਹਨਾਂ ਦੀਆਂ ਬੋਲੀਆਂ ਸਾਰੀਆਂ ਲਿਖੀਆਂ, ਉਹਨਾਂ ਨਾਲ ਤਿਆਰੀ ਕੀਤੀ, ਉਹਨਾਂ ਦਾ ਘਰ ਜਾ ਕੇ ਉਹਨਾਂ ਦੇ, ਮੈਂ ਫਸਟ ਟਾਈਮ ਇਹਨਾਂ ਦੇ ਘਰ ਗਈ ਸੀ, ਮੈਂ ਕਦੇ ਘਰ ਨਹੀਂ ਗਈ ਇਹਨਾਂ ਦੇ, ਤੇ ਉਹਨਾਂ ਨਾਲ ਜਾ ਕੇ ਪ੍ਰੈਕਟਿਸ ਕੀਤੀ। ਸਾਡੀ ਘੱਟੋ ਘੱਟ ਮਹੀਨੇ 1.5 ਮਹੀਨੇ ਦੀ ਸੀਗੀ ਤਿਆਰੀ। ਤੇ ਔਰ ਸਾਡੇ ਲਈ, ਮੇਰੇ ਲਈ ਤਾਂ ਇੱਕ ਬੜੀ ਵੱਡੀ ਗੱਲ ਸੀ, ਬੜੀ ਖੁਸ਼ੀ ਦੀ ਗੱਲ ਸੀ, ਤੇ ਉਹਨਾਂ ਲਈ ਵੀ ਬੜੀ ਮਾਣ ਦੀ ਸੀ। ਉਹਨਾਂ ਨੇ ਬਹੁਤ ਜ਼ਿਆਦਾ ਦਿਲ ਦੇ ਨਾਲ ਕੰਮ ਕੀਤਾ। ਔਰ ਸਾਡੀ ਇਹ ਜਿਹੜੀ ਕੈਂਪੇਨ ਸੀ, ਮੈਨੂੰ ਨਹੀਂ ਲੱਗਦਾ ਕਿ ਸ਼ਹਿਰ ਦਾ ਕੋਈ ਬੰਦਾ ਹੋਊਗਾ ਜਿਹਨੂੰ ਨਹੀਂ ਪਤਾ। ਤੇ ਉਸ ਤੋਂ ਇਲਾਵਾ ਫਿਰ ਸਾਡੀ ਇਸੇ ਟੀਮ ਨੂੰ, ਥਰਡ ਜੈਂਡਰ ਦੀ ਟੀਮ ਨੂੰ ਲੈ ਕੇ ਪਿਛਲੇ 26 ਜਨਵਰੀ 2000 ਤੇ 26 ਜਨਵਰੀ ਤੇ ਝਾਕੀ ਕੱਢੀ ਗਈ ਜਿਹੜੀ, ਤੇ ਉਹਦੇ ਵਿੱਚ ਸਾਨੂੰ ਫਸਟ ਪ੍ਰਾਈਜ਼ ਮਿਲਿਆ। ਅੱਛਾ। ਸੋ ਪਿਛਲੇ ਸਾਲ ਦੀ ਗੱਲ ਕਰ ਰਹੇ ਹੋ, 2020 ਦੀ ਗੱਲ ਕਰ ਰਹੇ ਹੋ ਤੁਸੀਂ? 2020 ਦੀ, ਯੈਸ, ਕੋਵਿਡ ਸ਼ੁਰੂ ਹੋਣ ਤੋਂ ਪਹਿਲਾਂ, ਕੋਵਿਡ ਸ਼ੁਰੂ ਹੋਣ ਤੋਂ ਪਹਿਲਾਂ। ਤੇ 26 ਜਨਵਰੀ, ਯੈਸ, ਹਾਂਜੀ 26 ਜਨਵਰੀ। ਤੇ ਉਹਦੇ ਵਿੱਚ ਸਾਡੀ ਝਾਕੀ ਜਿਹੜੀ ਸੀ ਫਸਟ ਆਈ। ਬਹੁਤ ਜ਼ਿਆਦਾ ਇਹਨੂੰ ਰਿਸਪੌਂਸ ਮਿਲਿਆ। ਹਰ ਨਿਊਜ਼ ਪੇਪਰ ਨੇ, ਜਿਹੜੇ ਇੱਥੋਂ ਦੇ ਲੋਕਲ ਸਾਡੇ ਟੀਵੀ ਚੈਨਲਸ ਨੇ, ਉਹਨਾਂ ਨੇ ਕਵਰ ਕੀਤਾ। ਈਵਨ ਸਾਡੇ ਰੀਜਨਲ ਚੈਨਲਸ ਨੇ ਵੀ ਕਵਰ ਕੀਤਾ। ਇਸੇ ਦੌਰਾਨ ਜਦੋਂ ਫਿਰ ਕੋਵਿਡ ਸ਼ੁਰੂ ਹੋ ਗਿਆ, ਮਹੀਨਾ 1.5 ਮਹੀਨਾ ਤਾਂ ਸਭ ਕੁਛ ਟੋਟਲੀ ਰੁਕਿਆ ਰਿਹਾ। ਹਾਂ, ਬਿਲਕੁਲ ਟੋਟਲੀ। ਪਰ ਉਹਦੇ ਵਿੱਚ ਸੋਸ਼ਲ ਐਕਟੀਵਿਸਟ ਹੋਣ ਦੇ ਨਾਤੇ ਲੱਗਿਆ ਕਿ ਕੁਛ ਨਾ ਕੁਛ ਕੀਤਾ ਜਾਏ। ਫਿਰ ਅਸੀਂ 4 ਮਈ ਨੂੰ ਕੀਤੀ ਸੀ ਐਕਟੀਵਿਟੀ, ਤੇ ਸੋਚ ਰਹੇ ਸੀ ਵੀ ਕੀ ਕਰੀਏ, ਕਿਉਂਕਿ ਜਿਹੜੇ ਸੋਸ਼ਲ ਐਕਟੀਵਿਸਟ ਸੀਗੇ ਜਾਂ ਜਿਹੜੇ NGO ਸੀਗੀਆਂ, ਉਹਨਾਂ ਨੂੰ ਸੀਗਾ ਪਰਮਿਸ਼ਨ ਸੀਗੀਆਂ, ਸਪੈਸ਼ਲ ਪਰਮਿਸ਼ਨ ਮਿਲਦੀਆਂ ਸੀਗੀਆਂ ਐਡਮਿਨਿਸਟ੍ਰੇਸ਼ਨ ਵੱਲੋਂ ਕਿ ਇਹ ਮੂਵ ਕਰ ਸਕਦੇ ਨੇ, ਇਹਨਾਂ ਦੇ ਵਹੀਕਲ ਜਾ ਸਕਦੇ ਨੇ, ਉਹਦੀ ਸਾਨੂੰ ਲੈਟਰਸ ਮਿਲਦੀਆਂ ਸੀ। ਫਿਰ ਲੱਗਿਆ ਕਿ ਕੁਛ ਕੀਤਾ ਜਾਏ, ਤੇ ਬੈਠੇ ਬੈਠੇ ਦਿਮਾਗ 'ਚ ਆਇਆ, ਮੈਂ ਡਿਜ਼ਾਈਨਿੰਗ ਕਿਉਂਕਿ ਖੁਦ ਕਰ ਲੈਂਦੀ ਹਾਂ, ਤੇ ਮੈਂ ਡਿਜ਼ਾਈਨ ਬਣਾ ਰਹੀ ਸੀ ਕਿ ਕੋਵਿਡ ਦੇ ਡਿਜ਼ਾਈਨ, ਡਿਜੀਟਲ ਮੈਸੇਜਿਸ, ਉਹ ਵੀ ਅਸੀਂ ਸਰਕੂਲੇਟ ਕੀਤੇ ਕਾਫੀ ਬਣਾ ਕੇ। ਹਾਂਜੀ, ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਲਈ, ਪੁਲਿਸ ਲਈ, ਇਹ ਵੀ ਸਾਰਾ ਸੋਸ਼ਲ ਸੀਗਾ, ਇਟਸ ਨੋਟ ਕਮਰਸ਼ੀਅਲ। ਮਤਲਬ ਇਹ ਕੋਈ ਉਹ ਨਹੀਂ ਸੀ, ਇਹਨਾਂ ਦੀ ਪੇਡ ਕੰਪੇਨ ਨਹੀਂ ਸੀ, ਸਿਰਫ ਅਵੇਅਰਨੈਸ ਦੇ ਲਈ ਸੀ। ਇਨ ਕੋਵਿਡ, ਯੈਸ। ਉਹ ਡਿਪਾਰਟਮੈਂਟ 'ਚ ਜਿਹੜੇ ਮੈਨੂੰ ਆਫਿਸਰ ਸਾਹਿਬਾਨ ਜਾਣਦੇ ਸੀ, ਆਈ ਸੈਂਡ ਟੂ ਦੈਮ ਮੈਸੇਜਿਸ ਕਿ ਸਰ ਇਹ ਬਣਾਇਆ, ਤੇ ਉਹਨਾਂ ਨੇ ਅਪਰੂਵ ਕਰਕੇ ਉਹਨਾਂ ਨੂੰ ਸਰਕੂਲੇਟ ਕੀਤਾ। ਉਸੇ ਦੌਰਾਨ ਮੇਰੇ ਦਿਮਾਗ 'ਚ ਆਇਆ ਕਿ ਇੱਦਾਂ ਕੁਛ ਵੱਡਾ ਕੀਤਾ ਜਾਏ। ਫਿਰ ਮੇਰੀ ਕੁਲੀਗ ਹੈ, ਮੇਰੀ ਫਰੈਂਡ ਹੈ ਮੇਰੇ ਤੋਂ ਛੋਟੀ, ਰੇਖਾ ਕਸ਼ਯਪ, ਉਹਦੇ ਨਾਲ ਮਿਲ ਕੇ ਅਸੀਂ ਪਲਾਨ ਕੀਤਾ। ਤੇ ਜਲੰਧਰ ਦੇ ਵਿੱਚ ਇੱਕ ਬਹੁਤ ਵੱਡਾ ਚੌਕ ਹੈ, ਗੁਰੂ ਨਾਨਕ ਮਿਸ਼ਨ ਚੌਕ, ਉੱਥੇ ਅਸੀਂ 40 ਫੁੱਟ ਬਾਈ 40 ਫੁੱਟ, ਸ਼ਾਇਦ ਇਹ ਵੱਡੀ ਹੋਏਗੀ, ਕਰੋਨਾ ਦੀ ਇੱਕ ਪੇਂਟਿੰਗ ਬਣਾਈ ਸੀ, ਰੋਡ ਪੇਂਟਿੰਗ। 40 ਫੁੱਟ ਬਾਈ 40 ਫੁੱਟ, ਹਾਂ, ਰੋਡ ਦੇ ਉੱਪਰ, ਸ਼ਾਇਦ ਇਹ ਵੱਡੀ ਹੋਏਗੀ। ਅਸੀਂ ਕਿਉਂਕਿ ਆਈਡੀਆ ਨਾਲ ਲਿਆ ਸੀ ਕਿ 40 ਫੁੱਟ ਬਾਈ 40 ਫੁੱਟ, ਤਾਂ ਕਿ ਨਜ਼ਰ ਆਏ ਲੋਕਾਂ ਨੂੰ। ਤੇ ਮੰਨੋਗੇ, ਅਸੀਂ ਸਵੇਰੇ 8:30 ਵਜੇ ਕੰਮ ਸ਼ੁਰੂ ਕੀਤਾ, ਔਰ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਔਰ ਕਾਰਪੋਰੇਸ਼ਨ ਦੇ ਸਹਿਯੋਗ ਨਾਲ, ਕਿਉਂਕਿ ਉਹਦੇ ਲਈ ਪਰਮਿਸ਼ਨ ਚਾਹੀਦੀਆਂ ਨੇ। ਆਈਡੀਆ ਤਾਂ ਸੀਗਾ ਸਾਡੇ ਕੋਲ, ਅਸੀਂ ਅਰੇਂਜ ਵੀ ਸਭ ਕੁਛ ਕਰ ਲਿਆ। ਇੱਕ NGO ਨੂੰ ਜੋੜ ਲਿਆ, ਸੁਸਾਇਟੀ ਜਿਹੜੀ ਸੀ, ਜਿਹਨੇ ਸਾਨੂੰ ਪੇ ਕੀਤਾ ਇਹਦੇ ਵਾਸਤੇ, ਸਾਡਾ ਸਮਾਨ ਅਰੇਂਜ ਕਰਕੇ ਦਿੱਤਾ, ਆਰਟਿਸਟਾਂ ਦੀ ਫੀਸ ਦਿੱਤੀ। ਤੇ ਪਰ ਪਰਮਿਸ਼ਨ ਫਿਰ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਔਰ ਕਾਰਪੋਰੇਸ਼ਨ ਦੇ ਵੱਲੋਂ ਪੂਰੀ ਉਹਨਾਂ ਤੋਂ ਲੈ ਕੇ ਪਰਮਿਸ਼ਨ, ਉਹਨਾਂ ਦੀ ਹੈਲਪ ਲੈ ਕੇ ਅਸੀਂ ਸਵੇਰੇ 8:30 ਵਜੇ ਕੰਮ ਸ਼ੁਰੂ ਕੀਤਾ। ਤੇ ਸਾਡਾ 3-3:30 ਵਜੇ ਤੱਕ ਉਹ ਪੇਂਟਿੰਗ ਬਣ ਕੇ ਤਿਆਰ ਹੋ ਗਈ ਸੀ, ਜਿਹਦੇ 'ਚ ਅਸੀਂ ਲਿਖਿਆ ਸੀਗਾ ਕਿ ਘਰ ਰਹੋ, ਸੁਰੱਖਿਅਤ ਰਹੋ, ਸੋਸ਼ਲ ਡਿਸਟੈਂਸਿੰਗ ਬਣਾਓ, ਕਰੋਨਾ ਨੂੰ ਹਰਾਓ, ਸਮਾਜਿਕ ਦੂਰੀ ਬਣਾਓ, ਕਰੋਨਾ ਨੂੰ ਹਰਾਓ। ਸੜਕ ਦੇ ਉੱਤੇ ਪੇਂਟ ਕੀਤਾ, ਇੰਟਰਸੈਕਸ਼ਨ ਦੇ ਵਿੱਚ, ਚੌਕ ਦੇ ਵਿੱਚ। ਯੈਸ। ਔਰ ਵਿਦ ਪਰਮਿਸ਼ਨ ਆਫ ਪੁਲਿਸ ਪਾਰਟੀਜ਼ ਉੱਥੇ ਡਿਊਟੀ ਤੇ ਵੀ ਸੀਗੀਆਂ, ਕਿਉਂਕਿ ਉਦੋਂ ਟ੍ਰੈਫਿਕ ਇੰਨਾ ਨਹੀਂ ਸੀ ਚੱਲ ਰਿਹਾ, ਪਰ ਫਿਰ ਵੀ ਕਾਫੀ ਲੋਕ ਨਿਕਲਦੇ ਸੀਗੇ। ਤੇ ਪੁਲਿਸ ਪਾਰਟੀ ਨਾਲ ਉੱਥੇ ਜਿਹੜੀਆਂ ਸੇਫਟੀ ਦੇ ਬੈਰੀਗੇਡਸ ਲਗਾ ਕੇ, ਤਾਂ ਕਿ ਜਿਹੜੀਆਂ ਕੋਈ ਗੱਡੀਆਂ ਨੇ, ਆਰਟਿਸਟਾਂ ਨੂੰ ਕੋਈ ਨੁਕਸਾਨ ਨਾ ਪਹੁੰਚੇ, ਤੇ ਉਹ ਕਰਕੇ ਅਸੀਂ ਸਵੇਰੇ 8:30 ਤੋਂ ਲੈ ਕੇ ਦੁਪਹਿਰ ਦੇ 3 ਵਜੇ, ਮੈਨੂੰ ਯਾਦ ਹੈ 2:30 ਤੋਂ ਬਾਅਦ, ਹਾਂ ਉਦੋਂ ਬਾਅਦ 3 ਵਜੇ ਸਾਡੀ ਪੇਂਟਿੰਗ ਕੰਪਲੀਟ ਹੋਈ। ਔਰ ਸਵੇਰ ਤੋਂ ਜੋ ਅਸੀਂ ਲੱਗੇ ਹੋਏ ਸੀਗੇ, ਸਵੇਰ ਤੋਂ ਕੋਈ ਐਸਾ ਮਤਲਬ ਮਿੰਟ ਨਹੀਂ ਸੀ ਕਿ ਜਦੋਂ ਕੋਈ
ਪ੍ਰੈਸ ਵਾਲਾ ਜਾਂ ਮੀਡੀਆ ਵਾਲਾ ਨਹੀਂ ਹੈ। ਹਾਂਜੀ, ਕਦੋਂ ਕੰਪਲੀਟ ਹੋਣੀ ਹੈ ਜੀ, ਕਦੋਂ ਸੋ ਬਹੁਤ ਕੰਪਲੀਟ ਹੋਣੀ ਵੱਡਾ ਹੈ। ਰਿਸਪੌਂਸ ਮਿਲਿਆ ਤੇ ਤੁਹਾਨੂੰ ਉਹਦਾ। ਬਹੁਤ ਵੱਡਾ ਔਰ ਹੂੰ। ਰਮਨਪ੍ਰੀਤ ਹੋਣਾ ਦੀ ਕਾਲ ਡਿਸਕਨੈਕਟ ਹੋ ਗਈ ਹੈ ਅਤੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਇਹਨਾਂ ਦੇ ਨਾਲ ਦੁਬਾਰਾ ਗੱਲ ਜਿਹੜੀ ਆ ਉਹ ਰਿਜ਼ਿਊਮ ਕੀਤੀ ਜਾ ਸਕੇ। ਸ਼ੇਰੇ ਪੰਜਾਬ AM 600 ਗੱਲਬਾਤ ਸਾਡੀ ਇਸ ਵੇਲੇ ਚੱਲ ਰਹੀ ਹੈ ਰਮਨਪ੍ਰੀਤ ਕੌਰ ਹੋਣਾ ਦੇ ਨਾਲ ਜਲੰਧਰ ਤੋਂ। ਰਮਨ, ਆਪਾਂ ਗੱਲ ਕਰ ਰਹੇ ਸੀ ਕਿ ਤੁਹਾਡਾ ਉਹ ਪ੍ਰੋਜੈਕਟ ਬਹੁਤ ਕਾਮਯਾਬ ਰਿਹਾ ਜਿਹੜਾ ਤੁਸੀਂ 3rd ਜੈਂਡਰ ਦੇ ਨਾਲ ਕੀਤਾ ਸੀ। ਉਸ ਤੋਂ ਬਾਅਦ ਤੁਸੀਂ ਗੱਲ ਕੀਤੀ ਹੈ ਕਿ ਕਰੋਨਾ ਦੀ ਜਿਹੜੀ ਕੈਂਪੇਨ ਚੱਲੀ ਸੀ ਆਪਣੇ ਹਾਂਜੀ, ਉਹ ਕੋਵਿਡ ਦਾ ਤੁਸੀਂ ਅਵੇਅਰਨੈਸ ਕੈਂਪੇਨ ਚਲਾਈ। ਹੁਣ ਸਮਾਂ ਥੋੜ੍ਹਾ ਹੈ ਪਰ ਮੈਂ ਤੁਹਾਡਾ ਇੱਕ ਜਿਹੜਾ ਖਾਸ ਪੱਖ ਹੈ ਕਵਿਤਰੀ ਹੋਣ ਦਾ, ਉਹਦੇ ਬਾਰੇ ਜ਼ਰੂਰ ਮੈਂ ਜ਼ਿਕਰ ਕਰਨਾ ਚਾਹੁੰਦੀ ਹਾਂ ਅਤੇ ਸੁਣਨ ਵਾਲਿਆਂ ਨੂੰ ਦੱਸਦੇ ਹਾਂ ਕਿ ਰਮਨਪ੍ਰੀਤ ਆਲ ਇੰਡੀਆ ਪੋਇਟਸ ਕਾਨਫਰੰਸ ਦੇ ਵਿੱਚ ਇਹ ਕਈ ਵਾਰੀ ਜਾ ਚੁੱਕੇ ਨੇ। ਬਹੁਤ ਵਾਰੀ ਇਹਨਾਂ ਨੂੰ ਕਵਿਤਰੀ ਹੋਣ ਦੇ ਨਾਤੇ ਔਨਰ ਵੀ ਕੀਤਾ ਜਾ ਚੁੱਕਾ ਹੈ। ਰਮਨਪ੍ਰੀਤ, ਸਾਡੇ ਸੁਣਨ ਵਾਲਿਆਂ ਦੀ ਜਾਣਕਾਰੀ ਲਈ ਜੇ ਦੱਸੋ ਕਿ ਕਿਹੜੀ ਚੀਜ਼ ਹੈ ਜਿਹੜੀ ਜ਼ਿਆਦਾ ਤੁਹਾਨੂੰ ਟੁੰਬਦੀ ਹੈ, ਕਵਿਤਾ ਲਿਖਣ ਦੇ ਲਈ ਮਜਬੂਰ ਕਰਦੀ ਹੈ, ਅਤੇ ਥੋੜ੍ਹਾ ਜਿਹਾ ਆਪਣੇ ਕੋਲ ਸਿਰਫ ਜੇ 30 ਸੈਕਿੰਡ ਦੇ ਵਿੱਚ ਇਹ ਗੱਲ ਕਰ ਸਕੋ। ਮੈਂ ਦੱਸਾਂ ਕਿ ਸ਼ੁਰੂਆਤ ਦੇ ਵਿੱਚ ਕਵਿਤਾ ਉਦੋਂ ਲਿਖੀ ਜਾਣੀ ਸ਼ੁਰੂ ਹੋਈ ਕਿਉਂਕਿ ਮੈਨੂੰ ਜ਼ਿਆਦਾ ਲੋਕਾਂ, ਠੀਕ ਹੈ, ਰੇਡੀਓ TV 'ਤੇ ਤਾਂ ਬਹੁਤ ਬੋਲ ਲੈਂਦੇ ਸੀ, ਲੇਕਿਨ ਨੋਰਮਲੀ ਮੈਨੂੰ ਕਿਸੇ ਨਾਲ ਬਹੁਤੀਆਂ ਗੱਲਾਂ ਕਰਨੀਆਂ ਪਸੰਦ ਨਹੀਂ ਸੀਗੀਆਂ ਜਾਂ ਆਉਂਦੀਆਂ ਨਹੀਂ ਸੀ ਜਾਂ ਸਾਨੂੰ ਸਮਝ ਨਹੀਂ ਸੀ। ਤੇ ਬਹੁਤ ਸਾਰੀਆਂ ਚੀਜ਼ਾਂ ਦਿਲ 'ਚ ਹੁੰਦੀਆਂ ਜਾਂ ਲੱਗਦਾ ਸੀ ਕਿ ਦੂਜਾ ਬੰਦਾ ਸਾਡੀ ਗੱਲ ਸਮਝ ਨਹੀਂ ਪਾਏਗਾ ਤੇ ਫਿਰ ਉਹ ਚੀਜ਼ਾਂ ਜਿਹੜੀਆਂ ਅੰਦਰ ਉੱਠਦੀਆਂ ਸੀ, ਖਿਆਲ ਜਾਂ ਕਹਿ ਲਓ, ਥੋਟਸ ਕਹਿ ਲਓ ਜਾਂ ਫੀਲਿੰਗਸ ਕਹਿ ਲਓ, ਉਹਦੇ ਲਈ ਫਿਰ ਮੈਨੂੰ ਲੱਗਾ ਕਿ ਕਵਿਤਾ ਲਿਖੀ ਜਾ ਸਕਦੀ ਹੈ। ਉਹ ਕਿਸੇ ਵੀ ਥੋਟ ਤੇ, ਕਿਸੇ ਵੀ ਵਿਚਾਰ ਤੇ, ਕਿਸੇ ਗੱਲ ਮਤਲਬ ਕਿਤੇ ਤੁਹਾਨੂੰ ਕੁਛ ਅੱਛਾ ਲੱਗਿਆ ਉਹਦੀ ਵੀ ਕਵਿਤਾ ਹੋ ਸਕਦੀ ਹੈ, ਤੇ ਕਿਸੇ ਗੱਲ ਤੇ ਖਿਝ ਚੜ ਗਈ ਉਹਦੀ ਵੀ ਕਵਿਤਾ ਹੋ ਸਕਦੀ ਹੈ, ਤੇ ਕਿਸੇ ਗੱਲ ਤੇ ਤੁਹਾਡੇ ਮਨ 'ਚ ਰੋਹ ਆ ਗਿਆ, ਗੁੱਸਾ ਆ ਗਿਆ, ਉਹਦੀ ਵੀ ਕਵਿਤਾ ਹੋ ਸਕਦੀ। ਸੋ ਮਨ ਦੇ ਭਾਵ ਔਰ ਥੋਟਸ ਇਹਨਾਂ ਨੂੰ ਬਿਆਨ ਕਰਕੇ ਮੈਨੂੰ ਬਹੁਤ ਹੀ ਜ਼ਿਆਦਾ ਆਦਤ ਨਹੀਂ ਆ। ਆਈ ਹਾਰਡਲੀ ਸ਼ੇਅਰ ਮਾਈ ਐਕਚੁਅਲ ਫੀਲਿੰਗਸ ਔਰ ਥੋਟਸ ਵਿਦ ਪੀਪਲ, ਬਹੁਤ ਘੱਟ। ਤੇ ਜੇ ਮਤਲਬ ਜਿਹੜੀਆਂ ਹੁੰਦੀਆਂ ਨੇ ਉਹ ਮਤਲਬ ਜਿਹਨੂੰ ਕਹਿੰਦੇ ਛਾਣ ਕੇ ਗੱਲਾਂ ਕਰਨੀਆਂ ਜਾਂ ਜਿਹਨੂੰ ਕਹਿੰਦੇ ਪੁੰਨ ਛਾਣ ਕੇ ਗੱਲ ਕਰਨੀ, ਉਹ ਮੇਰੇ ਤੋਂ ਹੁੰਦੀਆਂ ਨਹੀਂ। ਫਿਰ ਉਹ ਜਿਹੜੇ ਥੋਟਸ ਅੰਦਰ ਤੁਹਾਡੇ ਉਪਜਦੇ ਆ ਜਾਂ ਫੀਲਿੰਗ, ਉਹ ਫਿਰ ਕਿਤੇ ਨਾ ਕਿਤੇ ਪੋਇਟਰੀ 'ਚ ਮੈਂ ਕੱਢ ਲੈਂਦੀ ਹਾਂ ਜਾਂ ਨਿਕਲ ਜਾਂਦੇ ਨੇ ਤੇ ਉਹ ਸ਼ਬਦਾਂ ਦਾ ਰੂਪ ਲੈ ਜਾਂਦੇ ਆ। ਕੁਝ ਲਿਖਿਆ ਜਿਹੜਾ ਲੇਟੈਸਟ ਹੋਵੇ ਸਾਡੇ ਸੁਣਨ ਵਾਲਿਆਂ ਨਾਲ ਸਾਂਝਾ ਕਰੋਗੇ? ਲੇਟੈਸਟ ਜੇ ਮੈਂ ਗੱਲ ਕਰਾਂ, ਲੇਟੈਸਟ ਸਭ ਤੋਂ ਲੇਟੈਸਟ ਸਾਡੇ ਵਾਸਤੇ, ਤੁਹਾਡੇ ਵਾਸਤੇ, ਪੰਜਾਬੀਆਂ ਵਾਸਤੇ, ਦੁਨੀਆ ਦੇ ਹਰ ਉਸ ਬੰਦੇ ਵਾਸਤੇ ਜਿਹਦੇ ਵਿੱਚ ਥੋੜ੍ਹੀ ਜਿਹੀ ਵੀ ਸਮਝ, ਅਕਲ ਔਰ ਕਹਿ ਲਈਏ ਸੰਵੇਦਨਸ਼ੀਲਤਾ ਦੀ ਗੱਲ ਕਰਦੇ। ਸੰਵੇਦਨਸ਼ੀਲਤਾ ਵੀ ਕਿ ਜਿਹਨੂੰ ਥੋੜ੍ਹੀ ਜਿਹੀ ਵੀ ਹੈਗਾ ਕਿ ਤੁਹਾਡੀ ਜ਼ੁਬਾਨ ਤੇ ਅੰਨ ਜਾ ਰਿਹਾ, ਤੁਸੀਂ ਰੋਟੀ ਖਾ ਰਹੇ ਹੋ, ਚਾਹੇ ਉਹ ਰੋਟੀ ਪੀਜ਼ਾ ਹੈ, ਚਾਹੇ ਰੋਟੀ ਪੂਰੀਆਂ ਨੇ, ਚਾਹੇ ਉਹ ਰੋਟੀ ਹੈ, ਜਿਹੜਾ ਵੀ ਉਹ ਬੰਦਾ ਜਿਹਦੀ, ਕਿਉਂਕਿ ਅੰਨ ਸਬਜ਼ੀਆਂ ਹਰ ਕਿਸੇ ਦੀ ਜ਼ੁਬਾਨ ਤੇ ਨੇ, ਪਰ ਹਰ ਕਿਸੇ ਦੇ ਇਖਲਾਕ ਵਿੱਚ ਜਿਹੜਾ ਕੋਈ ਅਹਿਸਾਸ ਨਹੀਂ ਹੈ। ਹਰ ਉਹ ਦੁਨੀਆ ਦਾ ਬੰਦਾ ਜਿਹਨੂੰ ਹੈ ਕਿ ਇਹਨੂੰ ਪੈਦਾ ਕੌਣ ਕਰ ਰਿਹਾ ਹੈ, ਕਿਸਾਨ, ਉਹ ਹਰ ਕਿਸੇ ਲਈ ਇਸ ਵੇਲੇ ਲੇਟੈਸਟ ਮੁੱਦਾ ਉਹੀ ਹੈ ਜੋ ਹਿੰਦੁਸਤਾਨ, ਸਾਡੇ ਭਾਰਤ ਚੱਲ ਰਿਹਾ ਹੈ, ਕਿਸਾਨੀ ਸੰਘਰਸ਼। ਤੇ ਇਸ ਪਿਛਲੇ ਮਹੀਨੇ ਦੀ 6 ਤਰੀਕ ਨੂੰ ਉੱਥੇ ਜਾਣ ਦਾ ਮੌਕਾ ਮਿਲਿਆ ਸਿੰਘੂ ਬਾਰਡਰ। ਰਮਨ, ਆਵਾਜ਼ ਥੋੜੀ ਤੁਹਾਡੀ ਕੱਟਦੀ ਜਾ ਰਹੀ ਹੈ, ਆਵਾਜ਼ ਕੱਟ ਰਹੀ ਹੈ ਥੋੜੀ ਜਿਹੀ ਤੁਹਾਡੀ, ਜੇ ਥੋੜਾ ਜਿਹਾ ਤੁਸੀਂ ਹਾਂਜੀ ਪੋਜੀਸ਼ਨ ਆਪਣੀ। ਹਾਂਜੀ, ਸਿੰਘੂ ਬਾਰਡਰ ਜਾਂ ਟਿਕਰੀ ਬਾਰਡਰ ਜਿਹੜੇ ਅੱਜ ਕੱਲ੍ਹ ਪੂਰੀ ਦੁਨੀਆ ਦੇ ਵਿੱਚ ਚਰਚਾ ਦਾ ਵਿਸ਼ਾ ਹੈ, ਜਿੱਥੇ ਸਾਡੇ ਕਿਸਾਨ, ਸਾਡੇ ਬੱਚੇ, ਬੁੱਢੇ ਬਜ਼ੁਰਗ ਉੱਥੇ ਬੈਠੇ ਨੇ ਸੰਘਰਸ਼ ਲਈ। ਤੇ ਉੱਥੇ ਜਾਣ ਦਾ ਮੌਕਾ ਮਿਲਿਆ ਮੈਨੂੰ। ਤੇ ਉਦੋਂ ਪਹਿਲਾਂ ਮੈਂ ਕਵਿਤਾ ਲਿਖੀ ਸੀ ਕਿ ਮੈਨੂੰ ਸੀ ਕਿ ਮੈਂ ਨਹੀਂ ਜਾ ਸਕਦੀ, ਮਤਲਬ ਮੇਰਾ ਕੋਈ ਐਸਾ ਕੋਈ ਕਨੈਕਸ਼ਨ ਜਾਂ ਸਾਧਨ ਨਹੀਂ ਹੈ ਜਾਂ ਮੈਂ ਕੰਮ ਛੱਡ ਕੇ ਨਹੀਂ ਜਾ ਸਕਦੀ। ਜ਼ਰੂਰ ਸਾਂਝੀ ਕਰੋ ਸਾਡੇ ਸੁਣਨ ਵਾਲਿਆਂ ਨਾਲ, ਜ਼ਰੂਰ ਸਾਂਝੀ ਕਰੋ। ਹਾਂਜੀ ਜੀ, ਕਿਉਂਕਿ ਉਸ ਸਪੀਚ ਮੈਂ ਬੈਠੇ ਦੇਖੇ ਲੋਕ, ਠੀਕ ਹੈ, ਸਾਡੇ ਸਿੰਗਰ ਜਾਂਦੇ ਨੇ, ਸਾਡੇ ਨੇਤਾ ਬੋਲਦੇ ਤੇ, ਲੇਕਿਨ ਜ਼ਿਆਦਾ ਵੱਡੀ ਗਿਣਤੀ ਮੌਜੂਦ ਉਹਨਾਂ ਲੋਕਾਂ ਦੀ ਹੈ ਜਿਹੜੇ ਬਿਲਕੁਲ ਪਿੰਡਾਂ 'ਚ ਸਾਧ ਮਰਾਦੇ ਲੋਕ, ਮੋਟੇ ਸੂਟੇ ਕੱਪੜੇ ਪਾਉਣ ਵਾਲੇ, ਜਿਨ੍ਹਾਂ ਦੀਆਂ ਪੱਗਾਂ ਨਹੀਂ ਹੋ ਸਕਦੇ, ਟੇਡੀਆਂ ਵਿੰਗੀਆਂ ਹੋਣ, ਦਾੜੀਆਂ ਸਰੜ ਬੜੀਆਂ ਹੋਣ, ਸਾਡੀਆਂ ਮਾਤਾ, ਸਾਡੀਆਂ ਬੇਬੇ ਕੱਪੜੇ ਪਾਏ, ਮਤਲਬ ਜਿਹੜੇ ਸਾਦੇ ਸੂਟ ਪਾ ਕੇ ਚੁੰਨੀਆਂ ਵਲੇਟੀਆਂ ਹੋਈਆਂ ਨੇ, ਉਹਨਾਂ ਵੱਲ ਦੇਖ ਕੇ ਮਤਲਬ ਲੱਗਿਆ ਕਿ ਅਸਲ ਤਾਕਤ ਇਹੀ ਨੇ ਜੋ ਸਾਰਾ ਕੁਛ ਛੱਡ ਕੇ ਬੈਠੇ ਨੇ। ਉਹਨਾਂ ਲਈ ਮੇਰੇ ਦਿਮਾਗ 'ਚ ਇੱਕ ਕਵਿਤਾ ਆਈ ਸੀ ਕਿ ਜਿਹਨਾਂ ਨੂੰ ਅਗਰ ਦੇਖੀਏ ਆਪਾਂ, ਆਮ ਬੰਦਾ, ਇਹਦੀ ਕੀ ਕੀਮਤ ਹੈ? ਇਕੱਲਾ ਬੰਦਾ ਖੜਾ ਹੋਵੇ, ਅਸੀਂ ਉਹਨੂੰ ਜ਼ੀਰੋ ਮੰਨਦੇ ਹਾਂ, ਪਰ ਉਹ ਜ਼ੀਰੋ ਮਿਲ ਕੇ ਉੱਥੇ ਕਿੰਨੇ ਅਰਬਾਂ ਦੀ ਕੀਮਤ ਬਣੀ ਹੋਈ ਹੈ। ਉਹ ਮੈਂ ਕੁਛ ਲਾਈਨਾਂ ਲਿਖੀਆਂ ਸੀ ਕਿ ਮਿੱਟੀ ਦੇ ਬਣੇ ਹੋ ਤੁਸੀਂ ਸਾਰੇ,
ਕਿਸ ਮਿੱਟੀ ਦੇ ਬਣੇ ਹੋ ਤੁਸੀਂ ਸਾਰੇ, ਕਿਹੜੇ ਘਾਟਾਂ ਦਾ ਪੀਤਾ ਹੈ ਪਾਣੀ ਹੋਏ। ਮਰਨ ਮਿਟਣ ਲਈ ਰਵੋ ਤਿਆਰ ਸਦਾ, ਮਰਨ ਮਿਟਣ ਲਈ ਰਵੋ ਤਿਆਰ ਸਦਾ, ਕਹਾਣੀ ਨਵੀਂ ਹੋਵੇ ਜਾਂ ਪੁਰਾਣੀ ਹੋਏ। ਗੋਲੇ ਤੋਪਾਂ ਦੇ ਵੀ ਪਾਣੀ ਹੋ ਜਾਵਣ, ਗੋਲੇ ਤੋਪਾਂ ਦੇ ਵੀ ਪਾਣੀ ਹੋ ਜਾਵਣ, ਤੁਹਾਡੀਆਂ ਰਗਾਂ 'ਚ 5 ਦਰਿਆਵਾਂ ਦਾ ਪਾਣੀ ਹੋਏ। ਜਬਰ ਜ਼ੁਲਮ ਦੀ ਤੈਅ ਨਾ ਮੰਨੇ ਕੋਈ, ਜਬਰ ਜ਼ੁਲਮ ਦੀ ਤੈਅ ਨਾ ਮੰਨੇ ਕੋਈ, ਤੁਹਾਡਾ ਬੱਚਾ ਬੁੱਢਾ ਜਵਾਨ ਜਨਾਨੀ ਹੋਏ। ਕਿਹੜਾ ਰੋਕੂ ਤੁਹਾਨੂੰ ਤੇ ਤੁਹਾਡੇ ਜਜ਼ਬੇ ਨੂੰ, ਕਿਹੜਾ ਰੋਕੂ ਤੁਹਾਨੂੰ ਤੇ ਤੁਹਾਡੇ ਜਜ਼ਬੇ ਨੂੰ। ਤੁਹਾਡੀਆਂ ਰਗਾਂ ਵਿੱਚ ਬੁਰਾਈ ਬਾਣੀ ਹੋਏ। ਜ਼ਾਲਮ ਮੂਰਖ ਹਾਕਮ ਜੋ ਤੁਹਾਡੇ ਨਾਲ ਖਹਿ ਬੈਠਾ, ਮੂਰਖ ਹਾਕਮ ਜੋ ਤੁਹਾਡੇ ਨਾਲ ਖਹਿ ਬੈਠਾ, ਯਾਦ ਆਊਗੀ ਉਹਨੂੰ ਨਾਨੀ ਪੜਨਾਨੀ ਹੋਏ। ਕਿਸ ਮਿੱਟੀ ਦੇ ਬਣੇ ਹੋ ਤੁਸੀਂ ਸਾਰੇ, ਕਿਹੜੇ ਘਾਟਾਂ ਦਾ ਪੀਤਾ ਹੈ ਪਾਣੀ ਹੋਏ। ਮਰਨ ਮਿਟਣ ਲਈ ਰਮੋ ਤਿਆਰ ਸਦਾ, ਕਹਾਣੀ ਨਵੀਂ ਹੋਵੇ ਜਾਂ ਪੁਰਾਣੀ ਹੋਵੇ। ਬਹੁਤ ਵਧੀਆ ਰਮਨਪ੍ਰੀਤ, ਬਹੁਤ ਵਧੀਆ। ਆਪਣੇ ਕੋਲ ਸਿਰਫ ਆਖਰੀ 1 ਮਿੰਟ ਬਾਕੀ ਰਹਿ ਗਿਆ। ਬਹੁਤ ਸਾਰੀਆਂ ਹੋਰ ਗੱਲਾਂ ਹੋ ਸਕਦੀਆਂ ਸਨ, ਪਰ ਅਖੀਰ 'ਤੇ ਜੇ ਥੋੜ੍ਹਾ ਜਿਹਾ ਤੁਸੀਂ ਥੋੜ੍ਹੇ ਸੈਕਿੰਡਸ ਦੇ ਵਿੱਚ ਇਹ ਗੱਲ ਕਹੋ, ਕੋਈ ਤੁਹਾਡਾ ਸਪੈਸ਼ਲ ਕੋਈ ਪ੍ਰੋਜੈਕਟ ਜਾਂ ਡਰੀਮ ਜਿਹੜਾ ਤੁਸੀਂ ਸੋਚ ਰਹੇ ਹੋ ਕਿ ਉਹ ਜ਼ਰੂਰੀ ਤੌਰ ਦੇ ਉੱਤੇ ਉਹਦੇ 'ਤੇ ਤੁਸੀਂ ਆਉਂਦੇ ਦਿਨਾਂ 'ਚ ਕੰਮ ਕਰਨਾ। ਆਉਣ ਵਾਲੇ ਦਿਨਾਂ ਵਿੱਚ ਇਹੀ ਹੈ ਕਿ ਮੈਂ ਚਾਈਲਡ ਲੇਬਰ ਦੇ ਉੱਪਰ ਔਰ ਵੂਮਨ ਅਵੇਅਰਨੈਸ ਦੇ ਉੱਪਰ ਵੂਮਨ ਦੀ ਜਿਹੜੀ ਕਹਿ ਲਈਏ ਕਿ ਉਹ ਆਪਣਾ ਕਮਾਈ ਕਰ ਸਕਣ, ਉਹਨਾਂ ਵੀ ਕੰਮ ਕਰ ਰਹੀ ਹਾਂ। ਮੇਰੀ ਆਪਣੀ NGO ਹੈ, ਉਹ ਵੀ ਮੈਂ ਆਪਣੇ ਫਾਦਰ ਸਾਹਿਬ ਦੇ ਨਾਮ ਤੇ ਖੋਲੀ ਹੈ, ਕਿਉਂਕਿ ਉਹ ਹੁਣ ਇਸ ਦੁਨੀਆ 'ਚ ਨਹੀਂ ਹੈਗੇ। 2004 'ਚ ਐਕਸਪਾਇਰ ਹੋ ਗਏ ਸੀ ਸਰਦਾਰ ਅਜੀਤ ਸਿੰਘ ਫਾਊਂਡੇਸ਼ਨ ਸੁਸਾਇਟੀ, ਜਿਸ ਦੇ ਅੰਡਰ ਮੈਂ ਚਾਈਲਡ ਲੇਬਰ ਜਿਹੜੇ ਚਾਈਲਡ ਲੇਬਰ ਦੇ ਸਕੂਲ ਚਲਾ ਰਹੀ ਹਾਂ 2, ਔਰ ਉਹ 'ਚ ਅਸੀਂ 100 ਦੇ ਕਰੀਬ ਚਾਈਲਡ ਲੇਬਰ ਨੇ ਜਿਹੜੇ ਉਹਨਾਂ ਨੂੰ ਰੈਸਕਿਊ ਕਰਕੇ ਪੜ੍ਹਾ ਰਹੇ ਹਾਂ। ਫਿਰ ਮੇਰਾ ਇੱਕ ਸੈਲਫ ਹੈਲਪ ਗਰੁੱਪ ਹੈ ਲੇਡੀਜ਼ ਦਾ, ਜਿਹਦੇ ਵਿੱਚ ਅਸੀਂ ਛੋਟੇ ਛੋਟੇ ਕਾਰੋਬਾਰ ਸ਼ੁਰੂ ਕਰਵਾ ਕੇ ਉਹਨਾਂ ਦੀ ਟ੍ਰੇਨਿੰਗ ਕਰਵਾ ਕੇ ਕਾਰੋਬਾਰ ਸ਼ੁਰੂ ਕਰਾਉਂਦੇ ਹਾਂ, ਤਾਂ ਕਿ ਉਹ ਆਪਣਾ ਕਾਰੋਬਾਰ ਕਰ ਸਕਣ, ਘਰ ਲਈ ਕੁਛ ਸਾਧਨ ਜੁਟਾ ਸਕਣ। ਕਿਉਂਕਿ ਪੈਂਡੇਮਿਕ ਕਰਕੇ ਬਹੁਤ ਸਾਰੀਆਂ ਛੋਟੀਆਂ ਛੋਟੀਆਂ ਨੌਕਰੀਆਂ ਖਤਮ ਹੋ ਗਏ, ਛੋਟੇ ਛੋਟੇ ਕਾਰੋਬਾਰ ਖਤਮ ਹੋ ਗਏ, ਤੇ ਬਹੁਤ ਸਾਰੀਆਂ ਪੜ੍ਹੀਆਂ ਲਿਖੀਆਂ ਲੇਡੀਜ਼ ਵੀ ਜਿਹੜੀਆਂ ਨੇ ਉਹਨਾਂ ਦੀਆਂ ਵੀ ਨੌਕਰੀਆਂ ਛੁੱਟ ਗਈਆਂ। ਜਿਵੇਂ ਦਫ਼ਤਰਾਂ 'ਚ ਲੱਗੀਆਂ ਹੋਈਆਂ ਸੀ ਕੁਛ 5-7 ਹਜ਼ਾਰ ਦੇ ਉੱਪਰ ਜਾਂ 10 ਹਜ਼ਾਰ ਦੇ ਉੱਪਰ, ਉਹ ਬੰਦ ਹੋ ਗਈਆਂ ਕਿਉਂਕਿ ਉਹਨਾਂ ਨੇ ਸਟਾਫ ਘੱਟ ਕਰਤਾ। ਤੇ ਉਹਦੇ ਵਿੱਚ ਮੈਂ ਹੁਣ ਟ੍ਰੇਨਿੰਗ ਜਾ ਰਹੀ ਹਾਂ ਸੀ, ਮਸ਼ਰੂਮ ਗਰੋਇੰਗ ਦੀ ਟ੍ਰੇਨਿੰਗ ਜਾਂ ਹੋਰ ਸਿਲਾਈ ਦੀ ਹੈ। ਉਹ ਕਰਕੇ ਮੇਰਾ ਮਿਸ਼ਨ ਇਹੀ ਹੈ ਕਿ ਔਰਤਾਂ ਨੂੰ ਐਮਪਾਵਰ ਕੀਤਾ ਜਾਏ ਔਰ ਉਹਨਾਂ ਲਈ ਰੁਜ਼ਗਾਰ ਦੇ ਮੌਕੇ ਖੋਲ੍ਹੇ ਜਾਣ, ਤੇ ਚਾਈਲਡ ਲੇਬਰ ਜਿਹੜੀ ਹੈ ਬੱਚਿਆਂ ਦੇ ਲਈ ਉਹਨਾਂ ਦੀ ਬੱਚਿਆਂ ਨੂੰ ਅਵੇਅਰ ਵੀ ਕੀਤਾ ਜਾਏ, ਬੱਚਿਆਂ ਨੂੰ ਐਜੂਕੇਟ ਵੀ ਕੀਤਾ ਜਾਏ। ਤੇ ਇੱਕ ਹੋਰ ਮੇਰਾ ਪ੍ਰੋਜੈਕਟ ਹੈ ਚਾਈਲਡ ਅਬਿਊਜ਼ ਦੇ ਉੱਪਰ, ਉਹਦੇ 'ਤੇ ਅਸੀਂ ਇੱਕ ਫਿਲਮ ਪਲਾਨ ਕਰ ਰਹੇ ਹਾਂ ਜਿਹਦੀ ਸਕ੍ਰਿਪਟਿੰਗ ਵਗੈਰਾ ਹੋ ਚੁੱਕੀ ਹੈ, ਸ਼ਾਰਟ ਮੂਵੀ। ਆਉਣ ਵਾਲੇ ਟਾਈਮ 'ਚ ਅਸੀਂ ਉਹ ਵੀ ਬਣਾਵਾਂਗੇ। ਰਮਨਪ੍ਰੀਤ, ਬਹੁਤ ਵਧੀਆ ਲੱਗਾ ਸਾਰੀਆਂ ਗੱਲਾਂ ਸੁਣ ਕੇ। ਮੈਂ ਉਮੀਦ ਕਰਦੀ ਹਾਂ ਕਿ ਸਾਡੇ ਸੁਣਨ ਵਾਲਿਆਂ ਨੂੰ ਵੀ ਇਹ ਗੱਲਬਾਤ ਪਸੰਦ ਆਈ ਹੋਏਗੀ। ਆਉਂਦੇ ਪ੍ਰੋਜੈਕਟਸ 'ਤੇ ਕਿਸੇ ਟਾਈਮ ਆਪਾਂ ਫਿਰ ਗੱਲ ਕਰਾਂਗੇ। ਫਿਲਹਾਲ ਅੱਜ ਇੰਨੀਆਂ ਹੀ ਗੱਲਾਂ ਬਾਤਾਂ। ਬਹੁਤ ਬਹੁਤ ਸ਼ੁਕਰੀਆ ਸਮਾਂ ਕੱਢਣ ਲਈ। ਬਹੁਤ ਬਹੁਤ ਸ਼ੁਕਰੀਆ ਮੈਨੂੰ ਬਹੁਤ ਸਾਰਾ ਸਮਾਂ ਦੇਣ ਦੇ ਲਈ, ਔਰ ਇੰਨੇ ਸਾਰੇ ਲੋਕਾਂ ਤੱਕ ਆਪਣੀ ਆਵਾਜ਼ ਪਹੁੰਚਾਉਣ ਦਾ ਮੌਕਾ ਦੇਣ ਲਈ ਬਹੁਤ ਬਹੁਤ ਸ਼ੁਕਰੀਆ। ਔਰ ਤੁਹਾਡੇ ਰੇਡੀਓ ਦਾ, ਸ਼ੇਰੇ ਪੰਜਾਬ ਰੇਡੀਓ ਦਾ ਵੀ ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ। ਚਲੋ ਜੀ, ਅੱਜ ਦਾ ਇਹ ਸ਼ੋਅ ਇੱਥੇ ਹੀ ਖ਼ਤਮ ਕਰਨ ਦੀ ਮੈਨੂੰ ਦਿਓ ਇਜਾਜ਼ਤ। ਮੇਰੇ ਤੋਂ ਬਾਅਦ ਜਸਵੀਰ ਰੋਮਾਣਾ ਜੀ ਆਪਣਾ ਸ਼ੋਅ ਲੈ ਕੇ ਹਾਜ਼ਰ ਹੋਣਗੇ। ਧੰਨਵਾਦ।